ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਗੁਰਮੁਖ ਜਨੋ, ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੀ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਅੱਜ ਦੀ ਕਲਾਸ ਵਿੱਚ ਅਸੀਂ ਅਜੋਕੀ ਜੀਵਨ ਸ਼ੈਲੀ, ਸਿਹਤ ਸਮੱਸਿਆਵਾਂ, ਉਹਦਾ ਹੱਲ, ਇਹਦੇ ਬਾਰੇ ਪ੍ਰੈਜੈਂਟੇਸ਼ਨ ਭੈਣ ਜੀ ਇੰਦਰਜੀਤ ਕੌਰ ਜੀ ਸਾਡੇ ਨਾਲ ਸਾਂਝੀ ਕਰਨਗੇ। ਕਲਾਸ ਦੀ ਆਰੰਭਤਾ ਲਈ ਅਸੀਂ ਮੂਲ ਮੰਤਰ ਦਾ ਪਾਠ ਪਹਿਲਾਂ ਕਰਾਂਗੇ। ਸਾਰਿਆਂ ਨੂੰ ਬੇਨਤੀ ਹੈ ਸਾਵਧਾਨਤਾ ਰੱਖੋ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਅੱਜ ਦੀ ਇਸ ਕਲਾਸ ਦਾ ਜੋ ਵਿਸ਼ਾ ਹੈ, ਦੁਬਾਰਾ ਫਿਰ ਆਪ ਜੀ ਨਾਲ ਸਾਂਝਾ ਕਰ ਰਿਹਾ ਹਾਂ। ਮਾਡਰਨ ਲਾਈਫ ਸਟਾਈਲ, ਹੈਲਥ ਇਸ਼ੂਜ਼ ਐਂਡ ਸੋਲਿਊਸ਼ਨ। ਇਸ ਵਿਸ਼ੇ ਤੇ ਪ੍ਰੈਜੈਂਟੇਸ਼ਨ ਜੀ ਇੰਦਰਜੀਤ ਕੌਰ ਜੀ ਸਾਡੇ ਨਾਲ ਸਾਂਝੀ ਕਰ ਰਹੇ ਹਨ। ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਇਸ ਦੀ ਆਰੰਭਤਾ ਕੀਤੀ ਜਾਏ। ਭੈਣ ਜੀ ਇੰਦਰਜੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਜੀ। ਜਿਵੇਂ ਕਿ ਆਪਾਂ ਮਾਡਰਨ ਲਾਈਫ ਸਟਾਈਲ ਦੇ ਉੱਪਰ ਇੱਕ ਵਾਰੀ ਪਹਿਲਾਂ ਵੀ ਕੁਝ ਚੀਜ਼ਾਂ ਸ਼ੇਅਰ ਕਰ ਚੁੱਕੇ ਹਾਂ, ਕੁਝ ਡਿਸਕਸ਼ਨਸ ਕਰ ਚੁੱਕੇ ਹਾਂ। ਓਵਰਆਲ ਜਨਰਲੀ ਅਸੀਂ ਡਿਸਕਸ ਕੀਤਾ ਸੀ ਵੀ ਕਿਸ ਤਰ੍ਹਾਂ ਜਿਹੜਾ ਅਜੋਕਾ ਜੀਵਨ ਸ਼ੈਲੀ ਹੈ ਉਹ ਸਾਡੀ ਖਾਸ ਕਰਕੇ ਸਾਡੀ ਸਿਹਤ ਨੂੰ ਪ੍ਰਭਾਵ ਕਰ ਰਿਹਾ, ਕਿਸ ਤਰ੍ਹਾਂ ਪ੍ਰਭਾਵ ਕਰ ਰਿਹਾ। ਤੇ ਉਸੇ ਹੀ ਵਿਸ਼ੇ ਨੂੰ ਅਸੀਂ ਅੱਗੇ ਲੈ ਕੇ ਅੱਜ ਕੁਝ ਸਪੈਸੀਫਿਕ ਚੀਜ਼ਾਂ ਜੋ ਕਿ ਸਾਡੇ ਅੱਜ ਦੇ ਸਰੀਰਕ, ਖਾਸ ਕਰਕੇ ਸਰੀਰਕ ਜਿਵੇਂ ਮੈਂ ਕਹਿ ਦਵਾਂ ਕਿ ਕਮਜ਼ੋਰੀਆਂ ਜਾਂ ਬਿਮਾਰੀਆਂ ਦਾ ਕਾਰਨ ਬਣ ਰਹੀ ਹੈ, ਅੱਜ ਅਸੀਂ ਉਹਦੇ ਤੇ ਡਿਸਕਸ ਕਰਨਾ ਹੈ। ਸੋ ਜੋ ਸਾਡਾ ਸਰੀਰ ਹੈ, ਜੋ ਸਾਨੂੰ ਇਹ ਸੰਸਾਰ, ਜੋ ਆਊਟਰ ਵਰਲਡ ਜਿਹਨੂੰ ਅਸੀਂ ਕਹਿੰਦੇ ਆ, ਜੋ ਦਿਖਦਾ ਪਿਆ, ਸਾਨੂੰ ਸਾਰਿਆਂ ਨੂੰ ਪਤਾ, ਬੜੀ ਸਿੰਪਲ ਜੀ ਗੱਲ ਆ, ਉਹ ਸਾਡੇ ਮਨ ਦੀ ਅਵਸਥਾ ਦਾ, ਸਾਡੇ ਵਿਚਾਰਾਂ ਦਾ ਹੀ ਪ੍ਰਗਟਾਵਾ ਹੈ। ਜਿੰਨਾ ਵੀ ਸਾਰਾ ਦਿਸਦਾ ਸੰਸਾਰ ਹੈ, ਜੋ ਅੱਜ ਦਾ ਮਤਲਬ ਜੀਵਨ ਸ਼ੈਲੀ ਬਣ ਚੁੱਕੀ ਹੈ, ਕਿਤੇ ਨਾ ਕਿਤੇ ਸਾਡੇ ਅੰਦਰ ਦੀ ਮਨ ਦੀ ਹੀ ਅਵਸਥਾ ਦਾ ਪ੍ਰਗਟਾਵਾ ਹੈ। ਗੁਰਬਾਣੀ ਵਿੱਚ ਇੱਕ ਬੜੀ ਹੀ ਪਿਆਰੀ ਪੰਕਤੀ ਹੈ। ਉਹ ਕਹਿੰਦੇ ਨੇ, ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ ਆਏ। ਹੁਣ ਕੀ ਹੋ ਰਿਹਾ ਹੈ? ਹੁਣ ਸਾਡੀ ਹੀ ਅਵਸਥਾ ਦਾ ਪ੍ਰਗਟਾਵਾ ਹੈ ਜਿਹੜਾ ਬਾਹਰ ਹੋਇਆ ਹੋਇਆ, ਤੇ ਬਾਹਰ ਵਾਲੀ ਜੋ ਵੀ ਵਰਤਾਰਾ ਵਿਚਰ ਰਿਹਾ ਉਹ ਸਾਡੇ ਉੱਪਰ ਜਦੋਂ ਇੰਨਾ ਹਾਵੀ ਹੁੰਦਾ ਹੈ ਤੇ ਅਸੀਂ ਉਹਦੇ ਵਜੋਂ ਹੀ ਰਿਐਕਟ ਕਰਦੇ ਹਾਂ। ਰਿਐਕਟ ਕਰਕੇ ਅਸੀਂ ਇਮੋਸ਼ਨਲੀ ਅਨਸਟੇਬਲ ਹੋ ਜਾਂਦੇ ਹਾਂ। ਤੇ ਇਹ ਜਿਹੜਾ ਇਮੋਸ਼ਨਲੀ ਅਨਸਟੇਬਲ ਹੁੰਦਾ ਹੈ, ਇਹ ਵੀ ਇੱਕ ਸਾਡੀ ਇੱਕ ਗੁਆਚੀ ਹੋਈ ਸਿਹਤ ਦੀ ਨਿਸ਼ਾਨੀ ਹੈ। ਜਿਹੜਾ ਕਿ ਅਸੀਂ ਸਰੀਰਕ, ਜੇ ਅਸੀਂ ਰੋਗਾਂ ਨੂੰ ਦੇਖਣ ਜਾਈਏ, ਜਦੋਂ ਤੁਰਾਂਗੇ, ਅਸੀਂ ਬਾਹਰ ਦੇਖਣ ਤੁਰਾਂਗੇ, ਜਾਵਾਂਗੇ ਹਸਪਤਾਲਾਂ 'ਚ, ਬਿਮਾਰਾਂ ਨੂੰ ਮਿਲਾਂਗੇ, ਤਾਂ ਸਾਨੂੰ ਇਹ ਦਿਖੂਗਾ ਕਿ ਸਰੀਰ ਤੋਂ ਵੱਧ ਉਹ ਪਹਿਲਾਂ ਇਮੋਸ਼ਨਲੀ, ਮਾਨਸਿਕ ਪਹਿਲਾਂ ਰੋਗੀ ਹੋਏ ਹੋਏ। ਅਸੀਂ ਆਪਣੇ ਪਰਿਵਾਰਾਂ ਦੇ ਵਿੱਚ, ਆਪਣੇ ਹੀ ਘਰਾਂ ਦੇ ਵਿੱਚ ਇੰਨੇ ਮਤਲਬ ਕਿ ਜਿਹਨੂੰ ਕਹਿੰਦੇ ਨਾ, ਹੱਦ ਤੋਂ ਉੱਪਰ ਵੱਧੇ ਹੋਏ ਮਾਨਸਿਕ ਰੋਗੀਆਂ ਨਾਲ ਰਹਿ ਰਹੇ ਹਾਂ। ਨਾ ਤਾਂ ਉਸ ਰੋਗੀ ਨੂੰ ਪਤਾ ਲੱਗ ਰਿਹਾ ਕਿ ਇਹ ਮੇਰਾ ਰੋਗ ਹੈ, ਤੇ ਨਾ ਉਹਦੇ ਨਾਲ ਰਹਿੰਦੇ ਹੋਏ ਬੰਦਿਆਂ ਨੂੰ ਪਤਾ ਲੱਗ ਰਿਹਾ ਕਿ ਇਹ ਰੋਗ ਹੈ, ਤੇ ਉਹ ਆਪਸ 'ਚ ਕਲੇਸ਼ ਕਲਾ 'ਚ ਅਸੀਂ ਵਰਤੀ ਜਾ ਰਹੇ ਹਾਂ। ਸੋ ਇੱਕ ਚੀਜ਼ ਹੋਰ ਹੈ, ਜਿਹੜੇ ਵੀ ਸਾਡੇ ਲਾਈਫ ਸਟਾਈਲ ਦੇ ਪੱਖ ਨੇ, ਜੋ ਮਾਡਰਨ ਲਾਈਫ ਸਟਾਈਲ ਅਸੀਂ ਕਹਿ ਰਹੇ ਹਾਂ, ਉਹਦੇ ਮੈਂ ਅੱਜ ਸਿਰਫ 4 ਪੱਖ ਆਪ ਜੀ ਨਾਲ ਸਾਂਝੇ ਕਰਨੇ ਨੇ। ਤੇ ਉਹ 4 ਪੱਖ ਕਿਵੇਂ ਸਾਡੀ ਸਿਹਤ ਦੇ ਉੱਪਰ, ਕਿਵੇਂ ਸਾਡੀ ਇਮੋਸ਼ਨਲ ਸਿਹਤ ਉੱਪਰ, ਕਿਵੇਂ ਸਰੀਰਕ ਸਿਹਤ ਉੱਪਰ ਹਾਵੀ ਹੋ ਰਹੇ ਨੇ, ਤੇ ਉਹ ਆਪਾਂ ਨੇ ਡਿਸਕਸ ਕਰਨਾ। ਮੋਟਾ ਜੇ ਮੈਂ ਜੇ ਪਹਿਲਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਵੀ ਲਵਾਂ ਕਿ ਜਦੋਂ ਪੁਰਾਤਨ ਸਿੰਘ ਸੀਗੇ, ਉਹ ਵਾਲਾ ਸਮਾਂ ਸੀ ਜਦੋਂ ਆਰਾ ਚੱਲਿਆ ਸੀ ਸੀਸ ਤੇ। ਉਹ ਵੀ ਸਮਾਂ ਸੀ ਜਦੋਂ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਸੀ, ਜਦੋਂ ਉਦੋਂ ਸਟ੍ਰੈਸ ਸੀਗਾ, ਹਰ ਵੇਲੇ ਇੱਕ ਸਟ੍ਰੈਸ ਸੀਗਾ।
ਕਾਹਦਾ ਸਟ੍ਰੈਸ ਸੀਗਾ ਕਿ ਦੁਸ਼ਮਣ ਪਿੱਛੇ ਲੱਗਿਆ ਹੋਇਆ ਹੈ ਨਾ, ਰੋਟੀ ਮਿਲਣੀ ਹੈ ਨਹੀਂ ਮਿਲਣੀ ਹੈ, ਮਤਲਬ ਅਸੀਂ ਸਾਰੇ ਵਾਕਿਫ ਹਾਂ ਸਾਡੇ ਇਤਿਹਾਸ ਤੋਂ। ਮੇਰੇ ਕਹਿਣ ਦਾ ਇੱਥੇ ਜਸਟ ਛੋਟੀ ਜੀ ਗੱਲ ਹੈ, ਬਾਅਦ ਚ ਆਪਾਂ ਰਿਲੇਟ ਕਰਦੇ ਰਹਿਣਾ ਕਿ ਸਟ੍ਰੈਸ ਉਦੋਂ ਵੀ ਸੀ, ਸਟ੍ਰੈਸ ਹੁਣ ਵੀ ਹੈ। ਗੁਰਬਾਣੀ ਉਦੋਂ ਵੀ ਸੀ, ਗੁਰਬਾਣੀ ਹੁਣ ਵੀ ਹੈ। ਮਾਡਰਨ ਲਾਈਫ ਸਟਾਈਲ, ਜੀਵਨ ਸ਼ੈਲੀ ਜਿੰਨੀ ਮਰਜ਼ੀ ਚੈਲੰਜਿੰਗ ਹੋ ਜੇ, ਅਸੀਂ ਇੰਨੇ ਪਾਵਰਫੁਲ ਹਾਂ। ਮੈਂ ਕਹਿੰਦੀ ਹਾਂ ਆਈ ਐਮ ਪ੍ਰਾਊਡ ਟੂ ਬੀ ਅ ਸਿੱਖ, ਜਿਹੜੀ ਲਾਈਨ ਕਹਿੰਦੀ ਹਾਂ ਮੈਂ ਇਸੇ ਕਰਕੇ ਨਹੀਂ ਵੀ ਸਾਡੇ ਕੋਲ ਗੁਰਬਾਣੀ, ਅਸੀਂ ਇੰਨੇ ਸਟਰੋਂਗ ਆ ਵੀ ਜਿੰਨਾ ਮਰਜ਼ੀ ਚੈਲੰਜਿੰਗ ਸਮਾਂ ਆ ਜਾਏ, ਉਹ ਵੀ ਚੈਲੰਜਿੰਗ ਸਮਾਂ ਸੀ ਕਿ ਉਹ ਜੋ ਅਸੀਂ ਹਰ ਚੀਜ਼ ਨੂੰ ਫੇਸ ਕਰ ਸਕਦੇ ਹਾਂ, ਅਸੀਂ ਹਰ ਚੀਜ਼ 'ਚ ਆਪਣਾ ਸੋਲਿਊਸ਼ਨ ਜਿਹੜਾ ਸਾਨੂੰ ਗੁਰੂ ਮਹਾਰਾਜ ਨੇ ਦਿੱਤਾ ਸੀ, ਜਦੋਂ ਯਾਦ ਰੱਖਾਂਗੇ ਤਾਂ ਆਹ ਮਾਡਰਨ ਲਾਈਫ ਸਟਾਈਲ ਸਾਨੂੰ ਕੁਝ ਨਹੀਂ ਕਹਿ ਸਕਦਾ, ਅਸੀਂ ਆਪਣੀ ਸਿਹਤ ਬਰਕਰਾਰ ਰੱਖ ਸਕਦੇ ਹਾਂ। ਸੋ ਖੈਰ ਛੋਟੀਆਂ ਛੋਟੀਆਂ ਕੁਝ ਗੱਲਾਂ, ਹੁਣ ਅਸੀਂ ਹੱਸਦੇ ਘੱਟ ਆ, ਅੱਗੇ ਸਾਨੂੰ ਮਜ਼ਾਕ ਬੜੇ ਕਰਦੇ ਸੀ ਅਸੀਂ ਇੱਕ ਦੂਜੇ ਨੂੰ, ਹੁਣ ਅਸੀਂ ਮਜ਼ਾਕ ਨਹੀਂ ਕਰ ਸਕਦੇ, ਗੁੱਸਾ ਬੜੀ ਛੇਤੀ ਆ ਜਾਂਦਾ ਹੈ ਨਾ। ਬੱਚਿਆਂ ਨਾਲ ਖੇਡਣਾ, ਕਿ ਹੁਣ ਤੁਸੀਂ ਹੈਰਾਨ ਹੋਵੋਗੇ ਜੇ ਮੈਂ ਕਹਾਂ ਕਿ ਇੱਕ ਇਨਸਾਨ ਜਿਹੜਾ ਬੱਚਿਆਂ ਨਾਲ ਬਹੁਤ ਇੰਜੋਏ ਕਰਦਾ ਹੈ, ਬੱਚਿਆਂ ਨਾਲ ਹੱਸਦਾ ਹੈ ਖੇਡਦਾ, ਉਹ ਸਿਹਤਮੰਦ ਹੈ। ਜਿਹਨੂੰ ਬੱਚਿਆਂ ਨਾਲ ਖੇਡਣਾ ਹੱਸਣਾ ਪਸੰਦ ਨਹੀਂ, ਉਹ ਰੋਗੀ ਹੈ। ਸ਼ਾਇਦ ਤੁਸੀਂ ਮੇਰੇ ਤੇ ਹੱਸੋਗੇ ਵੀ ਇਹ ਵੀ ਕੋਈ ਗੱਲ ਹੋਈ, ਹੈ ਨਾ। ਸੋ ਇਹ ਵਾਕਈ ਛੋਟੇ ਛੋਟੇ ਜਿਹੜੇ ਰੋਗ ਆ ਸਾਨੂੰ ਪਹਿਚਾਨਣੇ ਸਿਖਾਏ ਸੀ, ਸਾਨੂੰ ਇੰਨੇ ਆਤਮ ਨਿਰਭਰ ਗੁਰਬਾਣੀ ਨੇ ਬਣਾਇਆ ਸੀ। ਤੇ ਅਸੀਂ ਕਿੱਥੇ ਨਿਰਭਰ ਹੋ ਗਏ, ਅਸੀਂ ਨਿਰਭਰ ਹੋ ਗਏ ਮਟੀਰੀਅਲ ਨਿਰਭਰ, ਆਤਮ ਨਿਰਭਰ ਤੋਂ ਮਟੀਰੀਅਲ ਨਿਰਭਰ ਹੋ ਗਏ। ਇਸ ਕਰਕੇ ਅਸੀਂ ਹੱਸਣਾ ਭੁੱਲ ਗਏ, ਬੱਚਿਆਂ ਨਾਲ ਖੇਡਣਾ ਭੁੱਲ ਗਏ, ਉਹ ਮਜ਼ਾਕ, ਉਹ ਸੰਗਤ। ਖੈਰ ਇੱਕ ਮਿੰਟ, ਹਾਂਜੀ। ਸੋ ਨੈਕਸਟ ਸਲਾਈਡ ਆਪ ਜੀ ਦੇ ਸਾਹਮਣੇ ਆਈ, ਜਿਹਦੇ ਵਿੱਚ 4 ਪੱਖ ਚੱਕਣ ਦੀ ਕੋਸ਼ਿਸ਼ ਕੀਤੀ ਜਿਹੜੇ ਸਾਨੂੰ ਪ੍ਰਭਾਵਿਤ ਕਰ ਰਹੇ ਨੇ। ਪਹਿਲਾ ਤੇ ਹੈਗਾ ਜੀ ਤੇਜ਼ ਰਫ਼ਤਾਰੀ। ਸਾਰਿਆਂ ਨੂੰ ਪਤਾ ਕਿੰਨੀ ਰਫ਼ਤਾਰ ਆਪਣੀ ਤੇਜ਼ ਹੋ ਗਈ ਹੈ ਨਾ। ਤੇਜ਼ ਰਫ਼ਤਾਰੀ ਨੂੰ ਜੇ ਮੈਂ ਐਕਸਪਲੇਨ ਕਰਾਂ, ਇੱਕ ਮਿੰਟ ਜਸਟ ਮਿਊਟ ਕरें। ਤੇਜ਼ ਰਫ਼ਤਾਰੀ ਨੂੰ ਜੇ ਮੈਂ ਐਕਸਪਲੇਨ ਕਰਾਂ ਤਾਂ ਮੈਂ ਕਹਿ ਸਕਦੀ ਹਾਂ ਵੀ ਕੋਈ ਵੀ ਬੰਦਾ ਲਗਾਤਾਰ ਜਦੋਂ ਕੰਮ ਕਰ ਰਿਹਾ, ਲਗਾਤਾਰ, ਅਸੀਂ ਕਈ ਵਾਰੀ ਕਈ ਇਨਸਾਨਾਂ ਨੂੰ ਮਿਲਦੇ ਹਾਂ, ਉਹ ਕਹਿੰਦੇ ਬਿਜ਼ੀ ਹਰ ਵੇਲੇ ਬਿਜ਼ੀ ਆ ਮੈਂ, ਹਨਾ। ਜਿਹੜਾ ਬੰਦਾ ਕੋਈ ਲਗਾਤਾਰ ਕੰਮ ਕਰ ਰਿਹਾ, ਇੱਕ ਟਾਈਮ ਤੇ ਇੱਕ ਤੋਂ ਜ਼ਿਆਦਾ ਕੰਮ ਕਰ ਰਿਹਾ, ਇੱਕ ਟਾਈਮ ਤੇ ਇੱਕ ਤੋਂ ਜ਼ਿਆਦਾ ਕੰਮ ਕਰ ਰਿਹਾ, ਜਾਂ ਫਿਰ ਜਦੋਂ ਤੁਹਾਡੀ ਜੌਬ ਦੇ ਵਿੱਚ ਤੁਹਾਨੂੰ ਕਿਹਾ ਜਾਵੇ ਕਿ ਕੀ ਤੁਹਾਡੇ 'ਚ ਟਾਈਮ ਮੈਨੇਜਮੈਂਟ ਸਕਿੱਲਸ ਹੈਗੀਆਂ। ਦੇਖੋ ਅਸੀਂ ਜਦੋਂ ਮਲਟੀਪਲ ਟਾਸਕ ਹੋਣਗੇ, ਡੈਡਲਾਈਨਸ ਹੋਣਗੀਆਂ, ਸਮਾਂ ਘੱਟ ਹੋਏਗਾ, ਤਾਂ ਨੈਚੁਰਲੀ ਟਾਈਮ ਤਾਂ ਉਹਨਾਂ ਕੀ ਹੈ, ਉਹਨੇ ਕੁ ਟਾਈਮ ਨੂੰ ਮੈਨੇਜ ਕਰਨ ਦੀ ਵੀ ਸਕਿੱਲ ਸਾਨੂੰ ਚਾਹੀਦੀ ਹੈ। ਸੋ ਮੈਂ ਤੇਜ਼ ਰਫ਼ਤਾਰੀ ਦੇ ਤੁਹਾਨੂੰ ਕੁਝ ਖਾਸੀਅਤ ਦੱਸਦੀ, ਉਹਦਾ ਮਤਲਬ ਹੈ ਵੀ ਅਸੀਂ ਲਗਾਤਾਰ ਹੀ ਕੰਮ ਕਰ ਰਹੇ ਹਾਂ, ਅਸੀਂ ਇੱਕ ਟਾਈਮ ਤੇ ਇੱਕ ਤੋਂ ਜ਼ਿਆਦਾ ਕੰਮ ਕਰ ਰਹੇ ਹਾਂ, ਸਾਡੇ ਕੋਲ ਹਾਈ ਐਕਸਪੈਕਟੇਸ਼ਨਸ ਹੈ, ਉਮੀਦਾਂ ਸਾਡੀਆਂ ਜ਼ਿਆਦੀਆਂ, ਡੈਡਲਾਈਨਸ ਹੈ, ਤੇ ਮੈਨੂੰ ਦੱਸਦੇ ਹੀ ਸਟ੍ਰੈਸ ਹੋ ਗਿਆ। ਤਾਂ ਤੁਸੀਂ ਸੋਚੋ ਵੀ ਜਿਹੜੇ ਲੋਕ ਇਹੋ ਜਿਹੇ ਮਾਹੌਲ 'ਚ ਵਿਚਰ ਰਹੇ ਨੇ, ਉਹਨਾਂ 'ਚ ਕਿੰਨਾ ਸਟ੍ਰੈਸ ਹੋਏਗਾ। ਤੇਜ਼ ਰਫ਼ਤਾਰੀ ਨੂੰ ਆਪਾਂ ਅੱਗੇ ਜਾ ਕੇ ਹੋਰ ਡਿਸਕਸ ਕਰਾਂਗੇ। ਦੂਜਾ ਪੱਖ ਜਿਹੜਾ ਕਿ ਸਾਨੂੰ ਬਿਮਾਰ ਕਰ ਰਿਹਾ, ਉਹ ਹੈਗੀ ਪਦਾਰਥਾਂ ਦੀ ਬਹੁਤਾਤ। ਪਦਾਰਥਾਂ ਦੀ ਬਹੁਤਾਤ ਕਿੰਨੀ ਹੋ ਗਈ ਹੈ, ਮੈਨੂੰ ਇਹ ਵੀ ਦੱਸਣ ਦੀ ਲੋੜ ਨਹੀਂ, ਆਲੇ ਦੁਆਲੇ ਨਜ਼ਰ ਮਾਰੀ ਜਾਵੇ ਕੀ ਹੈ ਪਦਾਰਥ ਦੀ। ਆਪਣੇ ਆਪ ਨੂੰ ਅਸੀਂ ਵੈਲ ਆਫ ਸ਼ੋ ਕਰਨਾ ਹੈ ਤਾਂ ਸਾਨੂੰ ਜ਼ਿਆਦਾ ਪਦਾਰਥ ਚਾਹੀਦੇ ਹੈ। ਲੋੜ ਤੋਂ ਵੱਧ ਖਰੀਦਣਾ, ਉਹ ਹੈਗਾ ਸਾਡਾ ਪਦਾਰਥਾਂ ਦੀ ਬਹੁਤਾਤ ਬਿਮਾਰੀ ਹੈ, ਜਿਹੜੀ ਲੋੜ ਤੋਂ ਵੱਧ ਖਰੀਦਣ ਦੀ। ਠੀਕ ਹੈ, ਅੱਛਾ, ਜਦੋਂ ਹੁਣ ਤੁਸੀਂ ਖਰੀਦ ਲਿਆ ਇੰਨਾ ਕੁਛ, ਫਿਰ ਉਹਨੂੰ ਮੇਨਟੇਨ ਕਰਨਾ, ਜੇ ਘਰ ਦੇ ਕਿਸੇ ਵੀ ਕੋਨੇ 'ਚ ਪਿਆ, ਉਹਦੀ ਨੈਗੇਟਿਵ ਐਨਰਜੀ ਕ੍ਰੀਏਟ ਹੋ ਰਹੀ ਆ, ਉਹਦਾ ਇੱਕ ਸਟ੍ਰੈਸ ਹੈਗਾ ਤੁਹਾਡੇ ਕੋਲ। ਉਸ ਤੋਂ ਇਲਾਵਾ ਜੇ ਹੋ ਸਕਦਾ ਕਿ ਤੁਸੀਂ ਸ਼ਾਇਦ ਕਿਸੇ ਐਡਵਰਟਾਈਜ਼ਮੈਂਟ ਦੇ ਉਹਦੇ 'ਚ ਆ ਕੇ ਭੁਲਾਵੇ ਵਿੱਚ, ਜਾਂ ਫਿਰ ਕਿਸੇ ਆਪਣੇ ਫਰੈਂਡ ਰਿਸ਼ਤੇਦਾਰ ਨੂੰ ਕਿਤੇ WhatsApp ਕਿਤੇ Facebook ਤੇ ਦੇਖ ਲਿਆ ਵੀ ਇਹ ਤਾਂ ਘੁੰਮਣ ਗਏ ਨੇ ਯੂਰਪ ਦੇ ਟ੍ਰਿਪ ਤੇ ਛੁੱਟੀਆਂ 'ਚ, ਤੇ ਅਗਲੀ ਵਾਰੀ ਸ਼ਾਇਦ ਲੋਨ ਲੈ ਕੇ ਤੁਸੀਂ ਘੁੰਮਣ ਜਾਓਗੇ। ਸੋ ਉਹ ਵਾਲਾ ਸਟ੍ਰੈਸ। ਸੋ ਇਹ ਜਿਹੜੀ ਪਦਾਰਥਾਂ ਦੀ ਬਹੁਤਾਤ ਹੈ, ਇਹ ਵੀ ਆਪਾਂ ਅੱਗੇ ਜਾ ਕੇ ਡਿਸਕਸ ਕਰਾਂਗੇ ਵੀ ਕਿੱਦਾਂ ਉਹ ਤੁਹਾਡੇ ਸਟ੍ਰੈਸ ਬਣ ਰਹੀ ਹੈ।
अल्टीमेटली हर एक जो ये चीज है, तेज रफ्तारी, पदार्थां ਦੀ ਬਹੁਤਾਤ, फिर ਸਰੀਰਕ ਹਿਲਜੁਲ ਦੀ ਘਾਟ। ਸਰੀਰਕ ਹਿਲਜੁਲ ਦੀ ਘਾਟ ਤੇ ਤੁਸੀਂ ਦੇਖੋਗੇ ਵੱਡੇ ਤੋਂ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਖਤਮ ਹੈ। ਫਿਰ ਅਗਰ ਤੁਸੀਂ ਅੱਛਾ ਅਮੀਰ ਦੀ ਤਾਂ ਚਲੋ ਮੰਨਦੇ ਆ ਕਿ ਗਰੀਬਾਂ ਦੇ ਵਿੱਚ ਵੀ ਜੇ ਅਸੀਂ ਕਿਤੇ ਝਾਤ ਮਾਰਦੇ ਆ ਤੇ ਉੱਥੇ ਵੀ ਕਿਤੇ ਨਾ ਕਿਤੇ ਕਲੇਸ਼ ਹੈਗਾ। ਜੇ ਅਸੀਂ ਜ਼ਿਮੀਂਦਾਰਾਂ ਦੇ ਮੁੰਡਿਆਂ ਨੂੰ ਦੇਖਦੇ ਆ ਤੇ ਉਹਨਾਂ ਨੂੰ ਵੀ ਬੜਾ ਹੀ ਪਰੇਸ਼ਾਨ ਹੈ ਕਿਸਾਨ ਬਾਪ ਕਿ ਹਾਂ ਇਹ ਕੰਮ ਨਹੀਂ ਕਰਦਾ ਹੱਥੀ, ਤੇ ਕਿੱਦਾਂ ਉਹਨਾਂ ਦੀ ਹਿਲਜੁਲ ਘਟ ਗਈ। ਅਸੀਂ ਸਾਰੇ ਤਾਂ ਚਲੋ ਸ਼ਹਿਰਾਂ 'ਚ ਰਹਿ ਰਹੇ ਆ, ਮਸ਼ੀਨਾਂ ਵਰਤ ਲੀਆਂ ਹਨਾ, ਗੱਡੀਆਂ ਆ ਗਈਆਂ। ਖੇਤ ਵਾਲੇ ਬੰਦੇ ਦੀ ਵੀ ਸਰੀਰਕ ਹਿਲਜੁਲ ਘਟੀ ਹੋਈ ਹੈ। ਖੇਤੀ ਵੀ ਓਨੀ ਸਰੀਰਕ ਮਿਹਨਤ ਨਹੀਂ ਰਹੀ ਜਿੰਨੀ ਕਿ ਪਹਿਲਾਂ ਸੀ। ਖੈਰ ਇਹ ਵੀ ਆਪਾਂ ਦੇਖ ਲੈਂਦੇ ਆ। ਉਸ ਤੋਂ ਬਾਅਦ ਜਿਹੜੀ ਆਖਰੀ ਚੀਜ਼ ਹੈ, ਮੈਂ ਲਾਸਟ ਪੁਆਇੰਟ, ਆਪਾਂ ਕੁਦਰਤ ਨਾਲ ਛੇੜਛਾੜ। ਜਿਹੜੀ ਕੁਦਰਤ ਨਾਲ ਛੇੜਛਾੜ ਹੈ, ਅਸੀਂ ਕੁਦਰਤ ਦਾ ਬੈਲੈਂਸ ਨॉन इको मतलब ਅਸੀਂ नॉन इको फ्रेंडली हैबिट्स है ਸਾਡੇ ਵਿੱਚ। ਔਰ ਇਹ ਸਾਰੀਆਂ ਚੀਜ਼ਾਂ, ਤੇਜ਼ ਰਫ਼ਤਾਰੀ, ਪਦਾਰਥਾਂ ਦੀ ਬਹੁਤਾਤ, ਸਰੀਰਕ ਹਿਲਜੁਲ, ਇਹ ਸਾਰੀਆਂ ਚੀਜ਼ਾਂ ਤੇ ਹੋਰ ਵੀ ਬੜੇ ਪੱਖ ਇੱਕ ਚੀਜ਼ ਤਾਂ 100% ਕਰ ਹੀ ਰਹੇ ਨੇ, ਕੁਦਰਤ ਦੀ ਖਰਾਬੀ। ਸੋ ਇਹ ਵੀ ਸਮਝਣਾ, ਕਿਉਂਕਿ ਬਹੁਤ ਜ਼ਿਆਦਾ ਹਰ ਇਨਸਾਨ ਲਈ ਵੱਖਰਾ ਹੋਏਗਾ, ਸਭ ਲਈ ਵੱਖਰਾ ਹੋਏਗਾ, ਬਟ ਫਿਰ ਵੀ ਮੈਂ ਜਨਰਲ ਜਿਹਾ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੀ ਵੀ ਕੁਦਰਤ ਦੀ ਖਰਾਬੀ। ਤੇ ਇਹ ਸਾਰੀਆਂ ਚੀਜ਼ਾਂ ਕਿਤੇ ਸਿੱਧੇ ਤੌਰ ਤੇ ਤੁਹਾਡੇ ਸਰੀਰ ਤੇ ਪ੍ਰਭਾਵ ਪਾ ਰਹੀਆਂ, ਕਿਤੇ ਤੁਹਾਡੇ ਮਨ ਤੇ ਕਿਤੇ ਇਮੋਸ਼ਨਸ ਤੇ ਰਲ ਮਿਲ ਕੇ ਇਹ ਸਾਰੇ ਸਾਨੂੰ ਬਿਮਾਰ ਕਰ ਰਹੇ ਨੇ। ਅਸੀਂ ਹੁਣ ਦੇਖਣਾ ਹੈ ਕਿ ਕਿਵੇਂ ਅਸੀਂ ਇਸ ਦੇ ਨਾਲ ਫਾਈਟ ਕਰਨੀ ਜਾਂ ਇਸ ਤੋਂ ਉੱਪਰ ਕਿਵੇਂ ਉੱਠਣਾ ਹੈਗਾ। ਹਾਂਜੀ, ਸੋ ਨੈਕਸਟ ਮੇਰੇ ਕੋਲ ਹੈ ਜੀ ਕੁਝ ਚੀਜ਼ਾਂ ਤੁਹਾਡੇ ਸਾਹਮਣੇ ਪੁਆਇੰਟਸ ਨੇ, 8 ਪੁਆਇੰਟਸ, ਜੇ ਮੈਂ ਕਹਾਂ 8 ਫਿਜ਼ੀਕਲ ਨੀਡਸ। ਹੁਣ ਜੇ ਮੈਂ ਕਿਸੇ ਇਨਸਾਨ ਨੂੰ ਕਹਿ ਦਿਆਂ ਕਿ ਆ 8 ਕੰਮ ਕਰ ਲੈ, ਤੈਨੂੰ ਕੋਈ ਬਿਮਾਰੀ ਨਹੀਂ ਹੋਏਗੀ, ਜਾਂ ਤੂੰ ਹੈਲਦੀ ਜੀਵਨ ਜੀਏਗਾ ਐਂਡ ਤੱਕ। ਦੇਖੋ ਕੀ ਹੈ, ਡੀਪ ਬਰੀਥਿੰਗ, ਪਾਣੀ ਪੀਓ, ਜਿੰਨੀ ਕੁ ਨੀਂਦ ਚਾਹੀਦੀ ਹੈ ਸੋ ਜਾਓ, ਅੱਛਾ ਭੋਜਨ ਖਾਓ, ਸੂਰਜ ਦੀ ਰੋਸ਼ਨੀ ਲਓ, ਬਾਕੀ ਸੰਗਤ ਵਿੱਚ ਰਹੋ, ਤੁਹਾਡੀ ਮੂਵਮੈਂਟ ਹੁੰਦੀਆਂ ਰਹਿਣ ਤਾਂ ਕਿ ਤੁਹਾਡੀ ਲਿੰਫ ਕਲੀਨਜ਼ਿੰਗ ਹੋ ਜਾਏ। मूवमेंट बस इन्नी की मूवमेंट करो, मैं कहती हाँ जिम नहीं करनी, कोई हार्ड एक्सरसाइज नहीं, बस मूवमेंट्स करनी है। फिर नॉन एनर्जी न्यूट्रिएंट्स मैं तुहानू दस्सां तां मैं वो कह सकदी हां भी जेड़े विटामिन मिनरल्स, जेड़े कि प्रोटीन कार्बोहाइड्रेट्स तो इलावा जेड़े नॉन एनर्जी न्यूट्रिएंट्स वो हुंदे ने जेड़े ਜਿਹੜੇ ਭੋਜਨ ਤੋਂ ਤੁਹਾਨੂੰ એનર્ਜੀ ਮਿਲਣੀ ਹੈ ਉਹਨੂੰ ਬ੍ਰੇਕ ਡਾਊਨ ਕਰਨ ਚ ਤੁਹਾਡੀ ਹੈਲਪ ਕਰਦੇ ਨੇ, ਉਹਨੂੰ ਡਾਈਜੈਸਟ ਕਰਨ ਚ ਤੁਹਾਡੀ ਹੈਲਪ ਕਰਦੇ। ਹੁਣ ਇਹ 8 ਪੁਆਇੰਟ ਮੈਂ 100% ਕਹਿੰਦੀ ਹਾਂ ਕਿ ਜੇ ਆ 8 ਪੁਆਇੰਟ ਤੁਹਾਡੇ ਸੈੱਟ ਆ, ਤੁਸੀਂ ਸੁਖਾਲੀ ਜਿਹਨੂੰ ਕਹਿੰਦੇ ਨਾ ਜ਼ਿੰਦਗੀ ਜਿਓਗੇ ਆਖਰੀ ਸਾਹ ਤੱਕ। ਪਰ ਤੁਸੀਂ ਹੱਸੋਗੇ, ਲੈ ਮੈਨੂੰ ਕੀ ਪਤਾ ਹੈ, ਕੋਈ ਡਾਕਟਰ ਹੈ, ਲੈ ਆ ਕੀ ਹੈ, ਸਿੰਪਲ ਜਿਹੀ ਗੱਲਾਂ ਤਾਂ ਪਤਾ ਹੀ ਹੈ। ਸੋ ਵੀ ਰਹੇ ਹਾਂ, ਸਾਨੂੰ ਐ ਲੱਗਦਾ ਅਸੀਂ ਪਾਣੀ ਵੀ ਪੀ ਰਹੇ ਹਾਂ, ਬਟ ਤੁਸੀਂ ਅੱਜ ਤੋਂ ਬਾਅਦ ਇਸ ਪ੍ਰੈਜੈਂਟੇਸ਼ਨ ਤੋਂ ਬਾਅਦ ਇਹਨੂੰ ਪ੍ਰੈਕਟੀਕਲੀ ਕਰਕੇ ਵੇਖਣਾ, ਤੁਸੀਂ ਜਾਣੋਗੇ ਕਿ ਇਹ ਸਾਰੇ ਸਾਡੇ 8 ਚੀਜ਼ਾਂ ਜਿਹੜੀਆਂ ਬੇਸਿਕ, ਇਹ ਸਭ ਡਿਸਟਰਬ ਹੋ ਰਹੀਆਂ ਕਿਹਦੇ ਕਰਕੇ, ਇਹਨਾਂ ਚਾਰਾਂ ਪੱਖਾਂ ਕਰਕੇ। ਤੇਜ਼ ਰਫ਼ਤਾਰੀ ਕਿੱਦਾਂ ਅੱਜ ਸਾਰੀਆਂ ਨੀਡਸ ਸਾਡੀਆਂ ਪੂਰੀਆਂ ਨਹੀਂ ਹੋਣ ਦੇ ਰਹੀ, ਪਦਾਰਥਾਂ ਦੀ ਬਹੁਤਾਤ ਕਿਵੇਂ ਇੰਟਰਫੇਅਰ ਕਰ ਰਹੀ ਹੈ, ਸਰੀਰਕ ਹਿਲਜੁਲ ਤਾਂ ਸਾਨੂੰ ਪਤਾ ਲੱਗ ਹੀ ਰਿਹਾ। ਸੋ ਆ 8 ਚੀਜ਼ਾਂ ਜਿਹੜੀਆਂ ਸਾਨੂੰ ਸਿਹਤ ਦਿੰਦੀਆਂ ਹਨ। ਜਦੋਂ ਇਹਨਾਂ 8 ਚੀਜ਼ਾਂ ਤੋਂ ਅਸੀਂ ਦੂਰ ਹੋ ਜਾਂਦੇ ਹਾਂ ਤਾਂ ਫਿਰ ਤਰ੍ਹਾਂ ਤਰ੍ਹਾਂ ਦੀਆਂ ਨਾਮ ਜਿੰਨੇ ਮਰਜ਼ੀ ਲਾ ਲਓ, ਕਿੰਨੀਆਂ ਕੁ ਬਿਮਾਰੀਆਂ ਨੇ, ਉਹ ਅਸੀਂ ਇੱਕ ਬਿਮਾਰੀ ਨਹੀਂ, ਅਸੀਂ ਜੜ ਨੂੰ ਫੜ ਰਹੇ ਹਾਂ ਕਿ ਕਿਸ ਤਰ੍ਹਾਂ ਓਵਰਆਲ ਅਸੀਂ ਹੈਲਦੀ ਰਹਿ ਸਕਦੇ ਹਾਂ। ਸੋ ਇਹ ਆਪ ਜੀ ਦੇ ਸਾਹਮਣੇ ਜੋ ਸਕਰੀਨ ਹੈ ਇਹਦੇ ਵਿੱਚ ਅਸੀਂ ਇਹ ਇੱਕ ਮਿੰਟ ਸੌਰੀ, ਹਾਂਜੀ, ਇਹਦੇ ਵਿੱਚ ਅਸੀਂ आई थिंक सिर्फ मैं तुहानू नॉन एनर्जी एक्सप्लेन किया है, लिम्फ मूवमेंट्स उत्थों तक कि जित्थों तक तुहाडे लिम्फ्स दी क्लींजिंग हुंदी रहे। लास्ट एक पॉइंट हैगा सी सेकंड लास्ट, फिजिकल टच एंड कम्युनिटी। साडे एक शरीर दी सब तो वड्डी लोड़ है संगत। गुरबाणी विच भी संगत दा थां ते इंपॉर्टेंस दर्शाई गई है। संगत इन्नी वड्डी चीज है, संगत इन्नी वड्डी चीज है कि देखो ना, ਉਹਦਾ ਸਿਹਤ ਤੇ ਉਹਦਾ ਇਮੋਸ਼ਨ ਤੇ ਉਹਦਾ ਤੁਹਾਡੇ
ਧਨ ਦੌਲਤ, ਤੁਹਾਡੇ ਹਰ ਚੀਜ਼ ਤੇ ਫਰਕ ਪੈਂਦਾ ਹੈ। ਸੋ ਫਿਜ਼ੀਕਲ ਟੱਚ ਐਂਡ ਕਮਿਊਨਿਟੀ, ਮੈਂ ਸਮਝਦੀ ਹਾਂ ਵੀ ਮਾਂ ਜੇ ਅੱਜ ਬੱਚਿਆਂ ਨੂੰ ਜੱਫੀ ਨਹੀਂ ਪਾ ਰਹੀ, ਜੇ ਅਸੀਂ ਸੰਗਤ ਚ ਮਿਲ ਕੇ ਘੁੱਟ ਕੇ ਜੱਫੀ ਪਾ ਕੇ ਨਹੀਂ ਮਿਲ ਰਹੇ ਹਾਂ, ਜੇ ਅਸੀਂ ਬੱਚੇ ਛੋਟੇ ਰਾਤ ਨੂੰ ਸੌਣ ਵੇਲੇ ਪ੍ਰੈਕਟਿਸ ਨਹੀਂ ਹੈ ਬਜ਼ੁਰਗਾਂ ਦੇ ਲੱਤਾਂ ਘੁੱਟਣ ਦੀ, ਹੈਨਾ, ਜੇ ਅੱਜ ਮਾਵਾਂ ਨੂੰ ਬੱਚਿਆਂ ਦੀ ਮਾਲਿਸ਼ ਕਰਨ ਦਾ ਟਾਈਮ ਨਹੀਂ ਹੈ, ਜੇ ਇੱਕ ਹਸਬੈਂਡ ਵਾਈਫ ਦਾ ਵੀ ਕੋਰਡੀਅਲ ਰਿਲੇਸ਼ਨ ਨਹੀਂ ਹੈ, ਤਾਂ ਉਹ ਬਿਮਾਰ ਨੇ। ਅਸੀਂ ਖੁੱਲ ਕੇ ਗੱਲ ਨਹੀਂ ਕਦੀ ਕਰਦੇ ਆ, ਬਟ ਫਿਜ਼ੀਕਲ ਟੱਚ ਜਿਹੜਾ ਹੈਗਾ ਉਹ ਤੁਸੀਂ ਪੜ੍ਹ ਵੀ ਸਕਦੇ ਹੋ, ਰਿਸਰਚ ਵੀ ਹੋ ਚੁੱਕੀ ਆ। ਅੱਜ ਦੇਖੋ ਇੱਕ ਕੰਗਰੂ, ਮੈਨੂੰ ਨਾਮ ਨਹੀਂ ਯਾਦ ਆ ਰਿਹਾ, ਇੱਕ ਟਰਮ ਦਿੰਦੇ ਨੇ ਜਦੋਂ ਬੱਚਾ ਪੈਦਾ ਹੁੰਦਾ ਵੈਸਟਰਨ ਕੰਟਰੀਆਂ ਚ, ਸਕਿਨ ਟੂ ਸਕਿਨ ਬੱਚੇ ਨੂੰ ਆਪਣੇ ਪੇਰੈਂਟਸ ਦੇ ਨਾਲ ਟੱਚ ਕਰਾਇਆ ਜਾਂਦਾ ਹੈ। ਕਿੱਡੀ ਵੱਡੀ ਰਿਸਰਚ ਹੋ ਚੁੱਕੀ ਹੈ ਵੀ ਇੱਕ ਟੱਚ ਜਿਹੜਾ ਹੈਗਾ ਉਹ ਤੁਹਾਡੇ ਕਿਵੇਂ ਅੰਦਰੋਂ ਰੋਗ ਕੱਟਦਾ ਹੈ। ਸੋ ਅੱਗੇ ਚੱਲਦੇ ਹਾਂ ਜੀ। ਅੱਛਾ, ਸੰਗਤ ਦੇ ਕੁਝ ਫਾਇਦੇ, ਹੁਣ ਮੇਰਾ ਧਿਆਨ ਇੱਧਰ ਚਲਾ ਗਿਆ ਸੀਗਾ। ਸਾਡੇ ਸਰਕਲ ਵਿੱਚ ਸਾਨੂੰ, ਮੈਂ ਸੋਚਦੀ ਸੀ ਵੀ ਅਸੀਂ ਵੀ ਮਿਸ਼ਨਰੀ ਆਪਸ ਚ ਜੁੜੇ ਹੋਏ ਆ, ਇੱਕ ਬੜਾ ਪਿਆਰਾ ਜਿਹਾ ਸਰਕਲ ਬਣਿਆ। ਪਿੱਛੇ ਸਮਾਗਮ ਸੀਗਾ, ਫਟਾਫਟ ਅਸੀਂ ਨੇੜੇ ਨੇੜੇ ਇਕੱਠੇ ਹੋ ਗਏ, ਤੇ ਸਾਨੂੰ ਕੀ ਫਾਇਦੇ ਹੋ ਰਹੇ ਨੇ। ਇੱਕ ਤਾਂ ਅਸੀਂ ਸੇਫ ਤੇ ਸਿਕਿਉਰ ਫੀਲ ਕਰਦੇ ਹਾਂ। ਅਸੀਂ ਸਾਰਿਆਂ ਕੋਲ ਇੱਕ ਇੱਕ ਬੱਚਾ ਹੈ, ਕਦੀ ਮਤਲਬ ਇੰਨਾ ਸਾਨੂੰ ਭਰੋਸਾ ਹੈ, ਇੰਨਾ ਪਿਆਰ, ਸੇਫ ਸਿਕਿਉਰਿਟੀ ਹੈ, ਇੱਕ ਦੂਜੇ ਦੇ ਬੱਚਿਆਂ ਨੂੰ ਆਪਣੇ ਇੱਕ ਦੂਜੇ ਦੇ ਕੋਲ ਛੱਡ ਜਾਂਦੇ ਆ ਬੇਫਿਕਰੀ ਦੇ ਨਾਲ, ਹੈਨਾ। ਫਿਰ ਹੁਣ ਜਿੱਦਾਂ ਸਾਡੇ ਬੱਚਿਆਂ ਦੇ ਕੋਲ ਸਪੋਜ਼ ਗੇਮਸ ਹੈ ਕੁਝ, ਹੈਨਾ, ਪੂਲ ਹੈ ਇੱਕ ਬੱਚੇ ਕੋਲ, ਤੇ ਦੂਜਾ ਬੱਚਾ ਖਰੀਦਦਾ ਨਹੀਂ ਹੈ, ਹੈਨਾ, ਉਹ ਕਹਿੰਦਾ ਠੀਕ ਹੈ ਪੂਲ ਇਹਦੇ ਕੋਲ ਹੈਗਾ ਤੇ ਬੈਡਮਿੰਟਨ ਮੈਂ ਲੈ ਲੈਣਾ, ਸ਼ੇਅਰਿੰਗ ਹੈਗੀ ਹੈ ਸਾਡੀ, ਖਰਚਾ ਬਚ ਰਿਹਾ, 3 ਜਣੇ 3 ਚੀਜ਼ਾਂ ਖਰੀਦ ਰਹੇ ਆ, ਤੇ ਇੱਕ ਬੰਦੇ ਕੋਲ ਤਿੰਨੋਂ ਚੀਜ਼ਾਂ ਹੋ ਰਹੀਆਂ। ਉਸ ਤੋਂ ਬਾਅਦ ਸਾਡੇ ਰਿਸ਼ਤੇ ਕਿੰਨੇ ਸੋਹਣੇ, ਸਾਨੂੰ ਆਪਸ ਚ ਵਾਕਫ, ਲਾਈਕ ਮਾਈਂਡਡ ਲੋਕਾਂ ਦੇ, ਸਾਡੇ ਜਿਹੜੇ ਵੱਡੇ ਆ, ਹੁਣ ਵੱਡੇ ਸਾਡੀ ਡਿਊਟੀ ਲਾ ਰਹੇ ਕਿ ਹਾਂ ਇੱਕ ਦੂਜੇ ਦੇ ਦੇਖੋ ਜੀ ਮੈਚ ਦੇਖੋ, ਆ ਬੱਚੇ ਦਾ ਵਿਆਹ ਕਰਨਾ, ਹੁਣ ਅਸੀਂ ਆ ਬੱਚੇ ਦਾ ਵਿਆਹ ਕਰਨਾ, ਸਾਨੂੰ ਫਿਕਰ ਹੈ। ਫਿਰ ਉਸ ਤੋਂ ਬਾਅਦ ਸਪੋਜ਼ ਅਸੀਂ ਕੋਈ ਬਿਜ਼ਨਸ ਸ਼ੁਰੂ ਕਰਦੇ ਹਾਂ, ਅਸੀਂ ਸਾਰੇ ਹੀ ਜਾਣੇ ਆਪਣੇ ਉਸ ਇੱਕ ਸਰਕਲ ਦੇ ਬੰਦੇ ਨੇ ਬਿਜ਼ਨਸ ਸ਼ੁਰੂ ਕੀਤਾ, ਮਾਣ ਹੁੰਦਾ ਹੈ, ਉਸ ਤੋਂ ਬਾਅਦ ਫਿਰ ਉਹਨੂੰ ਪ੍ਰਮੋਟ ਕਰਦੇ ਆ। ਮਤਲਬ ਕਿੰਨੇ ਕੁ ਜ਼ਿਆਦਾ ਸੰਗਤ ਦੇ ਬੈਨੀਫਿਟਸ ਹੈ, ਤੇ ਉਹ ਇਮੋਸ਼ਨਲੀ ਸਾਨੂੰ ਠੀਕ ਕਰ ਰਹੀ ਹੈ। ਤੇ ਬਾਰ-ਬਾਰ ਇਹ ਗੱਲ ਯਾਦ ਆਉਂਦੀ ਹੈ ਵੀ ਜਦੋਂ ਮਨ ਤਕੜਾ ਹੈ ਨਾ, ਫਿਰ ਆਰਾ ਚੱਲ ਜਾਂਦਾ ਹੈ, ਠੀਕ ਹੈ। ਬਿਮਾਰੀ ਤਾਂ ਦੂਰ ਦੀ ਗੱਲ ਹੈ, ਉਹ ਤਾਂ ਨੇੜੇ ਨਹੀਂ ਆਉਂਦੀ ਬਿਲਕੁਲ ਵੀ। ਸੋ ਜੇ ਇਹ ਤੇਜ਼ ਰਫ਼ਤਾਰੀ ਨੂੰ ਵੀ ਡਿਸਕਸ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਕਹਾਂ ਕਿ ਜਿੰਨਾ ਜਿੰਨਾ ਤੁਸੀਂ ਆਪਣੇ ਇੱਕ ਇੱਕ ਔਗਣ ਦੂਰ ਕਰਦੇ ਹੋ, ਅਸੀਂ ਕਹਿੰਦੇ ਆ ਵੀ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ, ਕਿੱਦਾਂ ਕਾਲਾ ਹੋਇਆ ਪਿਆ, ਔਗਣਾਂ ਦੇ ਨਾਲ ਹੀ ਕਾਲਾ ਹੋਇਆ ਪਿਆ ਨਾ। ਤੇ ਇੱਕ ਇੱਕ ਔਗਣ ਧੋਂਦੇ ਜਾਓ, ਇੱਕ ਇੱਕ ਗੁਣ ਵਿੱਚ ਵੜਦੇ ਜਾਓ, ਤੇ ਜਦੋਂ ਇੱਕ ਇੱਕ ਗੁਣ ਆਂਦਾ ਤੇ ਤੁਸੀਂ ਕੀ ਹੋ ਰਹੇ ਹੋ, ਮਤਲਬ ਇੱਕ ਸਟੈਪ ਪਰਮਾਤਮਾ ਬਣ ਜਾਂਦੇ ਹੋ, ਇੱਕ ਹੋਰ ਗੁਣ ਆਇਆ ਹੋਰ ਪਰਮਾਤਮਾ ਬਣੇ। ਕਦੀ ਐਵੇਂ ਦੀ ਸਟੇਜ ਆਉਂਦੀ ਕਿ ਪੂਰੇ ਔਗਣ ਖਤਮ ਹੁੰਦੇ ਤੇ ਤੁਸੀਂ ਗੁਣੀ ਹੋ ਜਾਂਦੇ ਹੋ ਤੇ ਪਰਮਾਤਮਾ ਹੀ ਬਣ ਜਾਂਦੇ ਹੋ। ਤੇ ਜਦੋਂ ਤੁਸੀਂ ਗੁਣਾਂ ਨੂੰ ਅਵਗੁਣਾਂ ਨੂੰ ਗੁਣਾਂ ਦੇ ਵਿੱਚ ਪਰਿਵਰਤਨ ਕਰਦੇ ਹੋ, ਕੀ ਹੋ ਰਿਹਾ, ਮਰ ਮਰ ਕੇ ਜਿਉ ਰਹੇ ਹੋ ਨਾ, ਤੇ ਮੌਤ ਵਿੱਚੋਂ ਹੀ ਤਾਂ ਅਸਲ ਜ਼ਿੰਦਗੀ ਹੈ ਨਾ। ਮੌਤ ਹੀ ਤਾਂ ਸਿਖਾਉਂਦੀ ਹੈ ਜਿਉਣਾ। ਜਦੋਂ ਇੱਕ ਔਗਣ ਖਤਮ ਹੁੰਦਾ ਹੈ, ਆਲਸ, ਸਪੋਜ਼ ਆਲਸ ਹੀ ਹੈ, ਮੇਰੇ ਕੋਲ ਸਵੇਰੇ ਨਹੀਂ ਉੱਠਿਆ ਜਾ ਰਿਹਾ, ਮੈਂ 7 ਵਜੇ ਉੱਠ ਰਹੀ ਹਾਂ, 8 ਵਜੇ ਉੱਠ ਰਹੀ ਹਾਂ, whatever be the reason, ਮੈਂ ਦੂਜੇ ਬੰਦੇ ਨੂੰ ਕਨਵਿੰਸ ਵੀ ਕਰ ਰਹੀ ਹਾਂ ਵੀ ਭਾਈ ਮੇਰਾ ਲਾਈਫ ਸਟਾਈਲ, ਕਦੀ ਵੇਲੇ ਸਿਰ, ਅੱਜ ਮੌਸਮ ਬਹੁਤ ਸੋਹਣਾ ਸੀ, 5 ਵਜੇ ਉੱਠੇ, ਕਾਲੀਆਂ ਘਟਾਵਾਂ ਛਾਈਆਂ ਸੀ, ਪੰਛੀ, ਚੰਡੀਗੜ੍ਹ ਪਰਮਾਤਮਾ ਦੀ ਕਿਰਪਾ ਨਾਲ ਮੋਹਾਲੀ ਸੋਹਣਾ ਵੀ ਬਹੁਤ ਹੈ, ਪੰਛੀ ਚਹਿਚਹਾ ਰਹੇ ਸੀ। ਇੱਕਦਮ ਤੁਸੀਂ ਉਸ ਨੇਚਰ 'ਚ ਜਦੋਂ ਜਾਂਦੇ ਹੋ ਤਾਂ ਅੰਦਰੋਂ ਇੱਕ ਬੜਾ ਵਧੀਆ ਸਾਹ ਆਉਂਦਾ ਹੈ, ਵਾਓ ਨਿਕਲਦਾ ਹੈ ਮੂੰਹ। ਉਹ ਕੀ ਹੈ, ਸੋਚਦੇ ਨਹੀਂ ਅਸੀਂ। ਕੁਦਰਤ ਦੇ ਵਿੱਚ ਪ੍ਰੈਜ਼ੈਂਟ ਹੋਣਾ ਹੀ ਬਹੁਤ ਸਾਰੇ ਤੁਹਾਡੇ ਜਿਹਨੂੰ ਕਹਿੰਦਾ ਨਾ ਕਰਮ ਕੱਟੇ ਜਾਂਦੇ ਨੇ, ਬਹੁਤ ਸਾਰੀਆਂ ਚੀਜ਼ਾਂ ਤੁਹਾਡੀਆਂ ਠੀਕ ਹੁੰਦੀਆਂ ਨੇ, ਮਾਨਸਿਕ ਵੀ ਤੇ ਸਰੀਰਕ ਵੀ। ਤੇ ਬਸ ਮੈਂ ਇਹ ਕਹਿੰਦੀ ਹਾਂ ਕਿ ਜਦੋਂ ਔਗਣਾਂ ਦੀ ਮੌਤ ਹੁੰਦੀ ਹੈ, ਗੁਣਾਂ ਵਾਲੀ ਜ਼ਿੰਦਗੀ ਅਸੀਂ ਉਹ ਇੰਜੋਏ ਕਰਦੇ ਹਾਂ ਮਾਰਨਿੰਗ ਨੂੰ, ਫਿਰ ਜਦੋਂ ਉਹ ਇੰਜੋਏ ਕਰਦੇ ਹੈਗੇ ਆ ਤੇ ਫਿਰ ਅਸੀਂ ਆਪਣਾ ਜਿਹਨੂੰ ਕਹਿੰਦੇ ਨਾ ਆਪਣਾ ਭਾਗ ਆਪ ਲਿਖਣਾ, ਉਹ ਹੁੰਦਾ ਫਿਰ। ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ, ਕਿਉਂ ਨਹੀਂ ਭਰੋਸਾ, ਕਦੀ ਨਹੀਂ ਫਿਰ ਰੜਕ ਕੇ ਮਰਨਾ ਅਸੀਂ ਬਿਮਾਰੀ ਨਾਲ, ਤੇ ਕਦੀ ਵੀ ਅਸੀਂ
डिपेंडेंट नहीं होना मानसिक तौर ते, है ना। अच्छा जी, हुण ਅਸੀਂ डिस्कस कर रहे हैं जी तेज रफ्तारी। ਇਹ ਤੁਸੀਂ ਹੁਣ तक शायद रीड कर भी लिया होगा। बदहजमी, ਇਹ ਸਾਡੀ ਇਹ तेज रफ्तारी करके ਅੱਜ ਸਾਨੂੰ प्रॉब्लम है। अच्छा, ਸਰੀਰਕ ਵਾਤ ਦਾ ਅਨਸੰਤੁਲਨ, ਜਿਹੜਾ ਆਯੁਰਵੈਦਾ ਹੈ ਉਹ ਕਹਿੰਦਾ ਹੈ ਕਿ ਵਾਤ ਪਿੱਤ ਕਫ, ਇਹ ਤਿੰਨੋਂ ਚੀਜ਼ਾਂ ਸਾਡੇ ਸਰੀਰ ਦੀਆਂ ਜਿੰਨੀਆਂ ਵੀ ਬਿਮਾਰੀਆਂ ਨੇ, ਐਡਾ ਵੱਡਾ ਗ੍ਰੰਥ ਲਿਖਿਆ ਗਿਆ ਹਰ ਬਿਮਾਰੀ ਇਹਨਾਂ ਦੇ ਨਾ ਕੰਬੀਨੇਸ਼ਨ ਜਿਹੜੇ ਬਣ ਕੇ, ਕਿਸੇ ਦੀ ਵਾਤ ਤੇ ਪਿੱਤ ਹਿੱਲ ਗਈ, ਕਿਸੇ ਦੀ ਕਫ ਤੇ ਪਿੱਤ ਹਿੱਲ ਗਈ, ਹੈ ਨਾ, ਇਹਨਾਂ ਦੇ ਕੰਬੀਨੇਸ਼ਨਸ ਨਾਲ ਹੀ ਬਿਮਾਰੀਆਂ ਹੁੰਦੀਆਂ ਨੇ। ਪਰ ਜਦੋਂ ਵਾਤ ਹਿਲਦੀ ਹੈ ਨਾ ਤਾਂ ਕਫ ਤੇ ਪਿੱਤ ਉਨੀ ਦੇਰ ਠੀਕ ਨਹੀਂ ਹੋ ਸਕਦੀ। ਤੇ ਜਿਹੜੀ ਸਾਡੀ ਤੇਜ਼ ਰਫ਼ਤਾਰੀ ਹੈ, ਮਨ ਭੱਜਿਆ ਪਿਆ, ਉਹ ਸਭ ਤੋਂ ਜ਼ਿਆਦਾ ਸਾਡੀ ਵਾਤ ਨੂੰ ਡਿਸਟਰਬ ਕਰਦੀ ਹੈ। ਅੱਛਾ, ਫਿਰ ਸਾਨੂੰ ਕੀ ਹੋ ਰਿਹਾ ਹੈ ਕਿ ਨੀਂਦ, ਅੱਛਾ ਵਾਤ ਕੀ ਹੈ, ਸਾਰੀ ਬਾਡੀ ਦੇ ਵਿੱਚ ਇੱਕ ਹਵਾ ਘੁੰਮ ਰਹੀ ਹੈ, ਹਰ ਬਾਡੀ ਦੇ ਵਿੱਚ ਆਕਸੀਜਨ ਜਿਹੜੀ ਹੈ ਸਪਲਾਈ ਹੋ ਰਹੀ ਹੈ। ਜਦੋਂ ਤੁਹਾਡੀ ਸਟਮਕ ਤੋਂ ਪ੍ਰੋਪਰ ਖਾਣੇ ਨੂੰ, ਦੇਖੋ ਜਦੋਂ ਆਪਾਂ ਮਿਕਸਰ ਗ੍ਰਾਈਂਡਰ ਕਰਦੇ ਆ ਨਾ, ਮਿਕਸੀ ਚਲਾਉਂਦੇ ਆ, ਤੇ ਜਦੋਂ ਉਹਨੂੰ ਉੱਪਰ ਤੱਕ ਭਰ ਦਾਂਗੇ ਮਿਕਸੀ ਨਹੀਂ ਚੱਲੇਗੀ, ਥੋੜੀ ਜਿਹੀ ਉੱਪਰੋਂ ਤੁਹਾਨੂੰ ਖਾਲੀ ਛੱਡਣੀ ਪਏਗੀ, ਚੰਗੀ ਤਰ੍ਹਾਂ ਮਤਲਬ ਸਪੇਸ ਦੇਣੀ ਪਏਗੀ। ਇਸੇ ਤਰ੍ਹਾਂ ਜਦੋਂ ਤੁਹਾਡੀ ਵਾਤ ਇੰਬੈਲੈਂਸ ਹੁੰਦੀ ਹੈ, ਜੇ ਅਪਰ ਬਾਡੀ ਦੀ ਵਾਤ ਹੁੰਦੀ ਹੈ ਤਾਂ ਖੱਟੇ ਡਕਾਰ, ਸਿਰ ਦਰਦ, ਜੇ ਲੋਅਰ ਬਾਡੀ ਦੀ ਵਾਤ ਇੰਬੈਲੈਂਸ ਹੁੰਦੀ ਹੈ ਤਾਂ ਲੱਤਾਂ ਦਾ ਦਰਦ, ਢਿੱਡ ਦਾ ਦਰਦ। ਤੇ ਇਹਨਾਂ ਕੇਸਿਸ 'ਚ ਕੀ ਹੁੰਦਾ ਹੈ, ਜਿੱਥੇ ਵਾਤ ਡਿਸਟਰਬ ਹੋਈ, ਮੰਨ ਲਓ ਤੁਹਾਡੀ ਲੋਅਰ ਬਾਡੀ ਦੀ ਹੋਈ, ਲੱਤਾਂ ਤੱਕ ਤੁਹਾਨੂੰ ਲੱਤਾਂ ਦੁਖ ਰਹੀਆਂ, ब्रेन सोचेगा कि फूड नहीं खा रहा है बंदा, फूड तो पेट च हैगा, पर वात दी वजह नाल लत्तां तक एनर्जी नहीं जा रही, फिर तुहानू मिठे दी तलब होएगी, कॉफी दी तलब तां ऐदां, चाह दी तलब तां ऐदां भी तुसी सोच ही नहीं सकते मॉडर्न लाइफस्टाइल कॉफी या चाह तो बिना ਇਹ ਜ਼ਿੰਦਗੀ ਤੁਸੀਂ ਸੋਚ ਹੀ ਨਹੀਂ ਸਕਦੇ, ਇੰਨਾ ਅਸੀਂ ਇਹਦੇ ਤੇ ਡਿਪੈਂਡੈਂਟ ਆ। ਫਿਰ ਪ੍ਰੋਕ੍ਰਾਸਟੀਨੇਟ ਕਰੀ ਜਾ ਰਹੇ ਹਾਂ, ਹਰ ਕੰਮ ਕਿਉਂ ਪਾਈ ਜਾ ਰਹੇ, ਕਿਉਂਕਿ ਮਲਟੀਟਾਸਕਿੰਗ ਕਰ ਕਰਕੇ ਸਾਡਾ ਦਿਮਾਗ ਇੰਨਾ ਥੱਕ ਜਾਂਦਾ ਹੈ ਨਾ, ਕਿ ਅਸੀਂ ਹਰ ਕੰਮ ਨੂੰ ਜਿਹੜੇ ਡਿਲੇ ਅੱਗੇ ਪਾਈ ਜਾਂਦੇ ਆ, ਜਿਹੜੇ ਨਾਨ ਪ੍ਰਾਇੋਰਟੀ ਵਾਲੇ ਟਾਸਕ ਹੁੰਦੇ ਆ। ਸੋ ਜਿਵੇਂ ਆਪਾਂ ਕਹਿੰਦੇ ਵੀ ਇੱਕ ਗੱਡੀ ਬਣੀ ਹੈ, ਇੱਕ ਕੰਪਨੀ ਨੇ ਇੱਕ ਗੱਡੀ ਮੈਨੂਫੈਕਚਰ ਕੀਤੀ ਵੀ ਜੇ ਇਹਨੂੰ ਇੰਨੀ ਸਪੀਡ ਤੇ ਚਲਾਓਗੇ, ਇੰਨੀ ਐਵਰੇਜ ਚ ਚਲਾਓਗੇ ਤੇ ਗੱਡੀ ਜ਼ਿਆਦਾ ਹੰਡੇਗੀ, ਤੁਹਾਡੀ ਤੇਲ ਘੱਟ ਖਾਏਗੀ। ਪਰ ਜਦੋਂ ਤੁਸੀਂ ਉਸ ਦੀ ਲਿਮਿਟ ਤੋਂ, ਉਸ ਦੀ ਕੈਪੈਸਿਟੀ ਤੋਂ ਉਹਨੂੰ ਵੱਧ ਕਰਾਓਗੇ ਤੇ ਉਹ ਫਿਰ ਬੁਢਾਪਾ ਤੁਹਾਡਾ ਉਹ ਜਲਦੀ ਆਏਗਾ, ਏਜਿੰਗ ਜਿਹੜੀ ਹੈ। ਦੂਜੀ ਗੱਲ ਹੈ ਜਿਹੜੀ ਬਿਊਟੀ, ਹੁਣ ਸਾਡੇ ਚਿਹਰਿਆਂ ਤੇ ਗਲੋ ਨਹੀਂ ਹੈ, ਸਾਡੇ ਨੋਹਾਂ 'ਚ ਉਹ ਚਮਕ ਨਹੀਂ ਹੈ, ਸਾਡੇ ਵਾਲ ਰੁੱਖੇ ਨੇ, ਸਾਨੂੰ ਪਤਾ ਨਹੀਂ ਵਾਲਾਂ ਵਾਸਤੇ ਮੈਂ ਦੇਖਿਆ ਪਤਾ ਨਹੀਂ ਕਿੰਨੀਆਂ ਚੀਜ਼ਾਂ ਆਉਂਦੀਆਂ ਨੇ, ਪਹਿਲਾਂ ਤੁਸੀਂ ਸ਼ੈਂਪੂ ਹੈ, ਫਿਰ ਕੰਡੀਸ਼ਨਰ ਹੈ, ਪਤਾ ਨਹੀਂ ਕਿੰਨਾ ਕੁਛ ਅਸੀਂ ਕਰਦੇ ਹੈਗੇ ਆ, ਫਿਰ ਉਹ ਪ੍ਰੋਟੀਨ ਅੱਜ ਕੱਲ ਵਾਲਾਂ ਨੂੰ ਦਿੰਦੇ ਨੇ ਤਾਂ ਕਿ ਉਹ ਚਮਕਦੇ ਤੇ ਉਵੇਂ ਰਹਿਣ। तो ये सारिया चीज़ां साड़ियां अंदरों नहीं पैदा हो रही, सब चीज़ां रफ्तारी नाल जुड़ियां पईयां ने, ठीक है। अच्छा, लास्ट जिहड़ी चीज़ ये तो हो गया सरीरक प्रॉब्लम्स, जिथे जिथे तुहाडी वात हिल रही है बॉडी तक, मोटी मोटी गल समझ लो कि उत्थे न्यूट्रिशन नहीं पहुंच रहा, जिथे जिथे ब्लॉक हो रही है न्यूट्रिशन नहीं पहुंच रहा, मिठे की तलब हो रही है, मिठे की तलब हो रही है, होर मिठा खा रहे हो, होर मिठा इंडाइजेस्ट कर रहा है, कॉन्स्टिपेट कर रहा है, इदां करके तुसीं एक साइकिल च फस जांदे हो बीमारी दे। दूजी गल ये है कि जदों तुहाडे थॉट्स है ना, थॉट्स उन्हां नूं भी जरूरी है वात। अगर तुहाडी वात हिली है ना, लोकां नूं आ जिहड़ी भुल्लण दी बीमारी हो रही है या डिप्रैशन हो रहा है, ये भी जिहड़ी साइंस मानदी है कि वो वात हिलण करके हुई है। तो हुण असीं फटाफट देख लीए कि जिहड़ी ਅਸੀਂ ਛੇਤੀ ਛੇਤੀ ਰਿਲੈਕਸ ਨਹੀਂ ਕਰ ਪਾ ਰਹੇ ਹਾਂ ਤੇ ਸਾਡੇ ਫਰਟੀਲਿਟੀ ਇਸ਼ੂ ਬਹੁਤ ਜ਼ਿਆਦਾ ਹੋ ਰਹੇ ਨੇ। ਕਿਉਂ ਹੋ ਰਹੇ ਨੇ? ਕਿਉਂਕਿ ਵਾਤ ਕਰਕੇ ਜਿਹੜਾ ਸਾਡਾ ਸਾਈਕਲ ਹੈ, ਜਿਹੜਾ ਸਾਡਾ ਮੈਂਸਟਰੂਅਲ ਸਾਈਕਲ ਹੈਗਾ, ਉਹ ਵੀ ਡਿਸਟਰਬ ਹੋ ਰਿਹਾ ਹੈ ਕਿਉਂਕਿ ਵਾਤ ਦੀ ਵਜ੍ਹਾ ਕਰਕੇ। ਹੁਣ ਅੱਜ ਫਰਟੀਲਿਟੀ ਦੇ ਮਤਲਬ ਡਾਕਟਰਸ ਜਿੰਨਾ ਧੰਦਾ ਜਿੰਨਾ ਉਹ ਕਮਾ ਰਹੇ ਨੇ ਨਾ, ਇੱਕ ਸਾਡੀ ਲੋੜ, ਇੱਕ ਸਾਡਾ ਲਾਲਚ, ਤੇ ਇਹ ਕਰਕੇ ਉਹ ਕੁਦਰਤ ਨਾਲ ਕਿੰਨਾ ਕੁ ਖਿਲਵਾੜ ਹੋ ਰਿਹਾ ਹੈ ਉਹ ਦੱਸਣ ਤੋਂ ਪਰੇ ਹੈ। ਕਿੰਨਾ ਕੁ ਕੈਮੀਕਲ ਨਾਲ ਲੱਦਿਆ ਹੋਇਆ ਬੱਚਾ, ਜੈਸੇ ਮਤਲਬ ਮੈਂ ਇੱਕ ਲੇਡੀ ਦੀ ਗੱਲ ਸੁਣ ਰਹੀ ਸੀ, ਉਹਨਾਂ ਨੇ ਟੈਸਟ ਟਿਊਬ ਬੇਬੀ ਕਰਾਇਆ ਤੇ 3 ਬੱਚੇ ਇਕੱਠੇ ਹੋਏ, 2 ਮਹੀਨੇ ਟਿਊਬਾਂ 'ਚ ਰੱਖੇ, ਪਤਾ ਨਹੀਂ ਉਹਨਾਂ ਨਾਲ ਮਤਲਬ ਕੀ ਉਹਨਾਂ ਦਾ ਉਹਨਾਂ ਨੂੰ ਫੇਸ ਕਰਨਾ ਪਿਆ, ਦੁੱਖ ਤਕਲੀਫ। ਤੇ ਇੱਕ ਲੇਡੀ ਨੂੰ ਕਿਹਾ ਵੀ ਦੇਖੋ ਮਦਰ ਵਿਚਾਰੀ ਨਾ ਬੀਪੀ ਹਾਈ ਹੋ ਗਿਆ, ਸ਼ੂਗਰ ਹੋ ਗਈ, 3 ਬੱਚੇ ਨੇ, ਬਹੁਤ ਔਖੀ ਹੈ, 2 ਸਰਵੈਂਟ ਰੱਖੇ ਨੇ, 8 ਲੱਖ ਰੁਪਇਆ ਲੱਗ ਗਿਆ, ਸਾਰਾ ਕੁਝ ਕਹਿ ਕੇ ਉਹ ਕਹਿੰਦੀ ਚੱਲ ਕੋਈ ਨਾ ਬੱਚੇ ਤਾਂ ਹੋਏ।
ਤਾਂ ਮੈਂ ਸੋਚ ਰਹੀ ਸੀ ਵੀ ਮਤਲਬ ਉਹ ਕੀ ਕਰਨੇ ਆ ਉਹ ਬਿਮਾਰੀ ਦੇ ਘਰ, ਕਿ ਤੁਸੀਂ ਉਹ ਨੈਚੁਰਲ ਚੀਜ਼ ਨੂੰ ਨਹੀਂ ਲਿਆ ਸਕਦੇ, ਕਿ ਕੁਦਰਤੀ ਤੌਰ ਤੇ ਉਹ ਚੀਜ਼ਾਂ ਕੀ ਮਿਸ ਹੋ ਗਈਆਂ, ਕਿੱਥੇ ਮਿਸ ਹੋ ਗਈਆਂ। ਅਸੀਂ ਹੋਲਿਸਟਿਕ ਅਪਰੋਚ ਭੁੱਲ ਗਏ। ਇਹ ਆਪਾਂ ਅੱਗੇ ਵੀ ਡਿਸਕਸ ਕਰਨਾ ਹੈ। ਖੈਰ ਹੁਣ ਅਸੀਂ ਇਹਦਾ ਸਮਾਧਾਨ ਦੇਖੀਏ। ਪ੍ਰੋਬਲਮ ਪਿਛਲੀ ਵਾਰੀ ਵੀ ਆਪਾਂ ਬੜੀ ਡਿਸਕਸ ਕੀਤੀ ਸੀ, ਹੁਣ ਵੀ ਸੋਲੂਸ਼ਨ ਬਹੁਤ ਈਜ਼ੀ ਹੈ। ਉਹ ਇੰਨਾ ਸਿੰਪਲ ਤੇ ਈਜ਼ੀ ਹੈ ਕਿ ਕੋਈ ਵਿਸ਼ਵਾਸ ਸ਼ਾਇਦ ਨਾ ਕਰੇ ਮੇਰੇ ਤੇ, ਜਾਂ ਫਿਰ ਹੋ ਸਕਦਾ ਹਾਸੀ ਚ ਪਾ ਦੇਵੇ, ਪਰ ਬਿਲੀਵ ਮੀ ਇਹ ਬਹੁਤ ਬਹੁਤ ਇਫੈਕਟਿਵ ਸੋਲੂਸ਼ਨ ਹੈਗਾ। ਤੁਸੀਂ ਜਿੰਨੀ ਵੀ ਤੁਹਾਡੀ ਜੌਬ ਦਾ ਪ੍ਰੈਸ਼ਰ ਆ ਉਵੇਂ ਹੀ ਕਰੋ, ਮਾਡਰਨ ਲਾਈਫ ਸਟਾਈਲ ਨੂੰ ਤੁਸੀਂ ਕੋਪ ਅਪ ਕਰ ਸਕਦੇ ਹੋ। ਪਹਿਲਾ ਕੰਮ ਕਰ ਲਓ, ਈਟ ਔਰ ਡਰਿੰਕ ਸਲੋਲੀ। ਹੁਣ ਜੇ ਮੈਂ ਸਾਡੇ ਵੱਡੇ ਤੋਂ ਸੁਣਦੀ ਆ ਰਹੀ ਹਾਂ, ਮੈਨੂੰ ਅੱਜ ਉਹ ਸਮਝ ਆਈ ਹੈ ਐਕਸਪੈਰੀਮੈਂਟ ਕਰਨ ਤੋਂ ਬਾਅਦ, ਦੇਖਣ ਤੋਂ ਬਾਅਦ, ਕਿ ਖਾਣਾ ਪੀਓ ਤੇ ਪਾਣੀ ਖਾਓ। ਸੋ ਅਸੀਂ ਜਦੋਂ ਸਾਡਾ ਮਨ ਕਾਲਚ ਹੁੰਦਾ ਸੀ, ਤੇਜ਼ੀ ਚ ਹੁੰਦਾ ਸੀ, ਕਦੀ ਗੱਡੀ ਚਲਾਉਂਦੇ ਖਾ ਰਿਹਾ ਸੀ, ਕਦੀ ਖੜੇ ਹੋਏ ਖਾ ਰਿਹਾ ਸੀ, ਕਦੀ ਇੱਕ ਥਾਟ ਐਵੇਂ ਦੇ ਪੈਨਿਕਸ ਉਹਦੇ ਵਿੱਚ ਖਾ ਰਿਹਾ, ਤਾਂ ਅਸੀਂ ਜਦੋਂ ਖਾਣਾ ਹੈ, ਖਾਣ ਵੇਲੇ ਪਹਿਲਾਂ ਗ੍ਰੈਟੀਟਿਊਡ, ਪਹਿਲੇ ਪ੍ਰਮਾਤਮਾ ਦਾ ਸ਼ੁਕਰਾਨਾ ਚੌਪੜਾ ਮਾਰ ਕੇ ਖਾਣਾ, ਨਹੀਂ ਤਾਂ ਫਿਰ ਤੁਸੀਂ ਕਿਵੇਂ ਵੀ ਉਹ ਤੁਸੀਂ ਡਿਸਪਲਿਨ ਬਣਾਉਣਾ ਹੈ, ਉਹ ਤੁਹਾਡੇ ਤੇ ਹੈ ਔਰ ਤੁਸੀਂ ਬਣਾ ਸਕਦੇ ਹੋ। ਔਰ ਜਿਹੜਾ ਪਾਣੀ ਪੀਣਾ ਹੈ, ਪਾਣੀ ਇੱਕ ਇੱਕ ਘੁੱਟ ਜਦੋਂ ਅੰਦਰ ਜਾਂਦਾ ਸਲੋ ਤੇ ਉਸ ਟਾਈਮ ਵੀ ਬੜਾ ਸਕੂਨ ਮਿਲਦਾ ਹੈ। ਔਰ ਗੱਡੀ ਤਾਂ ਚਲੋ ਖੈਰ ਹੈ ਹੀ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਤੁਸੀਂ ਅਚੀਵ ਕਰਨ ਦੀ ਕੋਸ਼ਿਸ਼ ਕਰੋਗੇ ਤੇ ਤੁਹਾਨੂੰ ਕੁਝ ਚੀਜ਼ਾਂ ਚ ਡਿਸਪਲਿਨ ਕ੍ਰੀਏਟ ਕਰਨਾ ਪਊਗਾ। ਤੇ then is deep breathing is very very important thing in these days। ਤੁਸੀਂ ਤਿੰਨੋਂ ਟਾਈਮ ਰੋਟੀ ਤੋਂ ਪਹਿਲਾਂ 5 ਮਿੰਟ, ਨਹੀਂ ਰੋਟੀ ਤੋਂ ਪਹਿਲਾਂ ਜਦੋਂ ਟਾਈਮ ਮਿਲਦਾ ਬਸ 3 ਮਿੰਟ, 3 ਟਾਈਮ 5 ਮਿੰਟ ਲਗਾ ਲਓ, ਪੂਰੇ ਭਰ ਕੇ ਤੁਸੀਂ ਸਾਹ ਲੈਣੇ ਆ, ਤੁਹਾਨੂੰ ਇਹ ਪ੍ਰੈਜ਼ੈਂਟ ਚ ਲਿਆਏਗੀ ਡੀਪ ਬਰੀਥਿੰਗ। ਤੁਹਾਡਾ ਮਨ ਜਿੱਧਰ ਮਰਜ਼ੀ ਭੱਜ ਰਿਹਾ, ਇਹ ਸਾਡੀ ਸਰੀਰ ਦੀ ਕੁਦਰਤ ਹੈ, ਇੱਕ ਕੁਦਰਤ ਹੈ ਸਰੀਰ ਦੀ। ਇਹ ਕੁਦਰਤ ਨੂੰ ਸਮਝ ਲਓ ਕਿ ਕਿੱਦਾਂ ਜਦੋਂ ਤੁਸੀਂ ਠੰਡੇ ਲੰਬੇ ਸਾਹ ਲਓਗੇ, ਰਿਲੈਕਸ ਸਾਹ ਲਓਗੇ, ਤੇ ਤੁਹਾਡੇ ਇਮੋਸ਼ਨਸ ਕੰਟਰੋਲ ਚ ਆਣਗੇ, ਤੁਹਾਡਾ ਡਾਈਜੈਸ਼ਨ ਹੋਏਗਾ, ਬੜਾ ਕੁਝ ਹੋਰ ਇੰਪਰੂਵ ਹੋਗਾ। ਇਹਦੀ ਤੁਸੀਂ 40 ਡੇਜ਼ 3 ਮੰਥ ਇਹਦੀ ਪ੍ਰੈਕਟਿਸ ਕਰੋ ਤੇ ਫਿਰ ਇਹਦੀ ਤੁਸੀਂ ਦੇਖੋ। ਦੈਨ ਇਜ਼ ਸਿੰਗਲ ਟਾਸਕਿੰਗ। ਅਸੀਂ ਬਹੁਤ ਜ਼ਿਆਦਾ ਭੁਲੇਖੇ ਸਾਂ ਕਿ ਮਲਟੀਟਾਸਕਿੰਗ ਨਾਲ ਸ਼ਾਇਦ ਮੈਂ ਕੰਮ ਜਲਦੀ ਖਤਮ ਕਰ ਲੈਂਦੀ ਹਾਂ, ਬਟ ਨੋ, ਮਲਟੀਟਾਸਕਿੰਗ ਨਾਲ ਦੇਖੋ, ਮਲਟੀਟਾਸਕਿੰਗ ਜਿਹੜੀ ਆ ਉਹ ਇਲੂਜਨ ਹੈ, ਠੀਕ ਹੈ। ਐਫੀਸ਼ੀਐਂਸੀ ਉਦੋਂ ਹੀ ਵੱਧਦੀ ਹੈ ਜਦੋਂ ਇੱਕ ਟਾਈਮ ਕੰਪਲੀਟ ਕਰਕੇ, ਮਤਲਬ ਜਿੰਨੀ ਗੁੰਜਾਇਸ਼ ਹੈ ਮਲਟੀਟਾਸਕਿੰਗ ਦੀ, ਅਸੀਂ ਉਸ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਇਸ ਕਰਕੇ ਅਸੀਂ ਸਫਰ ਕਰਦੇ ਹਾਂ। ਫਿਰ ਉਸ ਤੋਂ ਬਾਅਦ ਸਾਡਾ ਸਮਾਧਾਨ ਤੇਜ਼ ਰਫ਼ਤਾਰੀ ਚ ਇਹੀ ਹੈ ਵੀ ਜਿਹੜਾ ਰਿਫਲੈਕਟ ਐਂਡ ਪੌਜ਼ ਹੈ, ਜਦੋਂ ਅਸੀਂ ਨਿਤਨੇਮ ਕਰਨਾ ਹੈ, ਚਾਹੇ ਉਹ ਸਹਿਜ ਪਾਠ ਦਾ ਨਿਤਨੇਮ ਹੈ, ਚਾਹੇ ਜਿਹੜੀ ਵੀ ਬਾਣੀਆਂ ਦਾ ਅਸੀਂ ਨਿਤਨੇਮ ਕਰਨਾ, ਉਸ ਟਾਈਮ ਬੰਦੇ ਖੋਜ ਦਿਲ ਹਰ ਰੋਜ਼ ਅਸੀਂ ਅੰਦਰਲੇ ਮਨ ਨੂੰ ਬਸ ਆਪਣੇ, ਅਸੀਂ ਕਈ ਵਾਰੀ ਅਸੀਂ ਸਵੇਰੇ ਨਾ ਕਿਸੇ ਚੀਜ਼ ਤੋਂ ਪਰੇਸ਼ਾਨ ਹੁੰਦੇ ਆ, ਸ਼ਾਮ ਨੂੰ ਇਹ ਭੁੱਲ ਜਾਂਦਾ ਕਿ ਕਿੱਥੋਂ ਪਰੇਸ਼ਾਨ ਹੋਏ ਸੀ, ਪਰ ਪਰੇਸ਼ਾਨੀ ਨਾਲ ਰਹਿੰਦੀ ਹੈ। ਇਹ ਚੀਜ਼ ਹੈ, ਏਦਾਂ ਸਾਡੇ ਨਾਲ ਤਾਂ ਨਹੀਂ ਹੋਣਾ ਚਾਹੀਦਾ। ਜਿਨ੍ਹਾਂ ਨੂੰ ਨਿਤਨੇਮ ਮਿਲਿਆ, ਜਿਨ੍ਹਾਂ ਨੂੰ ਬੰਦੇ ਖੋਜ ਦਿਲ ਹਰ ਖੋਜ ਦਾ ਸਿਧਾਂਤ ਮਿਲਿਆ, ਉਹ ਕਿਉਂ ਸਵੇਰ ਵਾਲਾ ਥਾਟ ਸ਼ਾਮ ਤੱਕ ਲਈ ਫਿਰਦੇ ਨੇ ਨਾਲ? ਕਿਉਂਕਿ ਤੇਜ਼ ਰਫ਼ਤਾਰੀ ਦੇ ਵਿੱਚ ਕਿਤੇ ਨਾ ਕਿਤੇ ਲੰਬੇ ਸਾਹ ਲੈਣਾ ਭੁੱਲ ਗਏ, ਕਿਤੇ ਨਾ ਕਿਤੇ ਹੌਲੀ ਖਾਣਾ ਸੀ। ਜੋ ਤੁਸੀਂ ਹੌਲੀ ਵੀ ਖਾਓਗੇ ਨਾ, ਤਾਂ ਵੀ ਪਰੇਸ਼ਾਨੀ ਉਸੇ ਟਾਈਮ ਤੁਹਾਡੀ ਉੜ ਜਾਏਗੀ। ਐਂਡ ਦੈਨ ਇਜ਼ ਹੱਥੀ ਕੰਮ। ਵਾਈ ਹੱਥੀ ਕੰਮ? ਕਿਉਂਕਿ ਜਿਹੜੀ ਦੂਜੀ ਤੇਜ਼ ਰਫ਼ਤਾਰੀ ਉਹ ਟੈਕਨੋਲੋਜੀ ਦੀ ਹੈ। ਟੈਕਨੋਲੋਜੀ ਇੱਕ ਇਨਸਾਨ ਦੀ ਸ਼ਮਤਾ ਤੋਂ ਬਹੁਤ 1000 ਗੁਣਾ ਤੇਜ਼ ਹੈ, ਬਟ ਜਦੋਂ ਤੁਹਾਡਾ ਮਾਈਂਡ ਬੌਂਦਰ ਜਾਂਦਾ ਹੈ ਹਰ ਵੇਲੇ, ਤੁਸੀਂ ਸਾਰਾ ਟਾਈਮ ਜਦੋਂ ਉਹ ਸਪੀਡ 'ਚ ਰਹਿੰਦੇ ਹੋ, ਤਾਂ ਤੁਹਾਨੂੰ ਹੱਥੀਂ ਕੰਮ ਕਰਨਾ ਬਹੁਤ ਜ਼ਰੂਰੀ ਹੈ। ਕਿਚਨ ਗਾਰਡਨਿੰਗ ਕਰੋ, ਬੁਣਤੀ ਕਰੋ, ਬਹੁਤ ਬਹੁਤ ਜ਼ਰੂਰੀ। ਜਿਹੜੇ ਬੰਦੇ ਇਹ ਨਾਲ ਏਦਾਂ ਦੀ ਕੋਈ ਹੌਬੀ ਲੈ ਕੇ ਚੱਲਦੇ ਹੋ, ਉਹ ਜ਼ਿਆਦਾ ਐਫੀਸ਼ੀਐਂਟ ਹੁੰਦੇ ਨੇ। ਕਿਉਂ ਜ਼ਰੂਰੀ ਹੈ? ਕਿ ਜਦੋਂ ਤੁਸੀਂ ਹੱਥੀਂ, ਫਿਰ ਤੁਸੀਂ ਆਪਣੀ ਨਾਰਮਲ ਸਪੀਡ 'ਚ ਆਉਂਦੇ ਹੋ। ਜਦੋਂ ਹੱਥੀਂ ਕੰਮ ਕਰਦੇ ਹੋ ਨਾ, ਤੁਸੀਂ ਆਪਣੀ ਨਾਰਮਲ ਸਪੀਡ 'ਚ ਆ ਜਾਂਦੇ ਹੋ, ਤੇ ਫਿਰ ਬ੍ਰੇਨ ਨੂੰ ਰਿਲੈਕਸ ਮਿਲਦਾ। ਅਦਰਵਾਈਜ਼ ਤੁਸੀਂ ਹਮੇਸ਼ਾ ਆਪਣੀ ਕੁਦਰਤੀ ਸਪੀਡ ਜੋ ਤੁਹਾਡੇ ਸਰੀਰ ਦੀ ਹੈ, ਉਸ ਤੋਂ ਹਮੇਸ਼ਾ ਤੇਜ਼ੀ 'ਚ ਵਿਚਰ ਰਹੇ ਹੁੰਦੇ ਹੋ, ਤੇ ਤੁਹਾਡੀ ਬਾਤ ਹਮੇਸ਼ਾ ਡਿਸਟਰਬ ਹੋ ਰਹੀ ਹੁੰਦੀ ਹੈ। ਤੇ ਜਦੋਂ ਤੁਸੀਂ 3 ਟਾਈਮ ਆਪਣੇ ਆਪ ਨੂੰ ਬੈਲੈਂਸ ਕਰ ਲਿਆ ਦਿਨ ਦੇ ਵਿੱਚ, ਉਹ ਤਿੰਨੋਂ ਟਾਈਮ ਖਾਣਾ ਵੀ ਖਾ ਰਹੇ ਆ, ਤੇ ਤੁਸੀਂ ਦੇਖ ਲਓ 5-6 ਵਾਰੀਆਂ ਬਣ ਜਾਣਗੀਆਂ, ਔਰ ਸਮਾਂ ਟੋਟਲ ਵੀ 20-25 ਮਿੰਟ ਬਣੇਗਾ। ਜ਼ਿੰਦਗੀ ਭਰ ਲਈ ਇੱਕ ਹੈਲਥ ਦਾ ਇੱਕ ਪੱਕਾ ਪ੍ਰੋਮਿਸ ਮਿਲ ਜਾਂਦਾ ਹੈ। ਐਂਡ ਦੈਨ ਇਜ਼ ਸਰੀਰਕ ਹਿਲਜੁਲ ਦੀ ਕਮੀ। ਇਹ ਵੀ ਸਾਨੂੰ ਕਾਫੀ ਕਲੀਅਰ ਹੈਗਾ
ਕੀ ਚੀਜ਼ਾਂ ਕਿਹੜੇ ਫੀਚਰਸ ਆ ਜਿਹੜੇ ਸਰੀਰਕ ਹਿਲਜੁਲ ਨੂੰ ਘਟਾ ਰਹੇ ਨੇ। ਸਾਰਾ ਕੁਝ ਆਟੋਮੈਟਿਕ ਹੈ, ਗੱਡੀਆਂ, ਮਸ਼ੀਨਾਂ, ਐਵਰੀਥਿੰਗ, ਈਚ ਐਂਡ ਐਵਰੀ। ਜਦੋਂ ਦਾ ਕੋਵਿਡ ਆਇਆ ਉਦੋਂ ਦਾ ਤਾਂ ਆਨਲਾਈਨ ਵੀ ਹੋ ਗਿਆ ਸਾਰਾ ਕੁਝ। ਆਨਲਾਈਨ ਹੋਣ ਦੇ ਨਾਲ ਕੀ ਹੈ, ਮਾੜੀ ਮੋਟੀ ਜਿਹੜੀ ਸਬਜ਼ੀ ਫਰੂਟ ਗਰੋਸਰੀ ਲੈਣ ਜਾਂਦੇ ਸੀ ਉਹ ਵੀ ਖਤਮ ਹੋ ਗਈ। ਖੈਰ ਜਾਂਦੇ ਹੀ ਗੱਡੀਆਂ ਤੇ ਸੀ ਵੈਸੇ ਤਾਂ, ਪਰ ਫਿਰ ਵੀ ਥੋੜੀ ਬਹੁਤੀ ਤਾਂ ਹਿਲਜੁਲ ਹੁੰਦੀ ਸੀਗੀ, ਉਹ ਵੀ ਖਤਮ ਹੋ ਗਈ। ਦੂਜਾ, ਜਦੋਂ ਹੁਣ ਅਸੀਂ, ਮੈਨੂੰ ਇਹ ਚੀਜ਼ ਦਾ ਬੜਾ ਦੁੱਖ ਲੱਗਦਾ ਹੈ ਕਿਉਂਕਿ ਉਹ ਕਹਿੰਦੇ ਨਾ ਵੀ ਜਦੋਂ ਤੁਸੀਂ ਕੁਦਰਤ ਹੈ ਨਾ, ਕੁਦਰਤੀ ਤਰੀਕਿਆਂ ਨੂੰ ਜਦੋਂ ਛੱਡ ਕੇ ਅਕੁਦਰਤੀ ਤਰੀਕਿਆਂ 'ਚ ਆ ਜਾਂਦੇ ਹੋ, ਫਿਰ ਜਦੋਂ ਵਾਪਸ ਕੁਦਰਤ ਵੱਲ ਪਰਤਣ ਦੀ ਕੋਸ਼ਿਸ਼ ਕਰਦੇ ਹੋ ਤਾਂ ਸਾਰਾ ਕੁਝ ਇੱਕ ਵਾਰੀ ਨਾ, ਜਿਹਨੂੰ ਕਹਿੰਦੇ ਤਹਿਸ ਨਹਿਸ ਹੁੰਦਾ ਹੈ। ਜਿੱਦਾਂ ਪਹਿਲੇ ਸਾਰੇ ਕੁਦਰਤੀ ਤਰੀਕਿਆਂ ਨਾਲ ਪਾਣੀ ਦੀ ਕਮੀ ਹੋ ਗਈ, ਡਿਸਪੋਜ਼ੇਬਲ ਆ ਗਈ। ਹੁਣ ਜੇ ਮੈਂ ਅੱਜ ਕਹਿੰਨੀ ਵੀ ਡਿਸਪੋਜ਼ੇਬਲ ਛੱਡ ਦੋ, ਇੱਕ ਵਾਰੀ ਤਾਂ ਤੁਸੀਂ ਕਹੋਗੇ ਇੰਨਾ ਪਾਣੀ ਨਹੀਂ ਹੈ ਜੀ। ਲੋਕੀ ਮੈਨੂੰ ਕਈ ਵਾਰੀ ਆਰਗੂਮੈਂਟ ਦਿੰਦੇ ਨੇ ਪਾਣੀ ਵੀ ਤਾਂ ਘੱਟ ਹੈ ਜੀ, ਕੋਈ ਗੱਲ ਨਹੀਂ ਡਿਸਪੋਜ਼ੇਬਲ ਵਰਤ ਲਓ। ਹੁਣ ਜਦੋਂ ਅਸੀਂ ਸੰਗਤ ਕਰਦੇ ਸੀ, ਰਲ ਕੇ ਭਾਂਡੇ ਮਾਂਜਣੇ ਸੀ, ਕੜਾਈਏ ਮਾਂਜਣੇ ਸੀ, ਥੋੜਾ ਬਹੁਤਾ ਤਾਂ ਹਿਲਜੁਲ ਸਾਡੀਆਂ ਬਾਹਾਂ, ਦੇਖੋ ਸਾਨੂੰ ਡਾਕਟਰ ਕਿੰਨੀਆਂ ਐਡਵਾਈਸ ਦਿੰਦੇ ਨੇ ਵੀ ਕੈਂਸਰ ਤੋਂ ਬਚਣ ਲਈ ਤੁਸੀਂ ਬਾਹਾਂ ਦੀ ਹਿਲਜੁਲ ਕਰਦੇ ਰਹੋ, ਤੇ ਭਾਂਡੇ ਤਿੰਨੋਂ ਟਾਈਮ ਤੁਸੀਂ ਜੇ ਮਾਂਜ ਲੈਂਦੇ ਹੋ। ਡਿਸਿਪਲਿਨ ਬਣਾਉਣਾ ਹੈ, ਜਿਮ ਜਾਣ ਲਈ ਐਕਸਟਰਾ ਟਾਈਮ ਮਿਲਣਾ ਨਹੀਂ, ਸਪੈਸ਼ਲ ਟਾਈਮ ਨਹੀਂ ਮਿਲਣਾ, ਠੀਕ ਹੈ। ਤੇ ਜਿਹੜੇ ਡੇਲੀ, ਤਾਂ ਫਿਰ ਆਪਣੇ ਆਪ ਨੂੰ ਬਾਉਂਡ ਕਰ ਲਓ ਨਾ ਕਿਸੇ ਡਿਸਿਪਲਿਨ ਵਿੱਚ, ਕਿਸੇ ਐਕਟੀਵਿਟੀ ਨਾਲ ਬਾਉਂਡ ਕਰ ਲਓ ਨਾ, ਤਾਂ ਕਿ ਹਿਲਜੁਲ ਹੋਏ, ਫੋਰ ਸ਼ੋਰ ਹੋਏ, ਹੈ ਨਾ। ਅਦਰਵਾਈਜ਼ ਇੰਨਾ ਕੰਮ, ਇੰਨਾ ਪੈਸਾ, ਇੰਨਾ ਜੋ ਵੀ ਅਸੀਂ ਕਰ ਰਹੇ ਫਿਰ ਉਹ ਕਾਹਦੇ ਲਈ ਹੈ, ਪਰਪਸ ਸਾਨੂੰ ਪਤਾ ਹੀ ਨਹੀਂ। ਔਰ ਉਸ ਤੋਂ ਬਾਅਦ ਜਿਹੜਾ 1% ਵੀ ਤੁਹਾਡੇ ਕਹਿੰਦੇ ਰਿਸਰਚ ਹੋਈ ਹੈ ਵੀ ਫੈਟ ਹੈ ਨਾ ਬੋਡੀ ਵਿੱਚ, ਉਹ ਤੁਹਾਡੀ ਥਿੰਕਿੰਗ ਤੇ ਅਸਰ ਪਾਉਂਦਾ ਹੈ, ਚਾਹੇ ਕਿਸ ਤਰ੍ਹਾਂ ਵੀ ਪਾਉਂਦਾ। ਮਤਲਬ ਆਪਾਂ ਜੇ ਸੋਚ ਕੇ ਦੇਖੀਏ ਵੀ, ਅਸੀਂ ਸੋਚਦੇ ਆ ਵੀ ਅਸੀਂ ਬੜਾ ਸੋਹਣਾ ਸੋਚ ਲੈਂਦੇ ਆ, ਲਿਖ ਲੈਂਦੇ ਆ, ਪ੍ਰੈਜੈਂਟੇਸ਼ਨ ਬਣਾ ਲੈਂਦੇ ਆ, ਬਟ ਜੇ ਮੇਰੇ ਐਕਸਟਰਾ ਫੈਟ ਆ ਦਾ ਮਤਲਬ ਕਿ ਉਹ ਮੈਂ ਉਸ ਤੋਂ ਵੀ ਵਧੀਆ ਐਫੀਸ਼ੀਐਂਟਲੀ ਕਰ ਸਕਦੀ ਹਾਂ, ਹਲੇ ਵੀ ਮੇਰੀ ਉਹ ਲਿਮਿਟ ਹੈ। ਬਾਕੀ ਕੰਬੀਨੇਸ਼ਨ ਆਫ ਐਕਸਰਸਾਈਜ਼ ਐਂਡ ਡਾਈਟ ਬੈਡ ਹੋ ਗਏ। ਅਸੀਂ ਸੋਚਦੇ ਹਾਂ, ਹੁਣ ਆ ਦੇਖੋ ਜੀ, ਸਿਧਾਰਥ ਸ਼ੁਕਲਾ ਕੱਲ ਮਰਿਆ, ਸ਼ਾਇਦ ਆਪ ਜੀ ਸਾਰਿਆਂ ਵਿੱਚੋਂ ਸ਼ਾਇਦ ਸਭ ਨੂੰ ਪਤਾ ਹੋਏ ਨਾ ਹੋਏ, ਬਟ ਉਹ ਇੱਕ ਟੀਵੀ ਐਕਟਰ ਸੀਗਾ। ਕਾਫੀ ਉਹ ਕੱਲ ਨਿਊਜ਼ ਉਹਦੀਆਂ ਫੇਸਬੁੱਕ ਤੇ ਮੈਂ ਦੇਖ ਰਹੀ ਸੀ, ਹਰ ਬੰਦੇ ਨੇ ਉਹਦੀ ਨਿਊਜ਼ ਪਾਈ ਸੀ। ਸਿਰਫ 40 ਸਾਲ ਦਾ ਬੰਦਾ ਹਾਰਟ ਅਟੈਕ ਹੋ ਗਿਆ। ਇੰਨੇ ਲੋਕ ਸ਼ੌਕ ਵਿੱਚ ਸੀਗੇ, ਕੀ ਹੋਇਆ? ਕਿਤੇ ਨਾ ਕਿਤੇ ਉਹ ਕਾਰਨ ਕੀ ਕੱਢ ਰਹੇ ਨੇ, ਹਲੇ ਐਗਜ਼ੈਕਟ ਕਾਰਨ ਤਾਂ ਕਾਰਨ ਇਹ ਕੱਢ ਰਹੇ ਨੇ ਵੀ ਸਟੀਰੋਇਡਸ ਲੈਂਦਾ ਸੀ, ਉਹਨੂੰ ਬਾਡੀ ਬਿਲਡਿੰਗ ਦਾ ਸ਼ੌਕ ਸੀ। ਹੁਣ ਅਸੀਂ ਕੀ ਕੰਬੀਨੇਸ਼ਨ ਕਰ ਰਹੇ ਹਾਂ, ਅਨਨੈਚੁਰਲੀ ਸਟੀਰੋਇਡਸ ਲੋ, ਅਨਨੈਚੁਰਲੀ ਪ੍ਰੋਟੀਨ ਸ਼ੇਕਸ ਲੋ, ਐਕਸਟਰਾ ਆਪਣੀ ਦਿੱਖ ਪਦਾਰਥਵਾਦੀ ਸੋਚ ਨੂੰ ਪ੍ਰਮੋਟ ਕਰ ਰਹੇ ਹੋ, ਠੀਕ ਹੈ, ਫਿਰ ਐਕਸਰਸਾਈਜ਼ ਕਰੋ, ਤੇ ਕਿੱਥੇ ਉਹ ਟੋਲ, ਇਟਸ ਟੇਕਿੰਗ ਟੋਲ ਔਨ ਅਸ, ਔਰ ਉਹ ਸਾਨੂੰ ਨਹੀਂ ਪਤਾ ਲੱਗ ਰਿਹਾ। ਹੁਣ ਸਰੀਰਕ ਹਿਲਜੁਲ ਕਿੱਦਾਂ ਵੱਧ ਸਕਦੀ ਹੈ? ਥੋੜੀ ਦੇਰ ਲਈ ਡਿਸਕਨੈਕਟ ਕਰਤਾ ਜਾਏ ਇੰਟਰਨੈਟ ਤੋਂ, ਇੱਕ ਨਿਯਮ ਬਣਾਇਆ ਜਾਏ ਕਿ ਡੇਲੀ ਆ 2 ਘੰਟੇ ਜਾਂ 1 ਘੰਟਾ ਬਿਲਕੁਲ ਫੋਨ ਦੇ ਨੇੜੇ ਨਹੀਂ ਜਾਣਾ, ਇੰਟਰਨੈਟ ਸਾਰੇ ਘਰ ਦਾ ਆਫ ਕਰਕੇ ਰੱਖੋ, ਟੈਕਨੋਲੋਜੀ ਨੂੰ ਯੂਜ਼ ਕਰੋ, ਅਲਾਰਮ ਰਿਮਾਈਂਡਰ ਲਗਾ ਦਿਓ ਕਿ 10 ਵਜੇ ਸਾਰਾ ਕੁਝ ਆਪੇ ਬੰਦ ਹੋ ਜਾਏ। ਇੰਨੀ ਅੱਛੀ ਸਾਡੇ ਕੋਲ ਟੈਕਨੋਲੋਜੀਜ਼ ਹੈਗੀਆਂ। ਫਿਰ ਸੇਵਾ ਭਾਵਨਾ ਜਦੋਂ ਹੋਏਗੀ ਨਾ, ਜਦੋਂ ਸਾਡੇ ਘਰ 'ਚ ਕੋਈ ਵੱਡਾ ਉੱਠ ਕੇ ਪਾਣੀ ਜਾਏਗਾ, ਭੱਜ ਕੇ ਮੈਂ ਦਿੰਨਾ ਜੀ, ਮਤਲਬ ਕਿਧਰੇ ਵੀ ਸੇਵਾ ਭਾਵਨਾ ਵਾਲੀ ਜਦੋਂ ਤੁਹਾਡੇ 'ਚ ਫੀਲਿੰਗ ਹੈ ਨਾ, ਤਾਂ ਤੁਹਾਨੂੰ ਸਰੀਰਕ ਹਿਲਜੁਲ ਤਾਂ ਕਰਾਏਗੀ ਹੀ ਕਰਾਏਗੀ, ਠੀਕ ਹੈ। ਉਦਮ, ਜਿਵੇਂ ਹੁਣ ਸਪੋਜ਼ ਆਪਣੇ ਕੋਲ 2 ਮੰਜ਼ਲੀ ਘਰ ਹੈਗਾ, ਕਈ ਵਾਰੀ ਸਾਡੇ ਕੋਲ ਹੈਲਪਰਸ ਰੱਖੇ ਹੁੰਦੇ ਆ, ਜਾਂ ਛੋਟੇ ਬੱਚੇ ਦੇ ਅਸੀਂ ਕਹਿ ਦਿੰਦੇ ਆ ਜਾਓ ਉੱਪਰੋਂ ਆਹ ਚੀਜ਼ ਲਿਆ ਦੇ, ਜਾਂ ਕਿਚਨ 'ਚ ਉਹ ਲਿਆ। ਹਰ ਕੰਮ ਜਿਹੜਾ ਥਾਟ ਆਇਆ ਭੱਜ ਕੇ ਜਾ ਕੇ ਕਰ ਲਿਆ। ਸੋ ਇਹ ਵੀ ਅਸੀਂ ਆਪਣੇ ਵੱਡਿਆਂ ਤੋਂ ਸਿੱਖਿਆ ਵੀ ਉਹ ਉਦਮ ਵੀ ਤੁਹਾਡੀ ਸਰੀਰਕ ਹਿਲਜੁਲ ਵਧਾਏਗਾ। ਫਿਰ ਕੋਈ ਨਾ ਕੋਈ ਹੌਬੀ ਜਿਹੜੀ ਹੈ, ਕੁਕਿੰਗ, ਬੇਕਿੰਗ, ਕਿਚਨ ਗਾਰਡਨਿੰਗ ਦੇ ਵਿੱਚ ਤਾਂ ਅਸੀਂ ਡਬਲ ਫਾਇਦਾ ਕਰ ਰਹੇ ਹਾਂ। ਅਸੀਂ ਕੁਦਰਤ ਦੀ ਵੀ ਸੇਵਾ ਕਰ ਰਹੇ ਹਾਂ, ਤੇ ਅਸੀਂ ਆਪਣੇ ਸਰੀਰ ਦਾ ਵੀ ਭਲਾ ਕਰ ਰਹੇ ਹਾਂ। ਕੁਝ ਆਰਗੈਨਿਕ ਚੀਜ਼ਾਂ ਅਸੀਂ ਘਰੇ ਉਗਾ ਪਾ ਰਹੇ ਹਾਂ। ਉਸ ਤੋਂ ਬਾਅਦ ਜੇ ਮੈਂ ਪਦਾਰਥਾਂ ਦੀ ਬਹੁਤਾਤ ਦੀ ਗੱਲ ਕਰਾਂ, ਤਾਂ ਇੱਕੋ ਸੈਂਟੈਂਸ ਸਾਡੀ ਸਾਰੀ ਸਾਈਕੋਲੋਜੀ ਨੂੰ ਬਿਆਨ ਕਰ ਰਿਹਾ। ਉਹ ਕਹਿੰਦਾ ਕਿ ਅੱਜ ਲੋਕ ਪੈਸਾ ਖਰਚ ਰਹੇ ਆ, ਉਹ ਪੈਸਾ ਖਰਚ ਰਿਹਾ ਜਿਹੜਾ ਉਹਨਾਂ ਕੋਲ ਹੈ ਹੀ ਨਹੀਂ, ਤੇ ਕੀ ਕਰ ਰਹੇ ਹੋ ਉਸ ਨਾਲ? ਉਹ ਚੀਜ਼ਾਂ ਖਰੀਦ ਰਹੇ ਜਿਹੜੀਆਂ ਉਹਨਾਂ ਨੂੰ ਚਾਹੀਦੀਆਂ ਹੀ ਨਹੀਂ। ਫਿਰ ਕਿਉਂ ਖਰੀਦ ਰਿਹਾ? ਉਹਨਾਂ ਲੋਕਾਂ ਨੂੰ ਇੰਪ੍ਰੈਸ ਕਰਨ ਲਈ ਜਿਹੜੇ ਉਹਨਾਂ ਨੂੰ ਪਸੰਦ ਹੀ। ਸੋ ਦੇਖੋ ਨਾ ਕੀ ਹਾਲਤ ਹੈ ਸਾਡੀ। ਕਿਉਂ ਖਰੀਦ ਰਹੇ ਹਾਂ ਅਸੀਂ? ਕਿਉਂਕਿ ਅੱਛਾ, ਫੇਸਬੁੱਕ ਤੇ WhatsApp ਮੈਨੂੰ ਇੰਨਾ ਵਧੀਆ ਲੱਗਦਾ। ਫੇਸਬੁੱਕ ਕਦੀ ਸਾਡਾ ਕੋਈ ਦੂਰ ਸ਼ਹਿਰ 'ਚ ਰਹਿੰਦਾ ਰਿਸ਼ਤੇਦਾਰ ਵਿਆਹ ਪ੍ਰੋਗਰਾਮ ਫੰਕਸ਼ਨ ਕਰਦਾ, ਫੋਟੋਆਂ ਪਾਉਂਦੀ ਹੈ, ਤੇ ਅਸੀਂ ਕਹਿੰਦੇ ਜਾ ਤਾਂ ਨਹੀਂ ਹੋਇਆ, ਚਲੋ ਮਿਲ ਲੈ। ਪਰ ਹੁਣ ਅਸੀਂ ਕੀ ਬਣਾ ਲਿਆ? ਅਸੀਂ ਕੋਈ ਨਵਾਂ ਹੇਅਰ ਬੈਂਡ ਵੀ ਖਰੀਦ ਲਿਆ,
ਚਲੋ ਫੇਸਬੁੱਕ ਤੇ ਫੋਟੋ, ਚਲੋ WhatsApp ਤੇ ਫੋਟੋ। ਤੇ ਜੇ ਹੁਣ ਉਹਨੇ ਉਹ ਹੇਅਰ ਬੈਂਡ ਖਰੀਦਿਆ, ਫੋਟੋ ਦੇਖੀ ਹੈ, ਮੈਂ ਵੀ ਉਹ ਖਰੀਦਣਾ। ਜਾਂ ਫਿਰ ਐਡਵਰਟਾਈਜ਼ਮੈਂਟਸ ਨੇ ਸਾਨੂੰ ਇੰਨਾ ਉਲਝਾ ਰੱਖਿਆ, ਸਾਨੂੰ ਐਡਵਰਟਾਈਜ਼ਮੈਂਟ ਏਦਾਂ ਦਿਖਾਈ ਜਾਂਦੀ ਹੈ ਕਿ ਬਈ ਇਹ ਚੀਜ਼ ਤਾਂ ਖਰੀਦਣੀ ਹੀ ਪੈਣੀ ਹੈ, ਇਹ ਚੀਜ਼ ਤਾਂ ਮੈਨੂੰ, ਇਹਦੇ ਬਿਨਾਂ ਤਾਂ ਮੇਰਾ ਸਰਨਾ ਹੀ ਨਹੀਂ। ਪਦਾਰਥਾਂ ਦੀ ਬਹੁਤਾਤ ਦੀ ਜੇ ਮੈਂ ਗੱਲ ਕਰਾਂ, 1980 1970 ਚ ਕਹਿੰਦੇ ਇੱਕ ਸੁਪਰ ਉਹਨਾਂ ਨੇ ਦੱਸਿਆ ਡਾਟਾ ਹੈ, 1970 ਵਿੱਚ ਇੱਕ ਸੁਪਰ ਮਾਰਕੀਟ ਵਿੱਚ 300 ਆਈਟਮਾਂ ਹੁੰਦੀਆਂ ਸੀ। ਅੱਜ ਸਾਡਾ ਇੱਥੇ ਇੱਕ ਆਰਗੈਨਿਕ ਸਟੋਰ ਹੈਗਾ, ਉਹ 'ਚ 300 ਆਈਟਮਾਂ ਤੇ ਸਾਡੀ ਪੂਰੀ ਉਹਦੇ ਵਿੱਚ ਜ਼ਰੂਰਤ ਪੂਰੀ ਹੋ ਰਹੀ ਹੈ, ਰਾਈਟ। 1980 ਦੇ ਤਕਰੀਬਨ 90 ਦੇ ਵਿੱਚ ਕਹਿੰਦੇ 3000 ਆਈਟਮਾਂ ਹੋ ਗਈਆਂ ਇੱਕ ਸੁਪਰ ਮਾਰਕੀਟ ਵਿੱਚ। ਤੇ ਅੱਜ ਦੀ ਡੇਟ ਵਿੱਚ ਇੱਕ ਸੁਪਰ ਮਾਰਕੀਟ ਦੇ ਅੰਦਰ 30 ਤੋਂ 35,000 ਆਈਟਮਾਂ ਹੈ, ਨੰਬਰ ਆਫ ਡਿਫਰੈਂਟ ਆਈਟਮ 30 ਤੋਂ 35,000। ਕੀ ਕਰਨਾ, ਕਿੱਥੇ ਜਾਣਾ? ਇੰਨਾ ਕੂੜਾ, ਉਹ ਸਾਰੀ એનર્ਜੀ ਉਹ ਘਰ ਚ ਲਿਆਉਂਦੇ, ਉਹ ਸਾਡੇ ਦਿਮਾਗ ਤੇ ਸਟ੍ਰੈਸ ਹੈ, ਕਰਜ਼ੇ ਲੈ ਕੇ, ਲੋਨਸ ਲੈ ਕੇ, ਇੱਕ ਐਵੇਂ ਦੇ ਸਾਈਕਲਸ ਚ ਅਸੀਂ ਫਸ ਰਹੇ ਹਾਂ। ਡਿਜ਼ਾਇਰ ਔਰ ਜ਼ਰੂਰਤ, ਗੁਰਬਾਣੀ ਨੇ ਹਰ ਜਗ੍ਹਾ ਸਾਨੂੰ ਸਮਝਾਇਆ, ਡਿਜ਼ਾਇਰ ਔਰ ਜ਼ਰੂਰਤ ਦੇ ਵਿੱਚ ਸਾਨੂੰ ਬਿਲਕੁਲ ਫਰਕ ਕਰਨਾ ਨਹੀਂ ਆ ਰਿਹਾ। ਜ਼ਰੂਰਤ ਦਾ ਤਾਂ ਪਤਾ ਹੀ ਨਹੀਂ ਹੈ, ਭੁੱਲ ਹੀ ਗਈ ਹੈ, ਬਸ ਜੋ ਦਿਲ ਕਰ ਰਿਹਾ ਖਰੀਦ ਲਿਆ, ਸੀ ਐਂਡ ਬਾਏ ਹੈ ਨਾ। ਤੇ ਕੀ ਹੈ, ਕਹਿੰਦੇ ਗਰੀਬੀ ਕੀ ਹੈ? ਅਸੀਂ ਸੋਚਦੇ ਨਾ ਝੁੱਗੀ ਝੋਂਪੜੀ ਰਹਿਣ ਵਾਲੇ ਗਰੀਬ ਹਨ, ਨੋ, ਦੇ ਆਰ ਨॉट, ਵੀ ਆਰ ਪੂਅਰ। ਕਿਉਂ? ਬਿਕਾਜ਼ ਕਹਿੰਦੇ ਗਰੀਬੀ ਉਹ ਨਹੀਂ ਹੈ ਜਿੰਨਾ ਇਸ ਟਾਈਮ ਸਾਡੇ ਕੋਲ ਪੈਸਾ ਅਸੀਂ ਸਾਰੀ ਦੁਨੀਆ ਨੂੰ ਗਰੀਬ ਨੂੰ ਖਵਾ ਸਕਦੇ ਹਾਂ। ਹੁਣ ਤੁਸੀਂ ਦੇਖਿਆ ਨਹੀਂ ਕੋਵਿਡ ਚ ਕਿੱਦਾਂ ਸਿੰਘ ਜਿੱਥੇ ਪਹੁੰਚ ਜਾਂਦੇ ਆ, ਕਿਸਾਨਾਂ ਦਾ ਸੰਘਰਸ਼ ਹੀ ਦੇਖ ਲਓ, ਕਿੰਨਾ ਪੈਸਾ, ਕਿੰਨੀ ਫੰਡਿੰਗ ਸਾਡੇ ਕੋਲ ਆ ਰਹੀ ਹੈ। ਪਰ ਗਰੀਬੀ ਕੀ ਹੈ? ਗੁਰਬਾਣੀ ਫਿਰ ਕਹਿੰਦੀ ਹੈ, ਜਿੱਥੇ ਅਸੰਤੋਖ ਹੈ, ਜਿੱਥੇ ਅਸੀਂ ਇੱਕ ਅਮੀਰ ਨੂੰ ਨਹੀਂ ਰਜਾ ਪਾ ਰਹੇ। ਸੋ ਪਦਾਰਥਾਂ ਦੀ ਬਹੁਤਾਤ ਕੀ ਕਰ ਰਹੀ ਹੈ? ਐਡਵਰਟਾਈਜ਼ਮੈਂਟ ਦਾ ਸਾਡੇ ਤੇ ਪ੍ਰਭਾਵ ਹੈ। ਅਸੀਂ ਸਟਰੋਂਗ ਹੀ ਨਹੀਂ ਹੈਗੇ, ਅਸੀਂ ਗੁਰਬਾਣੀ ਨੂੰ ਹੰਡਾਉਂਦੇ ਹੀ ਨਹੀਂ। ਜੇ ਗੁਰਬਾਣੀ ਨੂੰ ਹਟਾਉਂਦੇ ਤਾਂ ਅਸੀਂ ਕਿਸੇ ਐਡਵਰਟਾਈਜ਼ਮੈਂਟ ਦੇ ਪ੍ਰਭਾਵ ਵਿੱਚ ਨਾ ਆਉਂਦੇ। ਮੈਂ ਕਈ ਵਾਰੀ ਆਪਣੀਆਂ ਫਰੈਂਡਸ ਨੂੰ, ਕਈ ਵਾਰੀ ਸਭ ਨੂੰ ਪੁੱਛਦੀ ਹਾਂ, ਯਾਰ ਫੇਸ ਵਾਸ਼ ਅੱਡ ਹੈ, ਹੇਅਰ ਵਾਸ਼ ਅੱਡ ਹੈ, ਕੱਪੜਿਆਂ ਦਾ ਅੱਡ ਹੈ, ਤੁਹਾਡਾ ਟਾਇਲਟ ਕਲੀਨਰ ਅੱਡ ਹੈ, ਤੁਹਾਡਾ ਭਾਂਡਿਆਂ ਦਾ ਅੱਡ ਹੈ, ਕੀ ਫਰਕ ਹੈ? ਕਿਉਂ ਅੱਡ ਨੇ? ਤੁਹਾਡਾ ਫੇਸ ਅੱਡ ਹੈ, ਬੋਡੀ ਅੱਡ ਹੈ, ਹੇਅਰ ਅੱਡ ਹੈ। ਉਹ ਕਹਿੰਦੇ ਜੀ ਫੇਸ ਦੀ ਸਕਿਨ ਨਾ ਜ਼ਿਆਦਾ ਸੌਫਟ ਹੁੰਦੀ ਹੈ। ਮੈਂ ਕਿਹਾ ਮੇਰੇ ਤਾਂ ਮਦਰ ਇਨ ਲਾਅ ਨੇ, ਮੇਰੇ ਕਈ ਵਾਰੀ ਵੱਡੇ ਮੈਂ ਬਜ਼ੁਰਗ ਨਾਨੀਆਂ ਨੂੰ ਪੁੱਛਦੀ ਹਾਂ, ਉਹਨਾਂ ਨੇ ਕਦੀ ਕਦੀ ਕੋਈ ਇਹੋ ਜਿਹਾ ਉਹੀ ਕੱਪੜੇ ਧੋਣ ਵਾਲੇ ਸਾਬਣ ਨਾਲ ਸਿਰ ਵੀ ਧੋ ਲਿਆ, ਵੀ ਕਦੀ ਕੁਛ ਨਹੀਂ ਹੋਇਆ, ਸਾਰਾ ਕੁਝ ਸੋਹਣਾ ਸੀ। ਉਹ ਅਸੀਂ ਆਪਣੇ ਆਪ ਸੋਚਣਾ ਹੈ ਨਾ ਵੀ ਕਿੱਥੇ ਕਿੱਥੇ ਕਿੰਨੀ ਕਿੰਨੀ ਅਸੀਂ ਆਪਣੀ ਮਾਇਆ ਦੀ ਸਮਝ ਹੈ ਸਾਨੂੰ। ਹੁਣ ਜਿੱਦਾਂ ਕੁਆਂਟੀਟੀ ਓਵਰ ਕੁਆਲਿਟੀ ਹੈ, ਜੇ ਮੈਨੂੰ ਰਿਵਰਸ ਇਹੀ ਸਮਾਧਾਨ ਬਣਾ ਦਵਾਂ, ਜਿਹੜੀ ਪਦਾਰਥਾਂ ਦੀ ਬਹੁਤਾਤ ਦਾ ਚੈਲੰਜ ਹੈ, ਕੁਆਂਟੀਟੀ ਹੈ। ਮੇਰੇ ਕੋਲ ਨਾ 30 ਸੂਟ ਆ, ਮੈਂ ਮਹੀਨੇ 'ਚ ਸੂਟ ਨਹੀਂ ਰਿਪੀਟ ਕਰਦੀ, ਪਰ ਸੂਟ ਕਿਹੜੇ ਆ? ਫਿਰ ਉਹ 500-500 ਰੁਪਏ ਵਾਲੇ, ਹੈਨਾ। ਮੇਰੇ ਕੋਲ 6 ਸੂਟ ਹੈ, ਠੀਕ ਹੈ, 2-2.5 ਹਜ਼ਾਰ ਵਾਲਾ ਸੂਟ ਹੈ, ਵਧੀਆ ਕਾਟਨ ਦਾ, ਠੀਕ ਹੈ, ਹਰ ਹਫਤੇ ਮੰਡੇ ਟੂ ਸੰਡੇ ਮੈਂ ਉਹ ਕਰ ਰਹੀ ਹਾਂ। ਬਿਜ਼ੀ ਹੋਣ ਕਰਕੇ ਸਾਨੂੰ ਕੁਆਂਟੀਟੀ ਰੱਖਣੀ ਪੈਂਦੀ ਹੈ, ਚਲੋ ਹਫਤੇ ਬਾਅਦ ਧੋਣੇ ਆ, 3 ਦਿਨ ਬਾਅਦ ਧੋਣੇ। ਜਾਂ ਫਿਰ ਇੱਕ ਫੋਰ ਐਗਜ਼ਾਮਪਲ, ਜਦੋਂ ਅਸੀਂ ਕਿਸੇ ਦੇ ਘਰ ਰਹਿਣ ਹੀ ਜਾਂਦੇ ਆ, 7 ਦਿਨ ਰਹਿਣਗੇ, 7 ਸੂਟ, ਕਿੱਡਾ ਟੈਚੀ, ਕਿੰਨੀਆਂ ਜ਼ਰੂਰਤ। ਉੱਥੋਂ ਹੀ ਤੁਸੀਂ ਸਮਝੋ ਮੈਂ ਜਿੱਥੇ ਜਾ ਰਹੀ ਹਾਂ ਕਿੱਡਾ ਨਾਲ ਭਾਰ ਚੱਕਿਆ, ਵੀ ਮੇਰੀ ਡਿਪੈਂਡੈਂਸੀ ਚੀਜ਼ਾਂ ਉੱਪਰ ਹੈ ਜਾਂ ਮੇਰੀ ਆਤਮ ਨਿਰਭਰਤਾ ਹੈ। ਮੈਂ ਪੋਜੈਸ਼ਨਸ ਤੇ, ਮੈਂ ਮਟੀਰੀਅਲਸ ਤੇ ਮੈਂ ਬਹੁਤ ਡਿਪੈਂਡ ਕਰ ਰਹੀ ਹਾਂ। ਅੱਜ ਸਾਡੇ ਘਰ ਫੰਕਸ਼ਨ ਹੈ, ਪਾਰਟੀ ਹੈ, ਮੈਂ ਅੰਦਰੋਂ ਸੋਚਾਂ ਵੀ ਜਿਹੜੇ ਜੀ ਆਉਣੇ ਨੇ ਉਹਨਾਂ ਨੂੰ ਹੈਲਥ ਮਿਲੇ। ਕੋਈ ਗੱਲ ਨਹੀਂ, ਹੈਲਦੀ ਚੀਜ਼ਾਂ ਜੇ ਮਹਿੰਗੀਆਂ ਨੇ ਜਾਂ ਡਿਫਿਕਲਟ ਟੂ ਅਰੇਂਜ ਨੇ, ਮੈਂ 6 ਆਈਟਮਾਂ ਦੀ ਜਗ੍ਹਾ ਮੈਂ 3 ਆਈਟਮਾਂ ਕਿਉਂ ਨਹੀਂ ਸਰਵ ਕਰ ਸਕਦੀ? ਮੈਂ 2 ਆਈਟਮਾਂ ਹੀ ਕਿਉਂ ਨਹੀਂ ਸਰਵ ਕਰ ਸਕਦੀ? ਨਹੀਂ, ਮੈਨੂੰ 6 ਹੀ ਦਿਖਾਣੀਆਂ। ਸੋ ਇਹੀ ਸਾਡੀ ਪ੍ਰੋਬਲਮ ਹੈ, ਤੇ ਇਹੀ ਇਹਦਾ ਉਲਟਾ ਸੋਚ ਲਓ, ਇਹੀ ਤੁਹਾਡਾ ਸੋਲੂਸ਼ਨ ਹੈ। ਮਿਨੀਮਲਿਸਟ ਜਿਹੜਾ ਲਾਈਫ ਸਟਾਈਲ ਹੈ, ਸੰਜਮ ਵਾਲਾ, ਜਿਹੜਾ ਸਾਨੂੰ ਗੁਰਬਾਣੀ ਸਿਖਾਉਂਦੀ ਆ ਰਹੀ ਹੈ, ਉਹ ਉਦੋਂ ਹੀ ਕਲੀਅਰ ਹੋਊਗਾ ਜਦੋਂ every second of a day ਤੁਹਾਨੂੰ ਆਪਣਾ ਪਰਪਸ ਯਾਦ ਰਹੇਗਾ। ਤੁਹਾਡਾ ਪਰਪਸ ਕੀ ਹੈ? ਸਾਡਾ ਪਰਪਸ ਹੈ ਬੀਇੰਗ ਪਾਵਰਫੁਲ, ਬੀਇੰਗ ਇਨਕ੍ਰੈਡੀਬਲ, ਬੀਇੰਗ ਮੈਜੀਕਲ। ਆਪਾਂ ਮੈਜੀਕਲ ਬੀਇੰਗਸ ਹੈਗੇ ਆ ਕਿਤੇ, ਮੈਗਨੀਫੀਸੈਂਟ। ਆਪਾਂ ਨੂੰ ਆਪਣੀ ਤਾਕਤ ਪਤਾ ਹੀ ਨਹੀਂ ਹੈ, ਬਿਲਕੁਲ ਵੀ ਨਹੀਂ ਪਤਾ। ਇੱਕ ਮੈਂ ਸਭ ਨੂੰ ਦੱਸਾਂਗੀ, ਸ਼ਾਇਦ ਤੁਹਾਨੂੰ ਪਸੰਦ ਆਏ। ਅਨੀਤਾ ਮੂਰਜਾਨੀ ਇੱਕ ਲੇਡੀ ਹੈ, ਇੰਡੀਅਨ ਅਮਰੀਕਨ ਹੈ। ਉਸ ਲੇਡੀ ਨੂੰ ਇੰਨਾ ਭਿਆਨਕ ਕੈਂਸਰ ਹੋਇਆ, ਇੰਨਾ ਕੁ ਭਿਆਨਕ ਕੈਂਸਰ, ਬਈ 70 ਉਸਦੇ ਸਰੀਰ ਦੇ ਉੱਪਰ ਵੱਡੇ ਵੱਡੇ ਜ਼ਖਮ, ਜਿਨ੍ਹਾਂ ਨੂੰ ਕਹਿੰਦੇ ਨਾ ਸਿਸਟ, ਬਣ ਗਏ ਸਨ।
ਬਿਲਕੁਲ ਕੋਮਾ ਚ ਸੀ, ਡਾਕਟਰਸ ਨੇ ਕਿਹਾ ਸੀ 3 ਦਿਨ ਬਾਅਦ ਇਹ ਲੇਡੀ ਖਤਮ ਹੈ ਕੈਂਸਰ ਨਾਲ। ਉਹਦੀ ਲਾਈਫ ਚ ਕੁਝ ਐਵੇਂ ਦਾ ਹੋਇਆ ਕਿ ਉਹ ਜੀ ਗਈ ਤੇ ਉਹ ਇੰਨੀ ਤੰਦਰੁਸਤ ਹੋ ਗਈ। ਅੱਜ ਉਹ ਮੋਟੀਵੇਟਰ ਹੈ, ਅੱਜ ਉਹ ਕੰਸਲਟੈਂਟ ਹੈ। ਉਹਦੀ ਇੱਕ ਮੈਨੂੰ ਬੜੀ ਪਿਆਰੀ ਚੀਜ਼ ਆਈ, ਉਹਨੇ ਦੱਸਿਆ ਧਿਆਨ। ਉਹਨੇ ਦੱਸਿਆ ਕਿ ਦਮ ਸਦਾ ਸੰਭਾਲ, ਦਮ ਨਾ ਬਿਰਥਾ ਜਾਏ। ਸੋ ਮੈਂ ਬੜੀ ਹੈਰਾਨ ਹੋ ਰਹੀ ਸੀ। ਦੇਖੋ ਗੋਰਿਆਂ ਦੀ ਕੰਟਰੀ ਚ ਬੈਠੇ ਗੋਰੇ ਹੀ ਹੋ ਗਏ, ਉਹ ਬਿਲਕੁਲ ਉਹਨੂੰ ਕੋਈ ਨਹੀਂ ਪਤਾ ਗੁਰਬਾਣੀ ਦਾ, ਉਹਨੂੰ ਕੋਈ ਕੁਛ ਨਹੀਂ ਪਤਾ, ਪਰ ਉਹ ਸਾਰੀਆਂ ਇਹੀ ਗੱਲਾਂ ਕਰ ਰਹੀ ਸੀ। ਕਹਿੰਦੀ ਦਮ ਸਦਾ ਸੰਭਾਲ, ਆਪਣੇ ਸ਼ਬਦਾਂ ਚ ਕਹਿ ਰਹੀ ਸੀ। ਮੈਨੂੰ ਪੰਕਤੀ ਯਾਦ ਆ ਗਈ, ਦਮ ਨਾ ਬਿਰਥਾ ਜਾਏ, ਵੀ ਤੇਰਾ ਜਿਹੜਾ ਲਾਈਫ ਦਾ ਪਰਪਸ ਹੈ, ਉਹ ਪਰਪਸ ਹਰ ਵੇਲੇ ਤੈਨੂੰ ਵਿਸਰੇ ਨਾ, ਤੇ ਜਿਹੜਾ ਤੂੰ ਕੰਮ ਕਰ ਰਹੀ ਆ ਹਰ ਵੇਲੇ, ਉਹ ਕੰਮ ਤੈਨੂੰ ਆਪਣੇ ਪਰਪਸ ਦੇ ਨੇੜੇ ਲੈ ਕੇ ਜਾਵੇ। ਉਹਦੇ ਵਾਸਤੇ ਤੈਨੂੰ ਤ੍ਰਿਸ਼ਨਾ ਦੀ ਸੰਜਮਤਾ ਕਰਨੀ ਪਏਗੀ, ਤ੍ਰਿਸ਼ਨਾ ਤੇ ਰੋਕ ਲਾਣੀ ਪਏਗੀ। ਗੁਰਬਾਣੀ ਤੇ ਦੱਸਿਆ ਗਿਆ, ਪੂਰਾ ਦੱਸਿਆ ਗਿਆ। ਰੂਹਾਨੀ ਸੰਤੁਸ਼ਟੀ ਕਿੱਦਾਂ ਮਿਲਦੀ ਹੈ? ਰੂਹਾਨੀ ਸੰਤੁਸ਼ਟੀ ਹੁੰਦੀ ਕੀ ਹੈ? ਜਦੋਂ ਇਨਸਾਨ ਨੂੰ ਹੋਰ ਦੀ ਲਾਲਸਾ ਹੁੰਦੀ ਹੈ। ਉਹ ਕਿਉਂ ਹੁੰਦੀ ਹੈ? ਉਹ ਵੀ ਸੱਚਾ ਵਿਚਾਰਾ। ਕਿਉਂ ਅਸੀਂ ਹੋਰ? ਕਿਉਂਕਿ ਅੰਦਰ ਕੋਈ ਘਾਟ ਹੈ, ਕੁਝ ਚਾਹੁੰਦੇ ਆ, ਪਤਾ ਨਹੀਂ ਕੀ ਚਾਹੁੰਦੇ। ਬਿਮਾਰੀ ਤਾਂ ਇਹ ਹੈ ਵੀ ਪਤਾ ਹੀ ਨਹੀਂ ਕੀ ਚਾਹੁੰਦੇ ਆ ਅਸੀਂ ਪ੍ਰਮਾਤਮਾ ਨੂੰ ਮਿਲਣਾ। ਅਸੀਂ ਬਹੁਤ ਕੁਝ ਕਿਉਂ ਰਸਤਾ ਗਲਤ ਪਕੜ ਲਿਆ। ਪਰਮਾਤਮਾ ਦਾ ਮਿਲਾਪ ਹੈ ਜਿਹੜੀ, ਉਹ ਸੰਤੁਸ਼ਟੀ ਹੈ ਰੂਹਾਨੀ। ਜਦੋਂ ਉਹ ਆ ਜਾਂਦੀ ਹੈ, ਫਿਰ ਚੀਜ਼ਾਂ ਦਾ ਪਿਆਰ ਘਟ ਜਾਂਦਾ ਹੈ। ਅਸੀਂ ਚੀਜ਼ਾਂ ਦੇ ਪਿਆਰ ਦੇ ਵਿੱਚੋਂ ਉਹ ਪਰਮਾਤਮਾ ਦੇ ਮਿਲਣ ਦਾ ਸੁੱਖ ਲੱਭ ਰਹੇ ਹਾਂ। ਪਤਾ ਨਹੀਂ ਮੈਂ ਆਪਣੀ ਗੱਲ ਦੱਸ ਪਾ ਰਹੀ ਕਿ ਨਹੀਂ? ਜਿਹੜਾ ਸੁੱਖ ਸਾਨੂੰ ਇੱਕ ਵਾਹਿਗੁਰੂ ਪਰਮਾਤਮਾ ਨਾਲ ਮਿਲ ਕੇ ਮਿਲਣਾ ਸੀ, ਉਹ ਸੁੱਖ ਅਸੀਂ ਚੀਜ਼ਾਂ ਚੋਂ ਲੱਭ ਰਹੇ ਹਾਂ, ਜਿਹਦੇ ਕਰਕੇ ਸਾਡੀ ਰੂਹਾਨੀ ਸੰਤੁਸ਼ਟੀ ਨਹੀਂ ਹੋ ਰਹੀ। ਜਦੋਂ ਚੀਜ਼ਾਂ ਦੇ ਉੱਪਰ ਡਿਪੈਂਡੈਂਸੀ ਘਟਾ ਕੇ ਆਪਣੀ ਪਰਪਸ ਤੇ, ਕਹਿੰਦੇ ਰਿਸਰਚ ਹੋਈ ਆ ਵੀ ਜਿਹੜੇ ਇਨਸਾਨਾਂ ਦਾ ਜ਼ਿੰਦਗੀ 'ਚ ਕੋਈ ਮਕਸਦ ਹੁੰਦਾ ਹੈ ਨਾ, ਉਹ ਇਨਸਾਨ ਹੈਲਦੀ ਰਹਿੰਦੇ ਨੇ। ਉਹ ਕੰਪੈਰੀਟਿਵਲੀ ਡਾਟਾ ਕੱਢਿਆ ਗਿਆ ਕਿ ਉਹ ਆਪਣੀ ਜਿਹੜੀ ਜ਼ਿੰਦਗੀ ਖਤਮ ਹੁੰਦੀ ਉਹਨਾਂ ਦੀ ਬਹੁਤ ਸਹਿਜ ਚ ਖਤਮ ਹੁੰਦੀ ਹੈ ਲਾਈਫ, ਬਹੁਤ ਬਿਊਟੀਫੁਲੀ ਇੰਜੋਏ ਕਰਕੇ ਜਾਂਦੇ ਨੇ। ਇਹ ਰਿਸਰਚ ਹੈਗੀ, ਜਿਹੜੇ ਇਨਸਾਨਾਂ ਦਾ ਕੋਈ ਮਕਸਦ ਹੁੰਦਾ ਹੈ, ਕੋਈ ਪਰਪਸ ਹੁੰਦਾ ਹੈ। ਤੇ ਮੈਂ ਇੱਕ ਛੋਟੀ ਜਿਹੀ ਐਕਟੀਵਿਟੀ ਤੁਹਾਡੇ ਨਾਲ ਜਸਟ ਇਸ ਤੋਂ ਬਾਅਦ ਮੈਂ ਦੱਸਣਾ, ਇਹ ਤੁਹਾਡੀ ਸਕਰੀਨ ਤੇ ਜੋ ਦਿਖ ਰਿਹਾ ਸੈਂਟੈਂਸਸ, ਤੁਸੀਂ ਇਹਦੇ ਵਿੱਚ ਕਾਊਂਟ ਕਰਨੀ ਹੈ ਸੀ ਕਿੰਨੀ ਹੈ। ਮੈਂ ਤੁਹਾਨੂੰ ਸਿਰਫ 30 ਸੈਕਿੰਡ ਦਵਾਂਗੀ। ਅਸੀਂ ਕਾਊਂਟ ਕਰਨੀ ਹੈ ਵੀ ਇਹਦੇ ਵਿੱਚ ਸੀ ਕਿੰਨੀ ਹੈ। ਸੋ 30 ਸੈਕਿੰਡਸ ਹੋ ਗਏ ਜੀ। ਤੇ ਕੀ ਕੋਈ ਮੈਨੂੰ ਦੱਸ ਸਕਦਾ ਹੈ ਕਿੰਨੇ ਈ ਸੀਗੇ? ਅਨਮਿਊਟ ਕਰਕੇ ਕੀ ਕੋਈ ਮੈਨੂੰ ਦੱਸ ਸਕਦਾ ਹੈ ਕਿੰਨੇ ਈ ਸੀਗੇ? ਕੋਈ ਮੈਨੂੰ ਕੁਝ ਪੁੱਛਣਾ ਚਾਹੇਗਾ? ਕਿੰਨੇ ਈ ਸੀਗੇ? ਹਾਂਜੀ, ਕੋਈ ਸੁਣ ਰਿਹਾ ਮੇਰੇ? ਕੋਈ? ਹਾਂਜੀ, ਕੀ ਕੋਈ ਦੱਸ ਸਕਦਾ ਕਿੰਨੇ ਈ ਸੀ? ਹਾਂਜੀ, ਕੋਈ ਵੀ ਪਲੀਜ਼। ਤੁਸੀਂ ਉਹਨਾਂ ਨੂੰ ਕਹੋ ਚੈਟ ਵਿੱਚ ਮੈਸੇਜ ਪਾ ਦੇਣ ਨਾ। ਨਹੀਂ ਤੁਸੀਂ ਇੱਕ ਵਾਰੀ ਮੈਨੂੰ, ਅੱਛਾ ਚਲੋ ਠੀਕ ਹੈ, ਚੈਟ ਵਿੱਚ ਮੈਸੇਜ ਆਇਆ ਹੈਗਾ। 12 ਸੀਗੇ ਜੀ, 12। ਮਨਪ੍ਰੀਤ ਸਿੰਘ ਜੀ ਨੇ ਬੋਲਿਆ ਕਿ 11 ਸੀਗੇ। 12 ਵੈਸੇ ਮੈਨੂੰ 13 ਲੱਗੇ। ਕੀ 13 ਸੀਗੇ ਜੀ? ਮੈਨੂੰ 13 ਲੱਗੇ ਸੀ। ਕੀ ਐਮਪੀ ਅੰਕਲ ਜੀ ਕੀ 13 ਸਨ? ਈ ਕਿਹਾ ਨਾ ਤੁਸੀਂ। ਦੇਖੋ ਇਹੀ ਫਰਕ ਹੈਗਾ। ਮੈਂ ਤੁਹਾਨੂੰ ਕਾਊਂਟ ਕਰਨ ਲਈ ਕਿਹਾ ਸੀ ਸੀ ਤਾਂ 2 ਹੀ ਹੈਗੇ। ਮੈਂ ਆਪਣੇ ਵੱਲੋਂ ਸੀ ਕਾਊਂਟ ਕੀਤੇ ਸੀਗੇ, ਪਰ ਜਦੋਂ ਫਿਰ ਬਾਅਦ ਵਿੱਚ ਮੈਨੂੰ ਲੱਗਿਆ ਕਿ ਈ ਕਾਊਂਟ ਹੋ ਰਹੇ ਨੇ, ਤਾਂ ਮੈਂ ਬੋਲਿਆ ਸੀ ਤਾਂ 2 ਹੀ ਹੈ। ਦੇਖੋ ਜੀ, ਮੈਂ ਗੱਲ ਹੀ ਇਹ ਕਰਨਾ ਚਾਹ ਰਹੀ ਹਾਂ ਵੀ ਮੈਂ ਜਦੋਂ ਤੁਹਾਨੂੰ ਸੀ ਕਾਊਂਟ ਕਰਨ ਲਈ ਕਿਹਾ ਸੀਗਾ, ਵੈਸੇ ਸੀ ਤੁਹਾਨੂੰ ਨਹੀਂ ਪਤਾ ਸੀ ਕਿ ਈ ਕਿੰਨੇ ਨੇ। ਇਹ ਤੁਸੀਂ ਦੁਬਾਰਾ ਕਾਊਂਟ ਕੀਤੇ ਈ, ਹੈ ਨਾ? ਦੇਖੋ ਗੱਲ ਇਹ ਹੈ ਸਿੰਪਲ ਜੀ, ਕਿ ਜਦੋਂ ਮੈਂ ਇੱਥੇ ਤੁਹਾਨੂੰ ਸੀ ਕਾਊਂਟ ਕਰਨ ਲਈ ਕਿਹਾ, ਤੇ ਤੁਸੀਂ ਇਹਦੇ ਵਿੱਚ ਸੀ ਦੇਖੋਗੇ। ਜਦੋਂ ਕੋਈ ਬੰਦਾ ਪੁੱਛ ਲੇਗਾ ਕਿ ਈ ਕਿੰਨੇ ਆ ਜਾਂ ਫਿਰ ਐਸ ਕਿੰਨੇ ਆ, ਤਾਂ ਤੁਹਾਨੂੰ ਸ਼ਾਇਦ ਯਾਦ ਵੀ ਨਾ ਰਹੇ ਕਿ ਐਸ ਹੈਗਾ ਵੀ ਸੀ ਕਿ ਨਹੀਂ, ਹੈ ਨਾ?
ਕਿ ਐਸ ਹੈਗਾ ਵੀ ਸੀ ਕਿ ਨਹੀਂ ਇਹ ਨਹੀਂ ਯਾਦ। ਮੈਂ ਇਹ ਸਮਝਾਉਣਾ ਚਾਹੁੰਦੀ ਹਾਂ ਕਿ ਅਗਰ ਤੁਸੀਂ i20 ਗੱਡੀ ਖਰੀਦਣੀ ਹੈ, ਰੋਡ ਤੇ ਜਾ ਰਹੀਆਂ ਗੱਡੀਆਂ, ਤੇ ਤੁਸੀਂ i20 ਦੇਖੋਗੇ, ਤੁਸੀਂ ਕਹੋਗੇ ਅੱਜ ਕੱਲ i20 ਬੜੀ ਦਿਖ ਰਹੀ ਹੈ, ਬਟ ਤੁਹਾਨੂੰ ਕੋਈ ਪੁੱਛੇਗਾ ਵੀ ਨਾਲ ਇੱਕ ਸਕੋਡਾ ਜਾ ਰਹੀ ਸੀ, ਤੁਸੀਂ ਕਿਹਾ ਨਹੀਂ ਮੈਂ ਨਹੀਂ ਦੇਖੀ। ਕਹਿਣ ਦਾ ਮਤਲਬ ਇਹ ਹੈ ਵੀ ਸਾਡੇ ਧਿਆਨ ਦੀ ਲਿਮਿਟੇਸ਼ਨ ਬਸ ਇੰਨੀ ਕੀ ਹੈ ਕਿ ਜਿੱਥੇ ਅਸੀਂ ਸੋਚ ਰਹੇ ਹਾਂ ਸਾਨੂੰ ਸਿਰਫ ਉਹੀ ਦਿਖਦਾ ਹੈ। ਮੈਂ ਕਹਿਣਾ ਚਾਹੁੰਦੀ ਹਾਂ ਵੀ ਜਦੋਂ ਅਸੀਂ ਪੜ੍ਹਦੇ ਹਾਂ, ਇੱਕ ਅਸੀਂ ਲਕੀਰ ਦੇ ਫਕੀਰ ਹੋ ਜਾਂਦੇ ਹਾਂ, ਤਾਂ ਅਸੀਂ ਕੁਦਰਤ ਨੂੰ ਉਸ ਤਰ੍ਹਾਂ ਨਹੀਂ ਵੇਖਦੇ, ਅਸੀਂ ਇੱਕ ਪੜ੍ਹਾਈ ਦੇ ਥਰੂ ਦੇਖ ਰਹੇ ਹਾਂ। ਸਾਨੂੰ ਇੱਕ ਪਹਿਲਾਂ ਹੀ ਐਨਕ ਲਗਾ ਦਿੱਤੀ ਜਾਂਦੀ ਹੈ, ਅਸੀਂ ਉਸ ਐਨਕ ਦੇ ਥਰੂ ਦੇਖਦੇ ਹਾਂ। ਸੋ ਅਗਰ ਅਸੀਂ ਬੱਚਿਆਂ ਵਾਂਗ ਉਸ ਕੁਦਰਤ ਨੂੰ ਦੇਖੀਏ ਤਾਂ ਅਸੀਂ ਉਹਨੂੰ ਥੋੜਾ ਡਿਫਰੈਂਟਲੀ ਦੇਖਾਂਗੇ। ਜਿਹੜਾ ਗੁਰੂ ਨਾਨਕ ਨੇ ਸਾਨੂੰ ਵਿਸਮਾਦ ਸਿਖਾਇਆ ਹੈ, ਵਿਸਮਾਦ, ਉਹ ਸਾਨੂੰ ਬੱਚਿਆਂ ਵਾਲੀ ਐਨਕ ਲਗਾਣੀ ਪਏਗੀ। ਹਾਂਜੀ, ਸੋ ਜਿਹੜਾ ਧਿਆਨ ਹੈਗਾ ਉਹ ਧਿਆਨ ਕਿੱਥੇ, ਆਪਣੇ ਦਮ ਤੇ, ਆਪਣੇ ਮਤਲਬ ਸਾਹ ਤੇ, ਆਪਣੇ ਮਾਈਂਡ ਤੇ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਟਾਈਮ ਤੁਹਾਡੀ ਸਟੇਟ ਆਫ ਮਾਈਂਡ ਕੀ ਹੈ, ਕਿਉਂ ਹੈ ਇਸ ਤਰ੍ਹਾਂ, ਤੇ ਉਹਦੇ ਵਿੱਚੋਂ ਤੁਸੀਂ ਕਿੱਦਾਂ ਨਿਕਲਣਾ। ਦਿਸ ਇਜ਼ ਰੀਅਲ ਪਾਵਰ। ਅਗਰ ਤੁਹਾਡਾ ਧਿਆਨ ਸੀ ਤੇ ਹੈ, ਹਮੇਸ਼ਾ ਸੀ ਤੇ ਰਿਹਾ, ਤੇ ਪੁੱਛ ਲਿਆ ਤੁਹਾਡੇ ਤੋਂ ਤੇ ਤੁਹਾਨੂੰ ਕੁਛ ਨਹੀਂ ਪਤਾ ਹੋਏਗਾ, ਤੁਹਾਨੂੰ ਦੁਬਾਰਾ ਗਿਣਨਾ ਪਏਗਾ ਫਟਾਫਟ। ਸੋ ਇਹੀ ਇੱਕ ਗੇਮ ਹੈਗੀ ਆ ਕਿ ਤੁਹਾਡੇ ਮਾਈਂਡ ਦੇ ਵਿੱਚ ਕੀ ਚੱਲ ਰਿਹਾ, ਕਿਹੜਾ ਥਾਟ ਤੁਹਾਨੂੰ ਪੈਨਿਕ ਕਰ ਰਿਹਾ। ਸੋ ਕੁਦਰਤ ਨਾਲ ਛੇੜਛਾੜ ਦੀ ਮੈਂ ਸਿਰਫ, ਕਿਉਂਕਿ ਟਾਈਮ ਆਈ ਥਿੰਕ ਅੰਕਲ ਜੀ ਮੇਰੇ ਕੋ ਕਿੰਨਾ ਟਾਈਮ ਹੈਗਾ ਹੋਰ? ਹੈਗਾ ਜੀ 10 ਮਿੰਟ ਕਰ ਲਓ। 10 ਮਿੰਟ ਠੀਕ ਹੈ ਜੀ। ਸੋ ਕੁਦਰਤ ਨਾਲ ਛੇੜਛਾੜ ਹੈ, ਸਭ ਤੋਂ ਪਹਿਲੇ ਗ੍ਰੀਨ ਰੈਵੋਲੂਸ਼ਨ ਬਹੁਤ ਵੱਡੀ ਛੇੜਛਾੜ ਕੀਤੀ ਗਈ। ਇਹ ਇਕੱਲੇ ਇੰਡੀਆ 'ਚ ਨਹੀਂ ਹੋਈ, ਹੋਰ ਵੀ ਕਾਫੀ ਕੰਟਰੀਆਂ ਜਿੱਥੇ ਗੋਰਿਆਂ ਦਾ ਰਾਜ ਸੀਗਾ ਤੇ ਇਹ ਹੋਈ ਸੀਗੀ। ਹੁਣ ਅੱਜ ਇਹਦੀ ਮੈਂ ਉਲਟੇ ਪਾਸੇ ਤੋਂ ਐਗਜ਼ਾਮਪਲ ਦਿੰਦੀ ਹਾਂ। ਅੱਜ ਆਪਾਂ ਮਿਲਟਸ ਖਾਣ ਤੇ ਜ਼ੋਰ ਪਾ ਰਹੇ ਹਾਂ। ਬਹੁਤ ਸਾਰੇ ਲੋਕਾਂ ਨੇ ਤੁਹਾਡੇ ਚੋਂ ਵੀ ਸੁਣਿਆ ਹੋਗਾ ਵੀ ਮਿਲਟਸ ਜਿਹੜੇ ਨੇ ਉਹ ਜ਼ਿਆਦਾ। ਜਦੋਂ ਹੁਣ ਮੈਂ ਆਪਣੇ ਮਾਤਾ ਜੀ ਨੂੰ ਦੱਸਿਆ ਕਿ ਭਾਈ ਮਿਲਟਸ ਇੰਨੇ ਰੁਪਏ ਕਿਲੋ ਮਿਲ ਰਿਹਾ, ਤੇ ਮੰਮੀ ਬੜੇ ਹੈਰਾਨ ਹੋ ਗਏ। ਮੰਮੀ ਕਹਿੰਦੇ ਇਹਨੂੰ ਤਾਂ ਉਗਾਉਣ ਤੇ ਕੋਈ ਜ਼ੋਰ ਨਹੀਂ ਲੱਗਦਾ, ਇਹਨੂੰ ਤਾਂ ਕੋਈ ਬਿਮਾਰੀ ਨਹੀਂ ਲੱਗਦੀ, ਇਹ ਇੰਨੇ ਮਹਿੰਗੇ ਕਿਉਂ ਨੇ? ਦੇਖੋ, ਜਿਹੜੀ ਚੀਜ਼ ਸਾਡੇ ਲਈ ਅੱਜ ਸਾਨੂੰ ਪਤਾ ਚੱਲ ਰਿਹਾ ਹੈ ਵੀ ਉਹ ਬੜੀ ਗੁਣਕਾਰੀ ਹੈ, ਉਹ ਇੰਨੀ ਸੌਖੀ ਹੋ ਰਹੀ ਹੈ। ਮੈਂ ਵੀ ਹੁਣ ਜਿੱਦਾਂ ਖੇਤੀ ਨਾਲ ਜੁੜੀ ਹੋਈ ਹਾਂ, ਵਾਕਈ ਮਿਲਟਸ ਨੂੰ ਲਾਉਣ ਲਈ ਕੋਈ ਖੇਚਲ ਨਹੀਂ ਹੈ, ਕੋਈ ਵੀ ਖੇਚਲ ਨਹੀਂ। ਇਹਨੂੰ ਹਾਰਡੀ ਕ੍ਰੌਪ ਕਿਹਾ ਜਾਂਦਾ ਹੈ। ਬਸ ਲਗਾ ਤੇ ਫਿਰ ਤੁਸੀਂ, ਹੁਣ ਖੇਚਲ ਕਿਉਂ ਲੱਗਦੀ ਹੈ? ਕਿਉਂਕਿ ਉਹ ਸਾਰਾ ਜਿਹੜਾ ਸਾਰਾ ਸੈਟਅਪ ਸੀਗਾ ਉਹ ਖਤਮ ਹੋ ਗਿਆ। ਹੁਣ ਸਾਡੇ ਕੋਲ ਉਹਨਾਂ ਨੂੰ ਛੰਡਣ ਵਾਸਤੇ ਮਸ਼ੀਨਾਂ ਨਹੀਂ ਹੈ ਨਾ, ਬੀਜ ਜਿਵੇਂ ਕੱਢਦੇ ਆਪਾਂ ਗ੍ਰੇਨ ਕੱਢਣ ਵਾਸਤੇ, ਉਹ ਸਾਡੇ ਕੋਲ ਟੂਲਸ, ਉਹ ਸਾਰਾ ਖਤਮ ਕਰ ਦਿੱਤਾ ਗਿਆ। ਜਿਹੜੇ ਸਾਡੇ ਲੋਕਲ ਗ੍ਰੇਨ ਸੀਗੇ, ਉਹਨਾਂ ਨੇ ਹਰੀ ਕ੍ਰਾਂਤੀ ਲਿਆਂਦੀ ਸਿਰਫ ਇਸ ਪੁਆਇੰਟ ਆਫ ਵਿਊ ਤੋਂ ਕਿ ਕਿਹੜੀ ਵੀਟ ਚ ਗਲੂਟਨ ਵਧੇ ਤੇ ਜ਼ਿਆਦਾ ਤੋਂ ਜ਼ਿਆਦਾ ਅਸੀਂ ਬ੍ਰੈਡ, ਕਿਉਂਕਿ ਗੋਰਿਆਂ ਦਾ ਮੇਨ ਭੋਜਨ ਬ੍ਰੈਡ ਹੁੰਦਾ ਸੀ, ਜ਼ਿਆਦਾ ਅਸੀਂ ਬ੍ਰੈਡ ਬਣਾ ਸਕੀਏ। ਤਾਂ ਜਿਹੜੀ ਸਾਡੀ ਦੇਸੀ ਵੀਟ ਸੀਗੀ ਉਹ ਬ੍ਰੈਡ ਬਣਾਉਣ ਦੇ ਲਾਇਕ ਨਹੀਂ ਸੀ। ਬਟ ਸਾਡੀ ਦੇਸੀ ਵੀਟ, ਕਿਉਂਕਿ ਮੈਂ ਪਿਛਲੇ 5-6 ਸਾਲਾਂ ਤੋਂ ਅਸੀਂ ਦੇਸੀ ਵੀਟ ਉਗਾ ਰਹੇ ਹਾਂ, ਸਾਡੇ 4-5 ਜਿੰਨੇ ਵੀ ਲੋਕ ਖਾ ਰਹੇ ਨੇ ਉਹ ਦੱਸ ਸਕਦੇ ਨੇ ਵੀ ਕਿੰਨਾ ਕੁ ਟੇਸਟ ਦਾ ਫਰਕ ਹੈ। ਸਾਡੀ ਰਵੀਜੋਤ ਨੇ ਤਾਂ ਮੈਨੂੰ ਆਪਣੀ ਵੀਟ ਬਾਰੇ ਬੜਾ ਹੀ ਵਧੀਆ ਦੱਸਿਆ। ਇਹ ਈਸਟ ਆਪਣੀ ਘਰੇ ਰੱਖਦੀ ਸੀਗੀ, ਉਹਨੂੰ ਮਲਟੀਪਲਾਈ ਕਰਦੀ ਸੀ ਕਿਉਂਕਿ ਬ੍ਰੈਡ ਬਣਾਉਂਦੀ ਸੀ ਘਰੇ ਆਪਣੀ। ਤੇ ਮੇਰੇ ਕੋਲੋਂ ਇਹਨੇ ਆਰਗੈਨਿਕ ਆਟਾ ਲਿੱਤਾ ਤੇ ਈਸਟ ਮਲਟੀਪਲਾਈ ਕਰਦੀ ਰਹਿੰਦੀ ਸੀ। ਇੱਕ ਵਾਰ ਮੈਂ ਬਾਹਰ ਸੀ, ਆਟਾ ਨਾ ਮਿਲ ਪਾਇਆ, ਵਟਐਵਰ, ਉਹਨੇ ਸੋਚਿਆ ਠੀਕ ਹੈ, ਮਾਰਕੀਟ ਗਈ, ਆਪਣਾ ਥੈਲੀ ਲਿਆਂਦੀ ਤੇ ਈਸਟ ਨੂੰ ਫੂਡ ਪਾਤਾ ਤੇ ਉਹਦੀ ਈਸਟ ਮਰ ਗਈ। ਤਾਂ ਉਹ ਬਹੁਤ ਜ਼ਿਆਦਾ ਹੈਰਾਨ ਹੋਈ ਕਿ ਦੇਖੋ, ਮੈਂ ਕਹਿੰਦੀ ਮੈਨੂੰ ਨਹੀਂ ਪਤਾ ਭਾਬੀ ਜੀ ਆਟਾ ਕੈਮੀਕਲ ਹੈ ਜਾਂ ਇਹ ਥੈਲੀ ਕਿੰਨੇ ਦਿਨਾਂ ਦੀ ਬੰਦ ਪਈ ਹੈ, ਸਾਨੂੰ ਨਹੀਂ ਪਤਾ, ਪਰ ਮੈਨੂੰ ਤਾਂ ਇਹ ਦਿਖ ਰਿਹਾ ਵੀ ਦੇਖੋ ਤੁਹਾਡਾ ਆਰਗੈਨਿਕ ਆਟਾ ਹੁੰਦਾ ਸੀ, ਮੇਰੀ ਈਸਟ ਕਦੀ ਨਹੀਂ ਮਰੀ। ਇੱਕ ਡੋਜ਼ ਪਾਈ ਹੈ ਦੂਜੇ ਆਟੇ ਦੀ ਤੇ ਈਸਟ ਮਰ ਗਈ। ਤੇ ਇੱਥੋਂ ਅਸੀਂ ਕੀ ਸਮਝ ਰਹੇ ਹਾਂ, ਹੈਨਾ। ਦੂਜੀ ਗੱਲ, ਜਿਹੜੀ ਦੇਸੀ ਵੈਰਾਈਟੀਆਂ ਸੀਗੀਆਂ ਉਹਨਾਂ ਨੂੰ ਕਿਸੇ ਸਾਜ਼ਿਸ਼, ਕਿਸੇ ਲਾਲਚ ਦੇ ਅਧੀਨ ਹੋ ਕੇ ਸਾਡੇ ਤੇ ਡੰਡਾ ਫੇਰਿਆ ਗਿਆ ਸੀ। ਸਾਨੂੰ ਜੇ ਅਸੀਂ ਆਪਣੀ ਦੇਸੀ ਵੈਰਾਈਟੀ ਲਾਉਂਦੇ ਸੀ ਜਾਂ ਲਾਲਚ ਦਿੰਦੇ ਸੀ ਜਾਂ ਡੰਡਾ ਫੇਰਦੇ ਸੀ ਵੀ ਇਹ ਨਹੀਂ ਲੱਗੇਗੀ। ਜਾਪਾਨ ਦੇ ਵਿੱਚ ਤਾਂ ਲਿਟਰਲੀ ਪਨਿਸ਼ਮੈਂਟ ਉਹਨਾਂ ਨੂੰ ਲੱਗਦੀ ਸੀ ਕਿ ਇਹ ਵੈਰਾਈਟੀ ਤੁਸੀਂ ਨਹੀਂ ਲਾ ਸਕਦੇ। ਜਿਨ੍ਹਾਂ ਲੋਕਾਂ ਨੇ ਥੋੜਾ ਜਿਹਾ ਵੀ ਲੌਜਿਕ ਜਾਂ ਉੱਪਰ ਉੱਠ ਕੇ ਵਰਤਾਰੇ ਤੋਂ
ਸੋਚਿਆ, ਪ੍ਰੀਜ਼ਰਵ ਕੀਤੀ। ਆਪਣੀਆਂ ਵੀ ਕੁਝ ਸਟੇਟਸ ਨੇ ਜਿਨ੍ਹਾਂ ਲੋਕਾਂ ਨੇ ਇੱਧਰ ਕੇਰਲਾ ਵਾਲੇ ਪਾਸੇ ਕਿ ਜਿਨ੍ਹਾਂ ਨੇ ਆਪਣਾ ਪ੍ਰੀਜ਼ਰਵ ਕੀਤਾ ਸੀਡ ਬੈਂਕ, ਤੇ ਅੱਜ ਤਾਂ ਹੀ ਸਾਡੀਆਂ ਦੇਸੀ ਵੈਰਾਈਟੀਆਂ ਵਾਪਸ ਆ ਰਹੀਆਂ ਨੇ। ਸੋ ਇਹ ਮਿਲਟਸ ਜਿਹੜੇ ਕਿ ਕੁਦਰਤ ਹੁਣ ਸਾਡਾ ਜਿਹੜਾ ਰੂਹ ਤੇ ਰੋਟੀ ਦਾ ਰਿਸ਼ਤਾ ਹੈ, ਜਿਹੜਾ ਰੂਹ ਤੇ ਰੋਟੀ ਦਾ ਰਿਸ਼ਤਾ ਹੈ ਨਾ, ਉਹ ਕੁਦਰਤ ਦਾ ਰਿਸ਼ਤਾ ਸੀ ਸਾਡਾ। ਰੋਟੀ ਸਾਡੀ ਕੁਦਰਤ ਸੀਗੀ। ਜਦੋਂ ਅਸੀਂ ਕਿਸੇ ਤਰਕ ਕਰਕੇ, ਕੋਈ ਰੀਜ਼ਨਸ ਕਰਕੇ ਅਸੀਂ ਰੋਟੀ ਨੂੰ ਖਾਣਾ ਜਾਂ ਨਹੀਂ ਖਾਣਾ ਕਰਦੇ ਆ ਨਾ, ਤਾਂ ਉਹ ਬਿਲਕੁਲ ਗਲਤ ਸਾਡੀ ਸੋਚ ਹੈਗੀ ਹੈ। ਸਾਨੂੰ ਰੱਬ ਨੇ ਇੰਸਟਿੰਕਟ ਦਿੱਤਾ ਸੀ, ਜੀਭ ਦਿੱਤੀ ਸੀ, ਟੇਸਟ। ਹਰ ਬੰਦੇ ਦਾ ਡਾਕਟਰ, ਮੈਂ ਖੁਦ ਨਾ, ਹਰ ਬੰਦੇ ਨੂੰ ਆਪਣਾ ਟੇਸਟ ਮਿਲਿਆ ਸੀ, ਉਹ ਟੇਸਟ ਗਵਾਚ ਗਿਆ ਕਿਉਂਕਿ ਰੂਹ ਤੇ ਰੋਟੀ ਦਾ ਰਿਸ਼ਤਾ ਨਹੀਂ ਰਿਹਾ, ਹੈ ਨਾ। ਹੁਣ ਤੁਸੀਂ ਦੱਸੋ ਕਿਉਂ ਨਹੀਂ ਰਿਹਾ ਰੂਹ ਤੇ ਰੋਟੀ ਦਾ ਰਿਸ਼ਤਾ? ਪਹਿਲੇ ਜਿਹੜਾ ਇੱਕ ਕੁਦਰਤੀ ਮਿਠਾਸ ਸਾਨੂੰ ਮਿਲਦੀ ਸੀ ਨਾ ਖਾਣਿਆਂ ਵਿੱਚੋਂ, ਉਹ ਹਾਈਬ੍ਰਿਡ, ਉਹ ਕੈਮੀਕਲ, ਉਹ ਸਾਰੀਆਂ ਚੀਜ਼ਾਂ ਨਾਲ ਉਹ ਕੁਦਰਤੀ ਸਾਨੂੰ ਆਪਣੀ ਮਿਠਾਸ ਮਿਲਣੀ ਬੰਦ ਹੋ ਗਈ। ਇਸ ਕਰਕੇ ਸਾਨੂੰ ਦੂਜਾ ਮਿੱਠਾ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਉਹ ਕਰ ਰਿਹਾ, ਸਾਨੂੰ ਖਾਣਾ ਪੈ ਰਿਹਾ, ਹੈ ਨਾ। ਤੇ ਦੂਜਾ ਗਲੋਬਲ ਵਾਰਮਿੰਗ ਹੋ ਗਈ, ਹੈ ਨਾ। ਗਲੋਬਲ ਵਾਰਮਿੰਗ ਨੇ ਵੀ ਸਾਡੀ ਕੁਦਰਤ ਦੇ ਨਾਲ ਬਹੁਤ, ਬਾਰਿਸ਼ਾਂ ਦਾ ਸਿਸਟਮ ਵਿਗੜ ਗਿਆ, ਹੈ ਨਾ, ਮਾਊਂਟੇਨਸ ਪਿਘਲ ਰਹੇ, ਵੀ ਸਾਨੂੰ ਸਾਰਿਆਂ ਨੂੰ ਪਤਾ। ਜਿਹੜੀ ਇਨਸਟਿੰਕਟ ਗਵਾਚੀ, ਇੱਕ ਤਾਂ ਸਾਡਾ ਟੇਸਟ ਗਵਾਚਿਆ, ਸਹੀ ਟੇਸਟ ਜਿਹੜਾ ਉਹ ਗਵਾਚਾ, ਦੂਜਾ ਸਾਡੀ ਸੀਜ਼ਨ ਵਾਲੀ ਬੁੱਧੀ ਵੀ ਗਵਾਚ ਗਈ। ਸਾਨੂੰ ਇਹ ਹੁਣ ਗੋਭੀ 12 ਮਹੀਨੇ ਮਿਲਦੀ ਪਈ, ਖਾਈ ਜਾਓ, ਠੀਕ ਹੈ, ਪਹਾੜਾਂ ਤੇ ਹੁੰਦੀ ਹੈ, ਤੇ ਫਿਰ ਪਹਾੜ 'ਚ ਜਾਓਗੇ ਉਦੋਂ ਖਾ ਲਿਓ, ਇੱਥੇ ਕਿਉਂ ਖਾ ਰਹੇ ਹੋ? ਕਿਉਂਕਿ ਦੇਖੋ, ਜਦੋਂ ਤੁਸੀਂ ਸਰਦੀ ਵਾਲੀ ਚੀਜ਼ ਗਰਮੀ 'ਚ ਖਾ ਰਹੇ ਹੋ, ਗਰਮੀ ਵਾਲੀ ਚੀਜ਼ ਸਰਦੀ 'ਚ ਖਾ ਰਹੇ ਹੋ, ਤੁਹਾਡੀ ਵਾਤ ਪਿੱਤ ਕਫ ਹਿੱਲਣੀ ਹੀ ਹਿੱਲਣੀ ਹੈ। ਤੁਹਾਨੂੰ ਲੋਕਲ ਤੇ ਸੀਜ਼ਨਲ ਫੂਡ ਹੀ ਨਹੀਂ ਪਤਾ, ਕਿਉਂਕਿ ਸਾਰੇ ਗਲੋਬਲਾਈਜੇਸ਼ਨ ਕਰਕੇ ਲੋਕਲ ਖਤਮ ਹੀ ਕਰ ਦਿੱਤੇ ਗਏ। ਤਾਂ ਹੀ ਕਹਿੰਦੇ ਆਪਣੇ ਲੋਕਲ ਹੁਨਰ, ਲੋਕਲ ਚੀਜ਼ਾਂ, ਸਾਡਾ ਜਿਹੜਾ ਬਾਇਓਲੋਜੀਕਲ ਕਲੌਕ ਆ ਬਾਡੀ ਦਾ, ਉਹ ਹਿੱਲ ਗਿਆ। ਖਾਣਿਆਂ ਦੇ ਟੇਸਟ ਜਿਹੜੇ ਕੁਦਰਤੀ ਜਿਹੜੇ ਆ ਉਹ ਭੁੱਲ ਗਏ, ਤੇ ਮਸਾਲੇ ਪਾ ਪਾ ਕੇ ਪੁੱਠੇ ਸਿੱਧੇ ਖਾਣੇ ਅਸੀਂ ਖਾ ਰਹੇ ਹਾਂ। ਤੇ ਪੁੱਠਾ ਸਿੱਧਾ, ਹੁਣ ਦੇਖੋ ਇਹ ਵੀ ਰਿਸਰਚ ਹੋਈ ਆ ਵੀ ਜਿਹੜਾ ਤੁਹਾਡਾ ਭੋਜਨ ਹੈਗਾ ਉਹ ਤੁਹਾਡਾ ਇਮੋਸ਼ਨ ਹੈ, ਉਹ ਤੁਹਾਡਾ ਇਮੋਸ਼ਨ ਬਣਦਾ ਹੈ। ਲਾਈਕ ਜਿਵੇਂ ਕੁਦਰਤੀ ਚੀਜ਼ਾਂ ਅਸੀਂ ਕੁਝ ਖਾਂਦੇ ਆ ਨਾ, ਹੁਣ ਅੱਜ ਕੱਲ ਬੜਾ ਕੁਛ ਹੈ, ਕਈ ਡਾਈਟਸ ਨੇ ਵੀ, ਜੇ ਡਿਪਰੈਸ਼ਨ ਹੈ ਤੇ ਇਹ ਡਾਈਟ ਖਾਓ, ਮਤਲਬ ਉਹ ਡਾਈਟ ਤੁਹਾਡਾ ਡਿਪਰੈਸ਼ਨ ਕਿੱਦਾਂ ਠੀਕ ਕਰ ਰਹੀ ਹੈ? ਮਤਲਬ ਫੂਡ ਤੁਹਾਡੇ ਨਾਲ ਕਮਿਊਨੀਕੇਟ ਕਰ ਰਿਹਾ, ਤੁਹਾਡੇ ਇੱਕ ਇੱਕ ਸੈੱਲ ਨਾਲ ਕਮਿਊਨੀਕੇਟ ਕਰ ਰਿਹਾ। ਬਟ ਸਾਡਾ ਜਿਹੜਾ ਬਾਇਓਲੋਜੀਕਲ ਯੂਨਿਟ ਕਲੌਕ ਹੈਗਾ ਉਹ ਹਿੱਲ ਗਿਆ। ਕਿਵੇਂ ਹਿੱਲ ਗਿਆ? ਤੇਜ਼ ਰਫ਼ਤਾਰੀ ਕਰਕੇ, ਅਸੀਂ ਪੌਜ਼ ਨਹੀਂ ਲਿੱਤਾ, ਫਿਰ ਆਹ ਨੈਚੁਰਲ ਟੇਸਟ ਚਲੇ ਗਏ, ਸੀਜ਼ਨਲ ਨੌਲੇਜ ਚਲੇਗੀ, ਰੂਹ ਤੇ ਰੋਟੀ ਦਾ ਰਿਸ਼ਤਾ। ਮੈਨੂੰ ਇਹ ਗੱਲ ਇੰਨੀ ਪਿਆਰੀ ਲੱਗੀ। ਇਹ ਸਾਡੇ ਹੈਗੇ ਆ ਜੈਪਨੀਜ਼ ਕਿਸਾਨ, ਜਿਹੜਾ ਪਾਇਨੀਅਰ, ਜਿਹੜਾ ਕਿ ਆਰਗੈਨਿਕ ਖੇਤੀ ਕਰ ਰਿਹਾ ਹੈ, ਉਹ ਬੰਦੇ ਨੇ ਇਹ ਟਰਮ ਦਿੱਤੀ ਹੈ। ਉਹ ਕਹਿੰਦਾ ਕਿ ਜਦੋਂ ਤੁਸੀਂ ਅਕੁਦਰਤੀ ਤਰੀਕੇ ਤੋਂ ਕੁਦਰਤੀ ਤਰੀਕੇ ਵੱਲ ਜਾਂਦੇ ਹੋ, ਇੱਕ ਵਾਰੀ ਸਭ ਕੁਝ ਅਸਤ ਵਿਅਸਤ ਹੁੰਦਾ ਹੈ, ਇੰਨਾ ਕੁ ਹਿੱਲ ਜਾਂਦਾ ਹੈ ਕਿ ਤੁਹਾਨੂੰ ਲੱਗਦਾ ਸ਼ਾਇਦ ਕੁਝ ਗਲਤ ਕਰ ਰਹੇ ਹਾਂ। ਜਿਵੇਂ ਕਿ ਅਸੀਂ ਜਦੋਂ ਕੈਮੀਕਲ ਖੇਤੀ ਤੋਂ ਬਾਅਦ ਅਸੀਂ ਆਰਗੈਨਿਕ ਖੇਤੀ ਵਿੱਚ ਆਉਂਦੇ ਹਾਂ, ਸਾਡਾ ਕੁਝ ਨਹੀਂ ਉਗਦਾ, ਕੁਝ ਵੀ ਨਹੀਂ ਉਗਦਾ। ਸਾਨੂੰ ਬਹੁਤ ਗਾਲਾਂ ਪੈਂਦੀਆਂ ਘਰਦਿਆਂ ਤੋਂ ਵੀ ਕਿ ਪੈਸੇ ਖਰਾਬ ਕੀਤੇ, ਸਮਾਂ ਖਰਾਬ ਕੀਤਾ। ਪਰ 2 4 5 ਸਾਲ ਦੀ ਮਿਹਨਤ ਤੋਂ ਬਾਅਦ ਫਿਰ ਜਿਹੜੀ ਤੁਹਾਡੇ ਫਾਰਮ ਦੀ ਚੀਜ਼ ਹੁੰਦੀ ਹੈ, ਫਿਰ ਵੱਡੇ ਵੱਡੇ IAS ਆਫੀਸਰ ਵੀ ਹੱਥ ਜੋੜ ਕੇ ਆਉਂਦੇ ਆ ਕਿ ਆਹ ਪਿਓਰ ਚੀਜ਼ ਹੈ, ਆਹ ਚੀਜ਼ ਸਾਨੂੰ ਚਾਹੀਦੀ ਹੈ। ਫਿਰ ਤੁਹਾਡਾ ਇੱਕ ਇੱਜ਼ਤ, ਪਹਿਲੇ ਤੁਸੀਂ ਰੁਲ ਰਹੇ ਹੁੰਦੇ ਹੋ, ਤਪੱਸਿਆ ਕਰ ਰਹੇ ਹੁੰਦੇ ਹੋ। ਹਰ ਚੀਜ਼ ਤੁਸੀਂ ਸੋਚ ਲਓ ਕਿ ਜਦੋਂ ਕੁਦਰਤ ਤੋਂ ਅਕੁਦਰਤੀ ਚੋਂ ਨਾ ਵਾਪਸ ਕੁਦਰਤ ਵੱਲ ਜਾਣਾ ਹੈ, ਤੇ ਉਹ ਰਸਤਾ ਜਿਹੜਾ ਹੈ ਉਹਦੇ ਲਈ ਬਹੁਤ ਤੁਹਾਨੂੰ ਤਿਆਰ ਹੋਣਾ ਪਊਗਾ, ਕਿਉਂਕਿ ਉਸ ਰਸਤੇ ਵਿੱਚ ਇੱਕ ਵਾਰੀ ਕੁਰਬਾਨ ਹੋਣਾ ਪੈਣਾ। ਦੂਜੀ ਗੱਲ ਆ ਗਈ ਜੀ ਨਾਨ ਹੋਲਿਸਟਿਕ ਅਪਰੋਚ। ਇਹਦੇ ਵਾਸਤੇ ਮੇਰੇ ਕੋਲੇ ਨਾਨ ਹੋਲਿਸਟਿਕ ਅਪਰੋਚ ਵਿੱਚ ਕੀ ਹੈਗਾ, ਫॉर ਐਗਜ਼ਾਮਪਲ ਜਿਵੇਂ ਪੁਰਾਣੇ ਜ਼ਮਾਨਿਆਂ 'ਚ ਜਾਂ ਫਿਰ ਆਯੁਰਵੈਦਾ ਕਹਿ ਲਾ, ਮੈਂ ਇਹ ਨਹੀਂ ਕਹਿੰਦੀ ਕਿ ਐਲੋਪੈਥੀ ਗਲਤ ਹੈ, ਬਹੁਤ ਸਾਰੀਆਂ ਉਹਦੇ ਆਪਣੇ ਬਹੁਤ ਗੁਣ ਨੇ। ਬਟ ਜਦੋਂ ਅਸੀਂ ਇੱਕ ਬੁਖਾਰ ਉਤਾਰਦੇ ਹਾਂ, ਤੇ ਉਹ ਉਤਾਰਦੇ ਸੀਗੇ ਕਿ ਪੂਰੇ ਸਰੀਰ ਤੇ ਪਸੀਨਾ ਲਾਇਆ ਜਾਵੇ ਤਾਂ ਕਿ ਤੁਹਾਡਾ ਟੌਕਸਿਨ ਬਾਹਰ ਨਿਕਲੇ। ਉਹ ਕਹਿੰਦੇ ਸੀ ਚੰਗਾ ਹੈ ਬੁਖਾਰ ਹੋਇਆ, ਹਰ ਸੀਜ਼ਨ 'ਚ ਸਾਨੂੰ ਬੁਖਾਰ ਹੋਣਾ ਚਾਹੀਦਾ, ਸੀਜ਼ਨ ਬਦਲਣ ਤੇ ਮਾੜੀ ਮੋਟੇ ਵੱਧ ਘੱਟ ਜਿਹੜੀਆਂ ਤੁਹਾਡੀਆਂ ਚੀਜ਼ਾਂ ਉਹ ਨਿਕਲ ਜਾਂਦੀਆਂ। ਪਰ ਅੱਜ ਅਸੀਂ ਇੰਨਾ ਡਰਦੇ ਹਾਂ, ਅਸੀਂ ਬੁਖਾਰ ਚੜਨ ਹੀ ਨਹੀਂ ਦਿੰਦੇ। ਬਸ ਉਹ ਸਾਡੀ ਜਿਹੜੀ ਇੱਕ ਵਿਸ਼ਵਾਸ ਹੈ, ਕਹਿੰਦੇ ਕਿ ਪ੍ਰਮਾਤਮਾ ਦੀ ਸ਼ਕਤੀ ਨੂੰ ਨਹੀਂ ਅਸੀਂ ਅਜਮਾਨਾ, ਉਹ ਤਾਂ ਹੈਗੀ ਹੈ,
ਅਸੀਂ ਤਾਂ ਆਪਣਾ ਵਿਸ਼ਵਾਸ ਨਹੀਂ ਅਜਮਾ ਪਾ ਰਹੇ, ਸਾਨੂੰ ਨਹੀਂ ਵਿਸ਼ਵਾਸ ਹੈਗਾ। ਅਗਰ ਮਤਲਬ ਅਸੀਂ ਕੋਵਿਡ ਦੇ ਵਿੱਚ ਵੀ ਕਿੱਦਾਂ ਡਰ ਰਹੇ ਹਾਂ, ਕਿੰਨਾ ਅਸੀਂ ਡਰ ਰਹੇ ਹਾਂ ਬੀਇੰਗ ਗੁਰਸਿੱਖ, ਬੀਇੰਗ ਗੁਰਬਾਣੀ ਨਾਲ ਜੁੜੇ, ਜਦੋਂ ਸਾਨੂੰ ਸਹਿਜੇ ਹੀ ਇਹ ਗੱਲ ਕਲੀਅਰ ਆ ਕਿ ਜਦੋਂ ਮੌਤ ਆਣੀ ਆ ਉਹ ਆਣੀ ਹੈ, ਜੇ ਕੋਵਿਡ ਨਾਲ ਆਣੀ ਹੈ ਕੋਵਿਡ ਨਾਲ ਆਣੀ ਆ, ਫਿਰ ਵੀ ਅਸੀਂ ਉਹ ਮੂਰਖਾਂ ਵਾਲੀਆਂ ਪਰਹੇਜ਼ ਤਾਈਆਂ ਡਰ, ਪਰਹੇਜ਼ ਵੀ ਕਰਨੇ ਗਲਤ ਨਹੀਂ, ਪਰ ਜਿਹੜਾ ਡਰ ਹੈ ਡਰ ਉਹ ਗਲਤ ਹੈ, ਕਿਉਂਕਿ ਉਹ ਜਦੋਂ ਡਰ ਆਂਦਾ ਤੇ ਤੁਸੀਂ ਫਿਰ ਪਰਮਾਤਮਾ ਦੀ ਸ਼ਕਤੀ ਤੇ ਤੁਹਾਡਾ ਜਿਹੜਾ ਵਿਸ਼ਵਾਸ ਹੈ ਨਾ ਉਹ ਡੋਲ ਰਿਹਾ, ਸ਼ਕਤੀ ਨਹੀਂ ਉਹਦੀ ਡੋਲ ਰਹੀ ਹੁੰਦੀ। ਤੇ ਕੁਦਰਤ ਦੇ ਨਾਲ ਸਮਾਧਾਨ ਕੀ ਹੈ, ਹੁਣ ਬਹੁਤ ਕੁਝ ਅਸਤ ਵਿਅਸਤ ਹੋ ਚੁੱਕਾ ਹੋਇਆ, ਆ ਕੁਦਰਤੀ ਤਰੀਕਾ। ਇੱਕ ਬੰਦਾ ਜੇ ਸੋਚੇਗਾ ਤਾਂ ਉਹ ਨਾ ਬੌਂਦਲ ਜਾਏਗਾ ਵੀ ਮੈਂ ਨਹੀਂ ਕੁਝ ਕਰ ਸਕਦਾ, ਉਹ ਹਾਰ ਕੇ ਕਹੇਗਾ ਠੀਕ ਹੈ ਸਿਸਟਮ। ਮੈਂ ਪਿੱਛੇ ਜਿਹਾ ਇੱਕ ਕੋਸ਼ਿਸ਼ ਸ਼ੁਰੂ ਕੀਤੀ ਸੀ ਵੀ ਆਪਾਂ ਥੈਲਾ ਲੈ ਕੇ ਘਰੋਂ ਜਾਣਾ ਹੈ, ਪਲਾਸਟਿਕ ਦੇ ਲਿਫਾਫਿਆਂ 'ਚ ਸਬਜ਼ੀਆਂ ਨਹੀਂ ਲੈ ਕੇ ਆਣੀਆਂ, ਪਰ ਕਿਤੇ ਨਾ ਕਿਤੇ ਤੁਹਾਨੂੰ ਇੰਨੀ ਪ੍ਰੈਕਟਿਸ ਸਬਜ਼ੀ ਵਾਲੇ ਨੂੰ ਹੁੰਦੀ ਹੈ, ਤੁਹਾਡਾ ਅੱਧਾ ਟਾਈਮ ਇਹੀ ਲੱਗਦਾ ਰਹਿੰਦਾ ਭਈਆ ਲਿਫਾਫਾ ਨਹੀਂ ਲੈਣਾ ਸਿੱਧੀ ਪਾ ਦੋ, ਲਿਫਾਫਾ ਨਹੀਂ ਲੈਣਾ ਸਿੱਧੀ ਪਾ ਦੋ, ਥੈਲੇ 'ਚ ਮੇਰੇ ਸਿੱਧੀ ਪਾ ਦੋ। ਕਿਤੇ ਨਾ ਕਿਤੇ ਤੁਸੀਂ ਇੰਨੀਆਂ ਉਹ ਆਦਤਾਂ ਵਿੱਚ ਪੱਕ ਜਾਂਦੇ ਹੋ ਕਿ ਵਾਪਸ ਦਾ ਰਸਤਾ ਜਿਹੜਾ ਲੈਣਾ ਹੈ ਉਹ ਬਹੁਤ ਮੁਸ਼ਕਿਲ ਹੁੰਦਾ ਹੈ। ਜੇ ਲੈਂਦੇ ਹੋ ਤੇ ਉਹਨਾਂ ਸਟਰਗਲ ਅਸੀਂ ਅਫੋਰਡ ਨਹੀਂ ਕਰ ਸਕਦੇ, ਅਸੀਂ ਕਹਿੰਦੇ ਜਿੱਥੇ ਸਾਰੀ ਦੁਨੀਆ ਜਾ ਰਹੀ ਹੈ ਠੀਕ ਹੈ ਬਈ ਆਪਾਂ ਵੀ ਨਾਲ ਹੀ ਹੈਗੇ ਆ, ਪਰ ਫਿਰ ਵੀ ਬੀਇੰਗ ਗੁਰਸਿੱਖ, ਗੁਰੂ ਮਹਾਰਾਜ ਦੇ ਬੱਚੇ ਹੋਣ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਜਿੰਨਾ ਜਿੱਥੇ ਹੋ ਸਕੇ ਅਸੀਂ ਕੁਦਰਤ ਨੂੰ ਵਾਪਸ, ਕੁਦਰਤ ਦੀ ਸੇਵਾ ਕਰਨੀ ਹੈ। ਕੁਦਰਤ ਦੀ ਸੇਵਾ ਇਦਾਂ ਵੀ ਹੋ ਸਕਦੀ ਹੈ ਜੇ ਤੁਸੀਂ ਅੰਮ੍ਰਿਤ ਵੇਲਾ ਮੇਰਾ ਮਤਲਬ ਕਿ 5 4 6 ਜਿੰਨੇ ਵਜੇ ਵੀ ਤੁਸੀਂ ਜਾ ਕੇ ਐਨ ਕੁਦਰਤੀ ਜਗ੍ਹਾ, ਜਿੱਥੇ ਸਾਨੂੰ ਇੱਥੇ ਤਾਂ ਚਲੋ ਇੱਕ ਪਾਰਕ ਮਿਲ ਜਾਂਦੇ ਨੇ ਬਹੁਤ ਜ਼ਿਆਦਾ ਭਰੇ ਘਣੇ ਦਰਖਤਾਂ ਦੇ, ਜਦੋਂ ਸੂਰਜ ਚੜ ਰਿਹਾ ਹੁੰਦਾ ਹੈ, ਜਦੋਂ ਹੈ ਨਾ ਉਹ ਇੱਕ ਸੁਹਾਵਣਾ ਟਾਈਮ ਹੁੰਦਾ, ਤੁਸੀਂ ਸਿਰਫ ਜਾ ਕੇ ਬੈਠਣਾ ਹੈ, ਇਹ ਵੀ ਇੱਕ ਕੁਦਰਤ ਦੀ ਸੇਵਾ ਹੈ। ਕਿਉਂਕਿ ਜਦੋਂ ਮਾਂ ਦੀ ਗੋਦ 'ਚ ਬੱਚਾ ਬੈਠਦਾ ਹੈ ਨਾ, ਇਕੱਲੇ ਬੱਚੇ ਨੂੰ ਨਹੀਂ ਸੁੱਖ ਮਿਲਦਾ, ਮਾਂ ਵੀ ਬੜੀ ਖੁਸ਼ ਹੁੰਦੀ, ਉਹਨੂੰ ਵੀ ਠੰਡ ਪੈਂਦੀ ਹੈ। ਤੇ ਜਦੋਂ ਇਹ ਗੱਲ ਭਾਵੇਂ ਇਮੋਸ਼ਨਲ ਹੈ ਪਰ ਇਹ ਗੱਲ ਇੰਨੀ ਕੁ ਸਾਇੰਟੀਫਿਕ ਹੈ, ਕੁਦਰਤ ਦੀ ਗੋਦ 'ਚ ਬੈਠਿਆਂ ਹੀ ਕਈ ਬਿਮਾਰੀਆਂ, ਕਈ ਮਨ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨਾ। ਤੇ ਗੁਰੂ ਨਾਨਕ ਸਾਨੂੰ ਵਿਸਮਾਦ ਵਾਲੀ ਆਸਾ ਕੀ ਵਾਰ 'ਚ ਬੜਾ ਸੋਹਣਾ ਸਿਖਾਇਆ ਗਿਆ, ਉਹ ਵਿਸਮਾਦ ਲਿਆ ਕੇ ਪਹਿਲਾਂ ਨਾ ਨਕਲੀ ਵਿਸਮਾਦ ਹੋਣਾ ਸ਼ੁਰੂ, ਨਕਲੀ ਭਾਵ ਕਰਨੀ ਸ਼ੁਰੂ ਕਰ ਦੋ, ਫਿਰ ਉਹ ਨਕਲੀ ਚੀਜ਼ ਵੀ ਨਾ ਤੁਹਾਨੂੰ ਅਸਲੀ ਬਣ ਜੂਗੀ ਨਾ, ਐਕਟਿੰਗ ਕਰਦੇ ਕਰਦੇ ਨਾ ਸੱਚੀ ਤੁਹਾਨੂੰ ਫੀਲਿੰਗ ਆਣੀ ਸ਼ੁਰੂ ਹੋ ਜੂਗੀ। ਜਦੋਂ ਛੋਟੇ ਬੱਚੇ ਹਰ ਜਗ੍ਹਾ ਹੁੰਦੇ, ਜਦੋਂ ਛੋਟੇ ਬੱਚੇ ਕਿਸੇ ਚੀਜ਼ ਤੋਂ ਇੰਪ੍ਰੈਸ ਹੁੰਦੇ, ਤੁਸੀਂ ਵੀ ਨਾਲ ਹੀ ਉਦਾਂ ਇੰਪ੍ਰੈਸ ਹੋ ਕੇ ਵਾਓ ਕਰੋ, ਹਾਸੇ ਖੇਡੇ ਕਰੋਗੇ। ਤੇ ਮਦਰ ਨੇਚਰ ਨੂੰ ਚਾਹੇ ਤੁਸੀਂ ਕਿਚਨ ਗਾਰਡਨਿੰਗ ਕਰਕੇ ਆਪਣੇ ਆਪ ਵਾਸਤੇ ਕੁਝ ਚੀਜ਼ਾਂ ਉਗਾ ਲਓ, ਜਾਂ ਤੁਸੀਂ ਆਰਗੈਨਿਕ ਕਿਸਾਨਾਂ ਦਾ ਕੁਝ ਖਰੀਦ ਲਓ, ਜਾਂ ਤੁਸੀਂ ਪਲਾਸਟਿਕ ਦੀ ਮੁਹਿੰਮ 'ਚ ਚਲੇ ਜਾਓ, ਜਾਂ ਤੁਸੀਂ ਜਿੱਥੇ ਕਿਤੇ ਵੇਸਟ ਮੈਨੇਜਮੈਂਟ ਹੋ ਰਹੀ ਹੈ, ਦੇਖੋ ਬਾਹਰਲੀਆਂ ਕੰਟਰੀਆਂ 'ਚ ਤਾਂ ਬੜਾ ਸੋਹਣਾ, ਪਰ ਸਾਡੇ ਅਸੀਂ ਆਪਣੀ ਇੱਕ ਕਮਿਊਨਿਟੀ ਦਾ ਵੇਸਟ ਮੈਨੇਜ ਕਰਾ ਸਕਦੇ ਹਾਂ। ਹਰਾ ਸੁੱਕਾ ਜਿਹੜਾ ਕੂੜਾ ਹੈਗਾ ਉਹ ਅਸੀਂ ਇੰਨਾ ਐਫਰਟ ਕਰਕੇ ਡਸਟਬਿਨਾਂ 'ਚ ਅੱਡ ਪਾਉਂਦੇ ਆ, ਉਹ ਸਾਰਾ ਫਿਰ ਇਕੱਠਾ ਕਰ ਦਿੰਦੇ ਨੇ। ਸੋ ਇਦਾਂ ਦਾ ਕੋਈ ਸਿਸਟਮ, ਮਤਲਬ ਤੁਸੀਂ ਜਦੋਂ ਸੋਚੋਗੇ ਤੁਹਾਨੂੰ ਪਤਾ ਲੱਗੇਗਾ, ਦਿਖੇਗਾ ਵੀ ਮੈਂ ਕੁਦਰਤ ਦੀ ਸੇਵਾ ਕਿੱਥੇ ਕਿਵੇਂ ਕਰ ਸਕਦਾ। ਤੇ ਜੇ ਮੈਂ ਆਪਣੇ ਨਿਤਨੇਮ ਦੇ ਨਾਲ, ਦਸਵੰਧ ਦੇ ਨਾਲ, ਅਗਰ ਮੈਂ ਕੁਦਰਤ ਨੂੰ ਵੀ, ਮਦਰ ਨੇਚਰ ਨੂੰ ਵੀ ਦੇਖਾਂ, ਮੈਂ ਆਪਣੀ ਡਾਈਟ ਨੂੰ ਕੁਝ ਕਰਾਂ, ਇਹ ਹਰ ਤਰ੍ਹਾਂ ਦੀ ਚੀਜ਼ ਇੱਕ ਕੁਦਰਤ ਦੇ ਨਾਲ ਇੱਕ ਸਾਡੀ ਜਿਹੜੀ ਹੈਗੀ ਆ ਉਹ ਇੱਕ ਸੇਵਾ ਦਾ ਰੂਪ ਹੀ ਲੈ, ਜਿਹਨੂੰ ਕਹਿੰਦੇ ਨਾ ਜਿਹੜਾ ਜਿਹੜੀ ਸਾਡੀ ਗਿਆਨ ਹੈ ਨਾ, ਉਹ ਸਾਡੇ ਗਿਆਨ ਦੇ ਭਾਰ ਵਿੱਚ ਸਾਡਾ ਵਿਸਮਾਦ ਦੱਬ ਗਿਆ। ਮੈਂ ਕਹਾਂਗੀ ਵੀ ਇੰਨੀ ਨੌਲੇਜ ਇੰਨਾ ਆ ਗਿਆ, ਨੌਲੇਜ ਆਉਣ ਤੋਂ ਬਾਅਦ ਨਾ ਪਤਾ ਵੀ ਅੱਛਾ ਨਿੰਬੂ ਦਾ ਬੂਟਾ, ਅੱਛਾ ਨਿੰਬੂ ਦਾ ਬੂਟਾ, ਅੰਬ ਦਾ ਬੂਟਾ, ਜਦੋਂ ਨੌਲੇਜ ਨਹੀਂ ਹੈ ਕਿ ਅੰਬ ਦੇਖੂਗੇ ਅੱਛਾ ਕੀ ਹੈ, ਅੱਛਾ ਅੰਬ ਹੈ ਇੱਥੇ। ਸੋ ਲਾਈਕ ਦਿਸ ਸਾਨੂੰ ਬਣਨਾ ਪਊਗਾ, ਸਾਨੂੰ ਬੱਚੇ ਬਣਨਾ ਪਊਗਾ। ਸੋ ਲਾਸਟ ਵਿੱਚ ਜਿਹੜਾ ਮੈਂ ਇਹਨੂੰ ਐਂਡ ਕਰਨਾ ਚਾਹਾਂਗੀ 2 ਸ਼ਬਦਾਂ ਦੇ ਨਾਲ, ਕਿ ਸਾਰਾ ਕੁਝ ਅਸੀਂ ਦੇਖਿਆ, ਕਿਤੇ ਨਾ ਕਿਤੇ ਮੈਂ ਕੋਈ ਖਾਸ ਸਪੈਸੀਫਿਕ ਕਿਸੇ ਬਿਮਾਰੀ ਦੀ ਗੱਲ ਨਹੀਂ ਕੀਤੀ, ਕਿਸੇ ਹੱਲ ਦੀ ਨਹੀਂ ਗੱਲ ਕੀਤੀ, ਮੈਂ ਜੜ ਲੱਭਣ ਦੀ ਕੋਸ਼ਿਸ਼ ਕੀਤੀ ਵੀ ਕਿਹੜੀ ਚੀਜ਼ ਲਿਆਈ ਜਾਏ। ਉਹ ਜੜ ਨੂੰ ਮੈਂ ਕਹਿ ਦਾਂਗੀ ਕਿ ਕਿਵੇਂ ਦਾ ਐਟੀਟਿਊਡ, ਚਾਹੇ ਉਹ ਘੋੜਿਆਂ ਦੀ ਕਾਠੀਆਂ ਜੰਗਲਾਂ ਵਿੱਚ ਸੀਗਾ, ਤੇ ਜਾਂ ਫਿਰ ਅੱਜ
ਘੋੜਿਆਂ ਦੀ ਜਗ੍ਹਾ ਐਰੋਪਲੇਨ ਆ ਗਏ, ਸਾਡੀਆਂ ਗੱਡੀਆਂ ਆ ਗਈਆਂ, ਚਾਹੇ ਇਹ ਸਮਾਂ ਹੈਗਾ, ਕਿਹੜਾ ਐਟੀਟਿਊਡ ਮੈਨੂੰ ਗੁਰਬਾਣੀ ਸਿਖਾਉਂਦੀ ਹੈ। ਹਰ ਵੇਲੇ ਦਮ ਸਦਾ ਸੰਭਾਲ, ਹਰ ਵੇਲੇ ਆਪਣੇ ਆਪ ਨੂੰ ਆਬਜ਼ਰਵ ਕਰ, ਮੈਂ ਕਿਹੜੇ ਥੋਟ ਵਿੱਚ ਜੀ ਰਿਹਾ, ਮੈਂ ਬਲਿਸਫੁਲੀ ਜੀ ਰਿਹਾ, ਡਿਪਰੈਸ਼ਨ ਜੀ ਰਿਹਾ, ਟੈਨਸ਼ਨ ਜੀ ਰਿਹਾ, ਫਿਰ ਉਹਦਾ ਰੂਟ ਕਾਜ਼ ਲੱਭੋ ਕਿੱਥੋਂ ਆਇਆ। ਤੁਹਾਡੇ ਅੰਦਰ ਸਭ ਕੁਝ ਹੈਗਾ, ਤੁਸੀਂ ਆਪਣੇ ਡਾਕਟਰ ਹੈਗੇ, ਤੁਹਾਨੂੰ ਸਭ ਪਤਾ ਲੱਗੇਗਾ। ਜੁੜੋ ਤੇ ਸਹੀ। ਐਵੇਂ ਕਿਸੇ ਨੇ ਕਹਿਤਾ ਵੀ ਆਂਵਲਾ ਖਾਓ ਜੀ ਬਹੁਤ ਚੰਗਾ, ਖਾ ਖਾ ਕੇ ਆਂਵਲਾ ਦਰਦਾਂ ਨਾ ਵਧਾ ਲਈਏ, ਹੈਨਾ, ਕਿਉਂਕਿ ਬਹੁਤ ਦਰਦ ਕਰਦਾ ਜੇ ਪੁੱਠੇ ਟਾਈਮ ਆਂਵਲਾ ਖਾਦਾ ਜਾਵੇ। ਸੋ ਉਸ ਤੋਂ ਬਾਅਦ ਸਪਿਰਿਚੁਅਲ ਫ੍ਰੀडम, ਲਾਸਟ ਵਰਡਸ ਮੇਰੇ, ਕਿ ਜਿਹੜਾ ਸਪਿਰਿਚੁਅਲ ਫ੍ਰੀडम ਹੈ ਨਾ, ਜਿਹੜਾ ਮਟੀਰੀਅਲ ਤੇ ਤੁਹਾਡੀ ਡਿਪੈਂਡੈਂਸੀ ਨਹੀਂ ਹੈ ਨਾ, ਜਿਹੜੀ ਤੁਹਾਡੀ ਆਪਣੇ ਇੱਕ ਉਹ ਧੁਰੇ ਨਾਲ ਜੁੜਨ ਤੋਂ ਬਾਅਦ ਤੁਹਾਡੇ ਉਹ ਸੁੱਖ, ਉਹ ਕਿਸੇ ਵੀ ਜਿਹੜਾ ਸਪਿਰਿਚੁਅਲ ਫ੍ਰੀडम ਆ ਉਹ ਤੁਹਾਨੂੰ ਹਮੇਸ਼ਾ ਕਦੋਂ ਮਿਲੇਗਾ, ਜੇ ਤੁਸੀਂ ਆਪਣੇ ਪਰਪਸ ਨਾਲ ਜੁੜ ਗਏ। ਤੁਹਾਡਾ ਜਿਹੜਾ ਇੱਕ ਜ਼ਿੰਦਗੀ ਦਾ ਮਕਸਦ ਹੈਗਾ, ਜਿਹੜਾ ਪਾਵਰਫੁਲ ਬਣਨਾ ਹੈਗਾ, ਸਾਰੇ ਔਗਣਾਂ ਨੂੰ ਗੁਣ ਚ ਕਨਵਰਟ ਕਰਨਾ ਹੈ, ਆਪਣੇ ਕਰਮਾਂ ਨੂੰ ਇਸ ਤਰ੍ਹਾਂ ਅਸੀਂ ਕੱਟਣਾ ਹੈਗਾ, ਤੇ ਆਪਣਾ ਐਟੀਟਿਊਡ, ਸਪਿਰਿਚੁਅਲ ਫ੍ਰੀडम ਤੇ ਆਪਣਾ ਪਰਪਸ ਪਹਿਚਾਨ ਲਈਏ ਤਾਂ ਆ ਸਾਰੀਆਂ ਸਮਾਧਾਨ ਸਹਿਜੇ ਹੀ ਹੋ ਜਾਣਗੇ ਜੀ। ਬਹੁਤ ਬਹੁਤ ਧੰਨਵਾਦ ਇਹ ਮੌਕਾ ਦੇਣ ਲਈ, ਕਿਉਂਕਿ ਮੈਨੂੰ ਇਹੀ ਲੱਗਦਾ ਕਿ ਬਹੁਤ ਕੁਝ ਸਿੱਖਣ ਨੂੰ ਮੈਨੂੰ ਮਿਲਦਾ ਹੈ, ਭਾਵੇਂ ਟਾਈਮ ਕਿੱਦਾਂ ਵੀ ਮੈਨੇਜ ਕਰਾਂ, ਪਰ ਹਾਂਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ। ਧੰਨਵਾਦ ਜੀ ਆਪ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।